ਇਹ ਗੱਲ ਸ਼ੁਰੂ ਹੋਈ ਹੈ ਜੀ shaadi.com ਤੋਂ। shaadi.com 'ਚ ਮੇਰੀ ਪ੍ਰੋਫਾਈਲ ਬਣੀ ਸੀ ਰਿਸ਼ਤੇ ਵਾਸਤੇ, ਤਾਂ ਉੱਥੇ ਪਾਰੁਲ ਯਾਦਵ ਨਾਂ ਦੀ ਕੁੜੀ ਨੇ ਮੈਨੂੰ ਕੰਟੈਕਟ ਕੀਤਾ। ਸਾਨੂੰ ਨਹੀਂ ਪਤਾ था ਵੀ ਉਹਨਾਂ ਦੇ ਸਾਰੇ ਪਰਿਵਾਰ ਦੀ ਆਪਸੀ ਗੇਮ ਹੀ ਹੈ, ਇਹ ਸਾਰੇ ਸਾਡੇ ਨਾਲ ਖੇਲਦੇ ਆ। ਇਹਨਾਂ ਦੀ ਮਨਸਾ ਵੀ ਸਾਨੂੰ ਠਗਣ ਦੀ ਤੇ ਵੀ ਉਹਨਾਂ 16 ਕਿਉਂ ਕਰਦੇ ਰਹੇ। ਜਦ ਸਾਨੂੰ ਫਿਰ ਉੱਥੇ ਜਾ ਕੇ ਪਿੰਡ ਗਏ ਤਾਂ ਸਾਨੂੰ ਪਤਾ ਲੱਗਾ ਵੀ ਇਹਦੀ 16 ਤਰੀਕ ਕੋਰਟ ਵਿੱਚ ਦੀ। ਉਹਨੇ ਮੈਨੂੰ ਮੈਸੇਜ ਕੀਤਾ ਵੀ ਅਸੀਂ ਤੁਹਾਨੂੰ ਪਸੰਦ ਕਰਦੇ ਹਾਂ, ਤੇ ਤੁਸੀਂ ਜਾਂ ਤਾਂ ਤੁਸੀਂ ਮੇਰੇ ਘਰਦਿਆਂ ਨਾਲ ਕੰਟੈਕਟ ਕਰ ਲਓ ਜਾਂ ਮੈਂ ਤੁਹਾਨੂੰ ਆਪਣਾ ਨੰਬਰ ਦੇ ਦਿੰਦੀ ਹਾਂ। ਜਾਣ ਵੇਲੇ ਵੀ ਮੈਨੂੰ ਪੂਰਾ ਚਾਂਸ ਚ ਲਿਆ, ਮੈਂ ਆਹ ਸੂਟ ਲੈ ਲਵਾਂ, ਮੈਂ ਆਹ ਮੇਕਅਪ ਕਿੱਟ ਚੱਕ ਲਵਾਂ, ਮੈਂ ਆਹ ਪਰਸ ਲੈ ਲਵਾਂ। ਸਾਨੂੰ ਵੀ ਉਹਨਾਂ ਦਾ ਕੋਈ ਸ਼ੱਕ ਨਹੀਂ ਪਿਆ ਵੀ ਉਹ ਸਾਡੇ ਨਾਲ ਕੋਈ ਚਾਲ ਖੇਲਣੀ ਚਾਹੁੰਦੇ ਆ ਜਾਂ ਕੁਝ ਵੀ ਕਰਨਾ ਚਾਹੁੰਦੇ ਆ। ਤਾਂ ਮੈਂ ਜੀ ਚਾਹ ਪਾਣੀ ਲੱਗ ਗਿਆ ਬਣਾਉਣ। ਮੇਰਾ ਬੇਟਾ ਉਹਦੇ ਡੈਡੀ ਕੋਲ ਬੈਠ ਗਿਆ, ਤਾਂ ਉਹਦੀ ਮਾਂ ਤਾਂ ਭੈਣ ਤਾਂ ਉਹ ਕਮਰੇ ਦੇ ਵਿੱਚ ਇਹਦੇ ਵਾਲੇ 'ਚ ਬੈਠ ਗਏ ਜੀ। ਆਪਣਾ ਸਾਰਾ ਸਮਾਨ ਵਗੈਰਾ ਪੈਕ ਕਰਕੇ ਆਪਣੇ ਡੈਡੀ ਨਾਲ ਗੱਡੀ ਚਲੇ ਗਈ। ਤੇ ਜਾਣ ਤੋਂ ਬਾਅਦ ਜਦ ਅਸੀਂ ਦੇਖਿਆ ਹੁਣ ਤਾਂ 5-4 ਘੰਟੇ ਹੋ ਚੁੱਕੇ ਆ ਉਹਨਾਂ ਨੂੰ ਗਿਆ ਨੂੰ ਵੀ ਸ਼ਾਇਦ ਪੁੱਛ ਲਈਏ ਠੀਕ ਠਾਕ ਪੁੱਜ ਗਏ ਕਿ ਨਹੀਂ ਪਹੁੰਚੇ। ਫਿਰ ਅਸੀਂ ਜਦੋਂ ਇਹਨਾਂ ਨਾਲ ਸੰਪਰਕ ਕਰਨਾ ਚਾਹਿਆ ਤਾਂ ਇਹਨਾਂ ਸਭ ਦੇ ਫ਼ੋਨ ਨੰਬਰ ਸਵਿਚ ਆਫ ਤੇ ਬਲੌਕ ਪਾਏ ਗਏ। ਬਸ ਜੀ ਜਾਂ ਕਿਸਮਤ ਮਾੜੀ ਹੁੰਦੀ ਬੰਦੇ ਦੇ ਦਿਮਾਗ ਤੇ ਪੜਦਾ ਪੈਂਦਾ, ਅਕਲ ਤੇ ਕਹਿ ਲਓ ਤੁਸੀਂ, ਤਾਂ ਫਿਰ ਕੁਝ ਨਹੀਂ ਦਿਖਦਾ। 3 ਦਿਨ ਦੇ ਵਿੱਚ ਸਾਡੀ ਤਾਂ ਦੁਨੀਆ ਹੀ ਪਲਟ ਗਈ ਜੀ। ਇਹ ਸਮਝ ਲਓ ਵੀ ਪਹਿਲਾਂ ਹੱਸਦੇ ਸੀ, ਕੋਈ ਟੈਨਸ਼ਨ ਨਹੀਂ ਸੀ, ਹੁਣ ਅਸੀਂ ਦਿਨ ਰਾਤ ਹੀ ਸੋਚਾਂ 'ਚ ਰਹਿੰਦੇ ਵੀ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਰਹੀਦਾ ਹੁਣ ਵੀ ਇਹ ਕਿਆ ਹੋ ਗਿਆ ਸਾਡੇ ਦੇ ਨਾਲ, ਵੀ ਦੁਨੀਆ ਹੀ ਬਦਲ ਗਈ ਜੀ ਸਾਡੀ ਇਹ ਤੇ ਅਸੀਂ ਉਹਨਾਂ ਦੇ ਚੁੰਨੀ ਚੜਾਈ ਤੇ ਜੋ ਵੀ ਸਾਡੇ ਸ਼ਗਨ ਵਿਹਾਰ ਬਣਦੇ ਸੀ ਉਹਨਾਂ ਨੂੰ ਕਰਕੇ ਤੇ ਵਾਪਸ ਘਰ ਲੈ ਆਏ। ਇੱਕ ਉਹਦਾ ਵਿਆਹ ਦਸੰਬਰ 2018 'ਚ ਦੀਪਕ ਨਾਮ ਦੇ ਬੰਦੇ ਨਾਲ ਹਿਸਾਰ ਵਿੱਚ ਹੋਇਆ ਸੀ, ਤੇ ਦੂਸਰਾ ਵਿਆਹ ਉਹਦਾ 26 ਜੂਨ 2020 ਨੂੰ ਦੀਪ ਨਾਂ ਦੇ ਮੁੰਡੇ ਨਾਲ ਜਲੰਧਰ ਵਿੱਚ ਹੋਇਆ, ਜਦ ਕਿ ਤੀਜਾ ਵਿਆਹ ਮੇਰੇ ਨਾਲ ਇਹਦਾ 4 ਜੁਲਾਈ ਨੂੰ ਹੋਇਆ ਜੀ। ਪਰ ਸਾਨੂੰ ਪਹਿਲੀ ਸ਼ੁਰੂਆਤੀ ਗੱਲਬਾਤ ਤੋਂ ਇੱਦਾਂ ਲੱਗਿਆ ਵੀ ਉਹ ਬਹੁਤ ਸ਼ਰੀਫ ਹੈ, ਪਰ ਸਾਨੂੰ ਨਹੀਂ ਪਤਾ ਸੀ ਇਹ ਚਾਲ ਹੀ ਖੇਲਦੇ ਇੱਦਾਂ ਵੀ ਸਾਡੇ ਤੋਂ ਪਹਿਲਾਂ ਵੀ 2 ਜਣੇ ਹੋਰ ਠੱਗ ਚੁੱਕੇ ਆ। ਇਹ ਸਾਡਾ ਤਕਰੀਬਨ 5.5 ਲੱਖ ਰੁਪਈਆ ਕੈਸ਼ ਜੀ, ਤੇ 18 ਤੋਂ 20 ਤੋਲੇ ਸੋਨਾ, ਜਿਹੜਾ ਤਕਰੀਬਨ ਕੈਸ਼ ਦੇ ਵਿੱਚ ਸੋਨਾ ਪਾ ਕੇ 15 ਕੁ ਲੱਖ ਦੇ ਕਰੀਬ ਬਣਦਾ ਜੀ, ਜਿਹੜਾ ਸਾਡਾ ਨੁਕਸਾਨ ਹੋ ਚੁੱਕਿਆ ਹੈ ਜੀ। ਹਰ 10 ਮਿੰਟ ਬਾਅਦ ਤਾਂ ਵੀਡੀਓ ਕਾਲ ਆ ਜਾਂਦੀ ਸੀ ਉਹਦੇ ਪਰਿਵਾਰ ਦੇ ਮੈਂਬਰ ਦੀ, ਉਹਦੀ ਮੰਮੀ ਗੱਲ ਕਰਦੀ ਰਹਿੰਦੀ ਸੀ, ਉਹਦੀ ਸਿਸਟਰ ਕਰਦੀ ਰਹਿੰਦੀ, ਉਹਦੇ ਫਾਦਰ ਕਰਦੇ ਰਹਿੰਦੇ ਸੀ। ਇਹ ਤਾਂ ਸਾਰਾ ਦਿਨ ਹੀ ਫੋਨ ਪਰ ਬਸ ਜਾਂ ਮੈਸੇਜ ਜਾਂ ਵੀਡੀਓ ਕਾਲ ਚੱਲਦੀ ਰਹਿੰਦੀ ਸੀ। ਇਹ ਕੰਮ ਹੀ ਕਰਦੇ, ਨਵੇਂ ਮੁੰਡੇ ਪਸੰਦੇ ਆ, ਉਦੋਂ ਤੋਂ ਬਾਅਦ ਇਹ ਵਿਆਹ ਕਰ ਲੈਂਦੇ ਆ। ਵਿਆਹ ਕਰਕੇ ਜੋ ਵੀ ਸੋਨਾ ਵਗੈਰਾ ਮਿਲਦਾ ਉਹ ਇਕੱਠਾ ਕਰ ਲੈਂਦੇ। ਜੇ ਕੱਲ੍ਹ ਨੂੰ ਕੋਈ ਕਾਰਵਾਈ ਮੁੰਡਾ ਕਰਨ ਦੀ ਕੋਸ਼ਿਸ਼ ਕਰੇ ਤਾਂ ਆਪਣੇ ਇਹ ਝੂਠਾ ਇਲਜ਼ਾਮ ਲਾ ਕੇ ਮੁੰਡੇ ਨੂੰ ਧਮਕੀਆਂ ਦਿੰਦੇ ਵੀ ਕੱਲ੍ਹ ਨੂੰ ਮੈਂ ਤੇਰੇ ਤੇ ਰੇਪ ਦਾ ਇਲਜ਼ਾਮ ਲਗਾ ਦੂੰਗੀ। ਜਦ ਮੁੰਡੇ ਨੇ ਇਹਦੇ ਪਰ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਪਰ ਇਹ ਲੋਕਲ ਪੁਲਿਸ ਨਾਲ ਮਿਲ ਕੇ ਆਪਣੇ ਉੱਥੇ ਭਾਦਰਾ ਥਾਣੇ ਦੀ ਉਹਨਾਂ ਨਾਲ ਮਿਲ ਕੇ ਇਹ ਸਾਰੀ ਗੈਂਗ ਚੱਲਦੀ ਹੈ। ਫਿਰ ਪੁਲਿਸ ਵਾਲੇ ਅੱਗੇ ਆ ਜਾਂਦੇ ਆ, ਇਹ ਕੇਸ ਦਰਜ ਕਰ ਦਿੰਦੇ ਆ ਫਿਰ ਬੰਦੇ ਦੇ ਖਿਲਾਫ ਵੀ ਕੱਲ੍ਹ ਨੂੰ ਕੋਈ ਮੁੰਡਾ ਉੱਠ ਕੇ ਉਹਦੇ ਖਿਲਾਫ ਕੋਈ ਕਾਰਵਾਈ ਨਾ ਕਰ ਸਕੇ। ਸਾਨੂੰ ਤਾਂ ਜੀ ਉਹਨੇ ਸ਼ੋਅ ਇੱਦਾਂ ਕੀਤਾ ਵੀ ਮੈਂ ਐਮਐਡ ਕੀਤੀ ਹੈ, ਵੀ ਮੈਨੂੰ ਇੱਕ ਲੈਕਚਰਾਰ ਦੀ ਹਜੇ ਹੁਣੇ ਥੋੜ੍ਹੇ ਦਿਨ ਹੋਏ ਵੀ ਜੋਬ ਮਿਲੀ ਹੈ, ਇੱਕ ਲੈਕਚਰਾਰ ਦੀ, ਇੱਕ SBI ਐਜ਼ ਏ ਅਸਿਸਟੈਂਟ ਮੈਨੇਜਰ ਦੀ। ਗੜਸ਼ੰਕਰ ਦਾ ਪਿੰਡ ਸਮੁੰਦੜਾ। ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਦਰਸ਼ਕੋ, ਅੱਜ ਅਸੀਂ ਪਹੁੰਚੇ ਹਾਂ ਗੜਸ਼ੰਕਰ ਦੇ ਪਿੰਡ ਸਮੁੰਦੜਾ ਦੇ ਵਿੱਚ, ਜਿੱਥੇ ਇੱਕ ਪਰਿਵਾਰ ਦੇ ਨਾਲ ਵੱਡੇ ਪੱਧਰ ਦੇ ਉੱਤੇ ਠੱਗੀ ਵੱਜੀ ਹੈ। ਇੱਕ ਨੌਜਵਾਨ ਦੇ ਵਿਆਹ ਤੋਂ ਕੁਝ ਹੀ ਦਿਨਾਂ ਬਾਅਦ ਉਸ ਦੀ ਪਤਨੀ ਉਸ ਨੂੰ ਕਿਵੇਂ ਲੁੱਟ ਕੇ ਲੈ ਗਈ, ਇਸ ਕਹਾਣੀ ਦੇ ਵਿੱਚ ਤੁਹਾਨੂੰ ਦੱਸਾਂਗੇ। ਇਸ ਕਹਾਣੀ ਦੇ ਨਾਲ shaadi.com ਵੈਬਸਾਈਟ ਦਾ ਕੀ ਕਨੈਕਸ਼ਨ ਹੈ, ਇਸ ਤੋਂ ਵੀ ਅਸੀਂ ਪਰਦਾ ਚੁੱਕਾਂਗੇ। ਇਸ ਪੂਰੀ ਕਹਾਣੀ ਜਾਣਨ ਦੇ ਲਈ ਆਓ ਚੱਲਦੇ ਹਾਂ ਇੰਦਰਜੀਤ ਸਿੰਘ ਰਾਣਾ ਦੇ ਘਰ। ਪੰਜਾਬ ਦੇ ਵਿੱਚ ਕਰੋਨਾ ਵਾਇਰਸ ਕਰਕੇ ਲਾਕਡਾਊਨ ਹੋਇਆ ਤਾਂ ਪੰਜਾਬ ਦੇ ਬਹੁਤ ਸਾਰੇ ਘਰਾਂ ਦੇ ਵਿੱਚ ਬੇਸ਼ੱਕ ਸ਼ਹਿਨਾਈਆਂ, ਧੂਮ ਧੜਕੇ, ਡੀਜੇ, ਬੈਂਡ ਬਾਜੇ ਨਹੀਂ ਵੱਜੇ, ਪਰ ਵਿਆਹਾਂ ਦਾ, ਸਾਦੇ ਵਿਆਹਾਂ ਦਾ ਟ੍ਰੈਂਡ ਸ਼ੁਰੂ ਹੋ ਗਿਆ। ਗੜਸ਼ੰਕਰ ਦੇ ਪਿੰਡ ਸਮੁੰਦੜਾ ਦੇ ਵਿੱਚ ਬੈਠੇ ਹਾਂ, ਜਿੱਥੇ ਇੱਕ ਪਰਿਵਾਰ ਦੇ ਵੱਲੋਂ shaadi.com ਦੇ ਉੱਤੇ ਇੱਕ ਰਿਸ਼ਤਾ ਦੇਖਿਆ। ਕੁੜੀ ਦੀ ਤੇ ਮੁੰਡੇ ਦੀ ਜਾਣ ਪਹਿਚਾਣ ਹੁੰਦੀ ਹੈ, ਗੱਲਬਾਤ ਚੱਲਦੀ ਹੈ। WhatsApp ਦੇ ਉੱਤੇ ਇੱਕ ਦੂਸਰੇ ਨੂੰ ਫੋਟੋਆਂ ਦਿਖਾਈਆਂ ਜਾਂਦੀਆਂ ਨੇ, ਇੱਕ ਦੂਸਰੇ ਨੂੰ ਪਸੰਦ ਕੀਤਾ ਜਾਂਦਾ ਹੈ। ਗੱਲ ਪਰਿਵਾਰ ਤੱਕ ਪਹੁੰਚਦੀ ਹੈ ਤੇ ਪਰਿਵਾਰਾਂ ਦੇ ਵੱਲੋਂ
ਆਉਣ ਵਾਲੇ 2 ਦਿਨਾਂ ਦੇ ਅੰਦਰ ਅੰਦਰ ਰਿਸ਼ਤਾ ਤੈਅ ਕਰਕੇ ਚੁੰਨੀ ਚੜਾਵਾ ਕਰਕੇ ਇੱਕ ਸਾਦਾ ਵਿਆਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਸਮਾਜ ਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਜਿਉਂ ਹੀ ਵਿਆਹ ਤੋਂ 2-3 ਦਿਨ ਵੱਧਦੇ ਨੇ ਤਾਂ ਪਰਿਵਾਰ ਦੇ ਨਾਲ, ਮੁੰਡੇ ਵਾਲੇ ਪਰਿਵਾਰ ਦੇ ਨਾਲ ਇੱਕ ਅਜਿਹੀ ਘਟਨਾ ਵਾਪਰਦੀ ਹੈ ਕਿ ਮੁੰਡੇ ਦੇ ਪਰਿਵਾਰ ਦੇ ਪੈਰਾਂ ਦੇ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ, ਕਿਉਂਕਿ ਉਹ ਮੁੰਡਾ ਇੱਕ ਕੁੜੀ ਦੇ ਵੱਲੋਂ ਵਿਆਹ ਦੇ ਝਾਂਸੇ ਦੇ ਵਿੱਚ ਆ ਕੇ ਧੋਖਾਧੜੀ ਦਾ ਸ਼ਿਕਾਰ ਹੋ ਜਾਂਦਾ ਹੈ। ਕੀ ਇਹ ਕਹਾਣੀ, ਕੀ ਇਸ ਕਹਾਣੀ ਦਾ shaadi.com ਦੇ ਨਾਲ ਕਨੈਕਸ਼ਨ ਹੈ, ਇਹ ਪੂਰੀ ਗੱਲਬਾਤ ਸਾਡੇ ਨਾਲ ਸਾਂਝੀ ਕਰਨ ਦੇ ਲਈ ਇੰਦਰਜੀਤ ਰਾਣਾ ਪਿੰਡ ਸਮੁੰਦੜਾ ਦੇ ਨੌਜਵਾਨ ਜਿਨ੍ਹਾਂ ਦੇ ਨਾਲ ਇਹ ਧੋਖਾਧੜੀ ਹੋਈ ਹੈ ਮੌਜੂਦ ਨੇ। ਇੰਦਰਜੀਤ ਜੀ, ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗਾ, ਲਾਕਡਾਊਨ ਦੇ ਦੌਰਾਨ ਇਹ ਜਿਹੜੀ ਪੂਰੀ ਘਟਨਾ ਵਾਪਰੀ ਹੈ, ਜਾਣਨਾ ਚਾਹੂੰਗਾ ਕਿੱਥੋਂ ਇਹ ਸਿਲਸਿਲਾ ਸ਼ੁਰੂ ਹੋਇਆ ਸੀ, ਕਿਵੇਂ ਉਸ ਕੁੜੀ ਦੇ ਨਾਲ ਜਾਣ ਪਛਾਣ ਹੋਈ, ਮੈਂ ਸਾਰਾ ਤੁਹਾਡੇ ਤੋਂ ਵਿਸਤਾਰ 'ਚ ਜਾਣਨਾ ਚਾਹੂੰਗਾ। ਪਹਿਲਾਂ ਤਾਂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਾਡੀ ਕਹਾਣੀ ਸੁਣਨ ਲਈ ਇੱਥੇ ਆਏ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ। ਪਰ ਇਹ ਗੱਲ ਸ਼ੁਰੂ ਹੋਈ ਹੈ ਜੀ shaadi.com ਤੋਂ। shaadi.com 'ਚ ਮੇਰੀ ਪ੍ਰੋਫਾਈਲ ਬਣੀ ਸੀ ਰਿਸ਼ਤੇ ਵਾਸਤੇ, ਤਾਂ ਉੱਥੇ ਪਾਰੁਲ ਯਾਦਵ ਨਾਂ ਦੀ ਕੁੜੀ ਨੇ ਮੈਨੂੰ ਕੰਟੈਕਟ ਕੀਤਾ। ਉਹਨੇ ਮੈਨੂੰ ਮੈਸੇਜ ਕੀਤਾ ਵੀ ਅਸੀਂ ਤੁਹਾਨੂੰ ਪਸੰਦ ਕਰਦੇ ਹਾਂ ਅਤੇ ਤੁਸੀਂ ਜਾਂ ਤਾਂ ਤੁਸੀਂ ਮੇਰੇ ਘਰਦਿਆਂ ਨਾਲ ਕੰਟੈਕਟ ਕਰ ਲਓ ਜਾਂ ਮੈਂ ਤੁਹਾਨੂੰ ਆਪਣਾ ਨੰਬਰ ਦੇ ਦਿੰਦੀ ਹਾਂ, ਤਾਂ ਤੁਸੀਂ ਆਪਣੇ ਘਰਦਿਆਂ ਤੋਂ ਮੇਰੇ ਨਾਲ ਕੰਟੈਕਟ ਕਰਵਾ ਦਿਓ। ਤਾਂ ਮੇਰੀ ਮੰਮੀ ਨੇ ਨੰਬਰ ਲੈਣ ਤੋਂ ਬਾਅਦ ਉਹਨਾਂ ਦੇ ਮਾਪੇ ਦੇ ਨਾਲ ਗੱਲ ਕੀਤੀ, ਤਾਂ ਉਹਦੇ ਪਾਰੁਲ ਯਾਦਵ ਦੇ ਮਦਰ ਫਾਦਰ ਕਹਿੰਦੇ ਆ ਵੀ ਸਾਨੂੰ ਸਭ ਕੁਝ ਠੀਕ ਹੈ, ਪਰ ਅਸੀਂ ਇੱਕ ਵਾਰੀ ਤੁਹਾਡਾ ਘਰ-ਬਾਰ ਆ ਕੇ ਦੇਖਣਾ ਚਾਹੁੰਦੇ ਹਾਂ। ਪਰ ਉਹਨਾਂ ਨੂੰ ਸਾਡੇ ਐਡਰੈਸ ਨਹੀਂ ਪ੍ਰੋਪਰ ਪਤਾ ਸੀ। ਫਿਰ ਸਾਡੀ ਆਪਸੀ ਗੱਲਬਾਤ ਹੋਣ ਤੋਂ ਬਾਅਦ ਮੈਂ ਉਹਨਾਂ ਨੂੰ ਰਾਜਸਥਾਨ ਲੈਣ ਗਿਆ ਅਤੇ ਉੱਥੋਂ ਉਹਦੀ ਮੰਮੀ ਡੈਡੀ ਉਹਦੇ ਭੈਣ ਮੇਰੇ ਨਾਲ ਗੱਡੀ 'ਚ ਬੈਠ ਕੇ ਇੱਥੇ 3 ਤਰੀਕ ਨੂੰ ਸਾਡੇ ਘਰ ਆਏ ਅਤੇ ਸਾਡੇ ਘਰ-ਬਾਰ ਦੇਖ ਕੇ, ਜ਼ਮੀਨ ਜਾਇਦਾਦ ਦੇਖ ਕੇ ਕਹਿੰਦੇ ਸਾਡੀ ਹਾਂ ਆ ਵੀ ਹੁਣ ਤੁਸੀਂ ਸਾਡੇ ਨਾਲੇ ਚੱਲੋ। ਅਤੇ ਨਾਲੇ ਚੱਲ ਕੇ ਵੀ ਅੱਜੇ ਤੁਸੀਂ ਤੁਹਾਨੂੰ ਅਸੀਂ ਕੁੜੀ ਤੋਰ ਦੇਣੀ ਆ, ਚੁੰਨੀ ਚੜਾ ਕੇ ਲੈ ਜਾਓ, ਕਿਉਂਕਿ ਕਰੋਨਾ ਦੇ ਚੱਕਰ ਕਰਕੇ ਅੱਜ ਕੱਲ੍ਹ ਵੀ ਨਾ ਕੋਈ ਮੰਦਿਰ ਖੁੱਲ੍ਹੇ ਆ, ਨਾ ਕੋਈ ਗੁਰਦੁਆਰੇ ਖੁੱਲ੍ਹੇ ਆ। ਸਾਨੂੰ ਵੀ ਉਹਨਾਂ ਦਾ ਕੋਈ ਸ਼ੱਕ ਨਹੀਂ ਪਿਆ ਵੀ ਉਹ ਸਾਡੇ ਨਾਲ ਕੋਈ ਚਾਲ ਖੇਲਣੀ ਚਾਹੁੰਦੇ ਆ ਜਾਂ ਕੁਝ ਵੀ ਕਰਨਾ ਚਾਹੁੰਦੇ ਆ। ਤਾਂ ਅਸੀਂ, ਮੈਂ ਔਰ ਮੇਰੀ ਮੰਮੀ ਨੇ ਆਪਸ ਸਲਾਹ ਕੀਤੀ, ਤਾਂ ਸਾਨੂੰ ਵੀ ਸਹੀ ਲੱਗੀ ਗੱਲ। ਅਸੀਂ ਉਹਨਾਂ ਦੇ ਨਾਲ ਵੈਸੇ ਵੀ ਛੱਡਣ ਜਾਣਾ ਸੀ ਉਹਨਾਂ ਨੂੰ, ਰਾਜਸਥਾਨ ਚਲੇ ਗਏ, ਹਨੂੰਮਾਨਗੜ੍ਹ ਜ਼ਿਲ੍ਹੇ 'ਚ ਉੱਥੇ ਗਏ। ਤਾਂ ਅਸੀਂ 3 ਤਰੀਕ ਨੂੰ ਤਕਰੀਬਨ 8 ਵਜੇ ਉਹਨਾਂ ਦੇ ਰਾਤ ਘਰ ਪਹੁੰਚੇ। ਘਰ ਪੁੱਜ ਕੇ ਉਹਨੇ ਸ਼ਗਨ ਵਿਹਾਰ ਕੀਤੇ ਜੋ ਵੀ, ਅਤੇ ਅਸੀਂ ਉਹਨਾਂ ਦੇ ਚੁੰਨੀ ਚੜ੍ਹਾਈ ਅਤੇ ਜੋ ਵੀ ਸਾਡੇ ਸ਼ਗਨ ਵਿਹਾਰ ਬਣਦੇ ਸੀ ਉਹਨਾਂ ਨੂੰ ਕਰਕੇ ਅਤੇ ਵਾਪਸ ਘਰ ਲੈ ਆਏ। ਅਤੇ 4 ਤਰੀਕ ਨੂੰ ਅਸੀਂ ਤੜਕੇ 3-4 ਵਜੇ ਦੇ ਕਰੀਬ ਅਸੀਂ ਆਪਣੇ ਪਿੰਡ ਇੱਥੇ ਸਮੁੰਦੜਾ ਪੁੱਜੇ ਅਤੇ ਸਵੇਰ ਨੂੰ ਮੱਥਾ ਵਗੈਰਾ ਟੇਕਿਆ ਸੀ ਸ਼ਿਵ ਮੰਦਿਰ 'ਚ। ਉਸ ਤੋਂ ਬਾਅਦ ਅਸੀਂ 2 ਦਿਨ ਘੁੰਮਣ ਚਲੇ ਗਏ ਅਨੰਦਪੁਰ ਸਾਹਿਬ, ਅਤੇ 2 ਦਿਨ ਬਾਹਰ ਰਹਿਣ ਤੋਂ ਬਾਅਦ ਉਹ ਫਿਰ ਘਰ ਆ ਕੇ ਕਹਿਣ ਲੱਗ ਪਈ ਮੈਂ 5-4 ਦਿਨ ਕਿਤੇ ਆਪਣੇ ਪੇਕੇ ਘਰ ਵਾਪਸ ਜਾਣਾ ਚਾਹੁੰਦੀ ਹਾਂ। ਰਾਜਸਥਾਨ ਜਾਣਾ ਚਾਹੁੰਦੀ ਸੀ? ਰਾਜਸਥਾਨ ਜਾਣਾ ਚਾਹੁੰਦੀ ਹੈ ਜੀ। ਪਰ ਫਿਰ ਮੈਂ ਉਹਦੇ ਡੈਡੀ ਨਾਲ ਗੱਲ ਕੀਤੀ ਵੀ ਇਹ ਵਾਪਸ ਆਉਣਾ ਚਾਹੁੰਦੀ ਹਾਂ, ਵੀ ਤੁਸੀਂ ਆਪਣੀ ਕੁੜੀ ਨਾਲ ਗੱਲ ਕਰੋ, ਹਜੇ ਤਾਂ 3-4 ਦਿਨ ਹੋਏ ਆ ਵਿਆਹ ਹੋਏ ਨੂੰ। ਚਲੋ ਉਹਦੇ ਫਾਦਰ ਸਾਹਿਬ ਕਹਿੰਦੇ ਵੀ ਮੈਂ ਗੱਲ ਕਰਦਾ ਕੁੜੀ ਨਾਲ, ਵੀ ਮੈਂ ਸਮਝਾਉਣਾ। ਫਿਰ ਉਹਦੇ ਫਾਦਰ ਸਾਹਿਬ ਕਹਿੰਦੇ ਵੀ ਇਹ ਮੈਂ ਹੀ ਆਉਣਾ ਇਹਨੂੰ ਲੈਣ, ਫਿਰ ਮੈਂ ਆਪਣੇ ਘਰ ਲਿਆ ਕੇ ਇਹਨੂੰ ਸਮਝਾਊਂਗਾ। ਸਾਨੂੰ ਨਹੀਂ ਪਤਾ ਤਾ ਵੀ ਉਹਨਾਂ ਦੇ ਸਾਰੇ ਪਰਿਵਾਰ ਦੀ ਆਪਸੀ ਗੇਮ ਹੀ ਹੈ, ਇਹ ਸਾਰੇ ਸਾਡੇ ਨਾਲ ਖੇਲਦੇ ਆ। ਫਿਰ ਇਹਦੇ ਡੈਡੀ ਲੈਣ ਆਏ 8 ਤਰੀਕ ਨੂੰ, ਤਕਰੀਬਨ ਦੁਪਹਿਰ ਨੂੰ 12-1 ਵਜੇ ਦੇ ਕਰੀਬ ਉਹ ਸਾਡੇ ਘਰ ਪਹੁੰਚੇ। ਅਤੇ ਪਾਰੁਲ ਸਾਰਾ ਸਮਾਨ ਆਪਣਾ ਵਗੈਰਾ ਬੈਗ ਪੈਕ ਕਰਕੇ, ਸਾਨੂੰ ਕੋਈ ਸ਼ੱਕ ਨਹੀਂ ਸੀ ਉਸ ਟਾਈਮ ਤੱਕ ਵੀ ਇਹ ਸਾਡੇ ਨਾਲ ਕੋਈ ਇੱਦਾਂ ਦਾ ਗਲਤ ਕਰੂੰਗੇ। ਆਪਣਾ ਸਾਰਾ ਸਮਾਨ ਵਗੈਰਾ ਪੈਕ ਕਰਕੇ ਆਪਣੇ ਡੈਡੀ ਨਾਲ ਗੱਡੀ ਚਲੇ ਗਈ। ਅਤੇ ਜਾਣ ਤੋਂ ਬਾਅਦ ਜਦ ਅਸੀਂ ਦੇਖਿਆ ਹੁਣ ਤਾਂ 5-4 ਘੰਟੇ ਹੋ ਚੁੱਕੇ ਆ ਉਹਨਾਂ ਨੂੰ ਗਿਆ ਨੂੰ, ਵੀ ਸ਼ਾਇਦ ਪੁੱਛ ਲਈਏ ਠੀਕ ਠਾਕ ਪੁੱਜ ਗਏ ਕਿ ਨਹੀਂ ਪਹੁੰਚੇ। ਫਿਰ ਅਸੀਂ ਜਦੋਂ ਇਹਨਾਂ ਨੂੰ ਸੰਪਰਕ ਕਰਨਾ ਚਾਹਿਆ ਤਾਂ ਇਹਨਾਂ ਸਭ ਦੇ ਫ਼ੋਨ ਨੰਬਰ ਸਵਿਚ ਆਫ ਅਤੇ ਬਲੌਕ ਪਾਏ ਗਏ। ਅਤੇ ਸਾਨੂੰ ਸ਼ੱਕ ਹੋਣ 'ਤੇ ਅਸੀਂ ਦੂਸਰੇ ਦਿਨ ਇਹਨਾਂ ਦੇ ਪਿੰਡ ਗਏ ਅਤੇ ਉੱਥੇ ਸਰਪੰਚ ਸਾਹਿਬ ਨੂੰ ਮਿਲੇ। ਇਹਨਾਂ ਦੇ ਸਰਪੰਚ ਸਾਹਿਬ ਹੈਗੇ ਉੱਥੇ ਨੀਰੂ ਯਾਦਵ, ਅਤੇ ਉਹਨਾਂ ਦੇ ਘਰ ਵਾਲੇ ਹੀ ਸਾਰਾ ਕੁਝ ਹੈਂਡਲ ਕਰਦੇ ਆ, ਨਰਿੰਦਰ ਯਾਦਵ। ਉਹਨਾਂ ਕੋਲ ਜਾਣ ਕੇ ਅਸੀਂ ਇੱਕ ਪੰਚ ਦੇ ਘਰ ਬੈਠ ਗਏ ਰਾਮ ਸਰੂਪ ਦੇ, ਉੱਥੇ ਸਰਪੰਚ ਸਾਹਿਬ ਅਤੇ ਬਾਕੀ ਪੰਚਾਇਤ ਆ ਗਈ ਹੈ। ਪਰ ਕੁੜੀ ਦੇ ਪਰਿਵਾਰ ਵੱਲੋਂ ਕੋਈ ਵੀ ਜਾਣਾ ਉੱਥੇ ਮੌਜੂਦ ਨਹੀਂ ਹੋਇਆ। ਹੈ ਆਪਣੇ ਘਰ 'ਚ ਸੀ ਪਰ ਸਾਡੇ ਸਾਹਮਣੇ ਨਹੀਂ ਆਏ, ਨਾ ਪੰਚਾਇਤ ਦੇ ਸਾਹਮਣੇ ਆਏ। ਉਲਟਾ ਸਾਡੇ ਨਾਲ ਉਹ ਬਦਸਲੂਕੀ ਕਰਨ ਲੱਗ ਪਏ, ਕਿਉਂਕਿ ਸਾਨੂੰ ਉੱਥੇ ਜਾ ਕੇ ਪਤਾ ਲੱਗ ਗਿਆ ਸੀ ਵੀ ਮੇਰੇ ਵਿਆਹ ਤੋਂ ਪਹਿਲਾਂ ਵੀ 2 ਵਿਆਹ ਉਹਦੇ ਹੋ ਚੁੱਕੇ ਸੀ ਲੜਕੀ ਦੇ। ਇੱਕ ਉਹਦਾ ਵਿਆਹ ਦਸੰਬਰ 2018 'ਚ ਦੀਪਕ ਨਾਮ ਦੇ ਬੰਦੇ ਨਾਲ ਹਿਸਾਰ ਵਿੱਚ ਹੋਇਆ ਸੀ, ਅਤੇ ਦੂਸਰਾ ਵਿਆਹ ਉਹਦਾ 26 ਜੂਨ 2020 ਨੂੰ ਦੀਪ ਨਾਂ ਦੇ ਮੁੰਡੇ ਨਾਲ ਜਲੰਧਰ ਵਿੱਚ ਹੋਇਆ, ਜਦ ਕਿ ਤੀਜਾ ਵਿਆਹ ਮੇਰੇ ਨਾਲ ਇਹਦਾ 4 ਜੁਲਾਈ ਨੂੰ ਹੋਇਆ ਜੀ। ਇਹ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਵੀ ਉਹਦੇ ਪਹਿਲਾਂ ਵੀ 2 ਵਿਆਹ ਹੋ ਚੁੱਕੇ ਸੀਗੇ, ਇਹ ਕਿਵੇਂ ਰਿਸਰਚ ਕਿਵੇਂ ਬਾਅਦ 'ਚ ਕੀਤੀ? ਕਿਉਂਕਿ ਪਹਿਲਾਂ ਤੁਹਾਨੂੰ ਇਹ ਰਿਸਰਚ ਕਰਨੀ ਚਾਹੀਦੀ ਸੀ, ਬਾਅਦ 'ਚ ਕਿਵੇਂ ਫਿਰ ਕੀਤੀ? ਪਹਿਲਾਂ ਤਾਂ ਦੇਖੋ ਜੀ ਅਸੀਂ ਵਿਸ਼ਵਾਸ 'ਚ ਆ ਗਏ, ਕਿਉਂਕਿ ਸਾਨੂੰ ਬਹੁਤਾ ਟਾਈਮ ਹੀ ਨਹੀਂ ਮਿਲਿਆ ਵੀ ਅਸੀਂ ਕਿਉਂਕਿ ਜਾਂਚ ਪੜਤਾਲ ਕਰ ਸਕੀਏ, ਕਿਉਂਕਿ ਉਹਨੇ ਭਰੋਸੇ 'ਚ ਹੀ ਸਾਨੂੰ ਇੱਦਾਂ ਲੈ ਲਿਆ ਵੀ ਤਾਂ ਕਰਕੇ
ਸਾਡੇ ਮਨ 'ਚ ਕੋਈ ਸ਼ੱਕ ਹੀ ਨਹੀਂ ਆਇਆ ਇਦਾਂ ਦਾ। ਫਿਰ ਜਦ ਅਸੀਂ ਉਹਨਾਂ ਦੇ ਪਿੰਡ ਗਏ ਤਾਂ ਪਿੰਡ ਵਾਸੀਆਂ ਵੱਲੋਂ ਸਾਨੂੰ ਦੱਸਿਆ ਗਿਆ ਵੀ ਤੁਸੀਂ ਕੌਣ, ਇਹਦੇ ਵੀ ਕਿਆ ਲੱਗਦੇ ਇਹਦੇ। ਮੈਂ ਕਿਹਾ ਮੈਂ ਉਹਦਾ ਹਸਬੈਂਡ ਹੈ ਵੀ ਤੀਸਰਾ। ਉਹ ਕਹਿੰਦੇ ਇਹਦੇ ਤਾਂ ਪਹਿਲਾਂ ਹੀ ਵਿਆਹ ਹੋ ਚੁੱਕਿਆ ਇਹਦਾ, ਵੀ ਤੁਹਾਨੂੰ ਪਹਿਲਾਂ ਆਲੇ ਦੁਆਲੇ ਪਹਿਲਾਂ ਪਤਾ ਕਰਨਾ ਚਾਹੀਦੀ ਸੀ, ਕਿਸੇ ਨਾਲ ਗੱਲ ਕਰਦੇ, ਆਂਢੀ ਗੁਆਂਢੀ ਨਾਲ ਪੜਤਾਲ ਕਰਦੇ, ਫਿਰ ਤੁਸੀਂ ਵਿਆਹ ਕਰਦੇ। ਪਰ ਹੁਣ ਚਲੋ ਅਸੀਂ ਨਹੀਂ ਕੀਤਾ, ਵਿਸ਼ਵਾਸ 'ਚ ਫਸ ਗਏ। ਤਾਂ ਹੁਣ ਸਾਨੂੰ ਪਤਾ ਲੱਗਿਆ ਜੀ ਇਹਦੇ 3 ਵਿਆਹ ਹੋ ਗਏ ਆ ਜੀ, ਤੀਸਰਾ ਮਹੀਨਾ 2 ਪਹਿਲਾਂ ਵੀ ਹੋ ਗਏ ਆ ਜੀ। ਜਦੋਂ ਇਹ ਸਿਲਸਿਲਾ ਸ਼ੁਰੂ ਹੋਇਆ ਸੀ, ਤੁਹਾਨੂੰ shaadi.com ਦੇ ਉੱਤੇ ਉਹਨਾਂ ਦੀ ਪ੍ਰੋਫਾਈਲ ਮਿਲੀ, ਤੁਸੀਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਿਵੇਂ ਹੋਇਆ? ਗੱਲਬਾਤ ਦਾ ਸਿਲਸਿਲਾ ਇਦਾਂ ਸ਼ੁਰੂ ਹੋਇਆ ਜੀ, ਇਹਨੇ ਮੈਨੂੰ ਇੰਟਰਸਟ ਸੈਂਡ ਕੀਤਾ ਇਹਦੇ ਤੇ shaadi.com ਤੇ ਮੇਰੀ ਆਈਡੀ ਬਣੀ ਸੀ। ਤਾਂ ਮੈਂ ਚੈੱਕ ਕੀਤਾ ਤਾਂ ਇੱਕ ਪਾਰੁਲ ਯਾਦਵ ਨਾਂ ਦੀ ਕੁੜੀ ਸੀ, ਉਹਦੀਆਂ ਫੋਟੋਆਂ ਸੀਗੀਆਂ ਵੀ ਐਮਐਡ ਕੀਤੀ ਹੈ, ਵਧੀਆ ਫੈਮਿਲੀ ਹੈ, ਵੀ 4 ਮੈਂਬਰ ਆ ਘਰ 'ਚ, 2 ਭੈਣਾਂ ਹੈ, ਵੀ ਮੰਮੀ ਡੈਡੀ ਹੈ। ਅਸੀਂ ਸੋਚਿਆ ਬੜੀ ਵਧੀਆ ਪੜ੍ਹੀ ਲਿਖੀ ਤੇ ਛੋਟੀ ਫੈਮਿਲੀ ਹੈ, ਸਾਨੂੰ ਵੀ ਵੈਸੇ ਪੜ੍ਹੀ ਲਿਖੀ ਕੁੜੀ ਚਾਹੀਦੀ ਸੀਗੀ ਤੇ ਬਾਕੀ ਘਰ-ਬਾਰ ਸਾਂਭਣ ਵਾਸਤੇ। ਪਰ ਸਾਨੂੰ ਜਦ ਉਹਨੇ ਮੈਸੇਜ ਪਹਿਲਾਂ ਸ਼ੁਰੂ ਕੀਤਾ, ਫਿਰ ਉਹਦੇ ਵੱਲੋਂ ਸ਼ੁਰੂਆਤ ਕੀਤੀ ਗਈ ਸਾਨੂੰ ਪਹਿਲਾਂ ਮੈਸੇਜ ਕਰਨ ਦੀ, ਸਾਡੇ ਵੱਲੋਂ ਨਹੀਂ ਹੋਈ। ਜਦੋਂ ਗੱਲਬਾਤ ਕਰਦੀ ਸੀ ਕਿ ਕਿੱਦਾਂ ਦਾ ਉਹ ਬਿਹਾਰ ਕਿੱਦਾਂ ਦਾ ਸੀਗਾ, ਗੱਲਬਾਤ ਤੋਂ ਤੁਹਾਨੂੰ ਸ਼ੱਕ ਨਹੀਂ ਹੋਇਆ? ਜਾਂ ਜਦੋਂ ਗੱਲਬਾਤ ਕਰਦੀ ਸੀ ਕਿੱਦਾਂ ਦੀਆਂ ਗੱਲਾਂ ਕਰਦੀ ਸੀ? ਨਹੀਂ, ਜਦ ਸਾਡੇ ਨਾਲ ਗੱਲਬਾਤ ਸ਼ੁਰੂ ਹੋਈ ਤਾਂ ਬਹੁਤ ਸਾਨੂੰ ਇਦਾਂ ਲੱਗਿਆ ਵੀ ਬਹੁਤ ਸ਼ਰੀਫ ਘਰ ਦੀ ਵੀ ਕੁੜੀ ਹੈ, ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਹੋਣ ਦਿੱਤਾ। ਉਹ ਤਾਂ ਕਹਿੰਦੀ ਸੀ ਸਾਨੂੰ ਚਾਹੀਦਾ ਸੀ ਵੀ ਲੜਕੀ ਇਦਾਂ ਹੀ ਚਾਹੀਦੀ ਜਿਹੜੀ ਮੇਰੀ ਤੇ ਮੇਰੇ ਘਰਦਿਆਂ ਦੀ ਰਿਸਪੈਕਟ ਕਰੇ। ਪਰ ਸਾਨੂੰ ਪਹਿਲੀ ਸ਼ੁਰੂਆਤੀ ਗੱਲਬਾਤ ਤੋਂ ਇੱਦਾਂ ਲੱਗਿਆ ਵੀ ਉਹ ਬਹੁਤ ਸ਼ਰੀਫ ਹੈ, ਪਰ ਸਾਨੂੰ ਨਹੀਂ ਪਤਾ ਸੀ ਇਹ ਚਾਲ ਹੀ ਖੇਲਦੇ ਇਦਾਂ, ਵੀ ਸਾਡੇ ਤੋਂ ਪਹਿਲਾਂ ਵੀ 2 ਜਣੇ ਹੋਰ ਠੱਗ ਚੁੱਕੇ ਆ ਇਹ। ਜਦੋਂ ਤੁਹਾਡੇ ਘਰ ਚੋਂ ਸਮਾਨ ਵੀ ਪਤਾ ਲੱਗਿਆ ਵੀ ਲੈ ਕੇ ਗਏ ਆ, ਬਹੁਤ ਸਾਰਾ ਸੋਨੇ ਦੇ ਗਹਿਣੇ ਵੀ ਲੈ ਗਏ ਨੇ, ਤੁਸੀਂ ਕਿੰਨਾ ਕੁ ਤੁਹਾਡੇ ਘਰ ਦਾ ਨੁਕਸਾਨ ਤੁਸੀਂ ਗਿਣਿਆ ਹੋਊਗਾ, ਦੇਖਿਆ ਹੋਊਗਾ, ਕਿੰਨੇ ਕੁ ਪੈਸੇ ਲੈ ਗਏ, ਕਿੰਨੇ ਕੁ ਗਹਿਣੇ ਲੈ ਗਏ ਨੇ? ਹਾਂਜੀ, ਸਾਡਾ ਤਕਰੀਬਨ 5.5 ਲੱਖ ਰੁਪਈਆ ਕੈਸ਼ ਜੀ, ਤੇ 18 ਤੋਂ 20 ਤੋਲੇ ਸੋਨਾ, ਜਿਹੜਾ ਤਕਰੀਬਨ ਕੈਸ਼ ਦੇ ਵਿੱਚ ਸੋਨਾ ਪਾ ਕੇ 15 ਕੁ ਲੱਖ ਦੇ ਕਰੀਬ ਬਣਦਾ ਜੀ, ਜਿਹੜਾ ਸਾਡਾ ਨੁਕਸਾਨ ਹੋ ਚੁੱਕਿਆ ਹੈ ਜੀ। ਸਾਰਾ ਸੋਨਾ ਤੁਹਾਡੇ ਵੱਲੋਂ ਪਾਇਆ ਗਿਆ ਸੀ ਉਹਨਾਂ ਨੂੰ? ਹਾਂਜੀ, ਸਾਰਾ ਸੋਨਾ ਸਾਡੇ ਵੱਲੋਂ ਪਾਇਆ ਗਿਆ ਸੀ, ਉਹਨਾਂ ਵੱਲੋਂ ਕੁਝ ਵੀ ਨਹੀਂ ਪਾਇਆ ਗਿਆ। ਉਹਨਾਂ ਨੇ ਸਿਰਫ ਇੱਕ ਸੂਟ ਤੇ 1100 ਰੁਪਈਆ ਦਿੱਤਾ ਸੀ ਮੈਨੂੰ। ਮਤਲਬ ਇਹਦੇ ਵਿਆਹ ਦੇ ਵਿੱਚ ਕੋਈ ਦਾਜ ਨਹੀਂ ਸੀਗਾ? ਕੋਈ ਕੋਈ ਦਾਜ ਨਹੀਂ ਸੀ, ਕਿਉਂਕਿ ਅਸੀਂ ਪਹਿਲਾਂ ਹੀ ਦਾਜ ਦੇ ਖਿਲਾਫ ਹੈ। ਅਸੀਂ ਕਿਹਾ ਸੀ ਵੀ ਰੱਬ ਦਾ ਦਿੱਤਾ ਬਹੁਤ ਕੁਝ ਹੈ, ਅਸੀਂ ਇਦਾਂ ਦੇ ਕੰਮ 'ਚ ਨਹੀਂ ਪੈਣਾ, ਕਿਉਂਕਿ ਸਾਡੀ ਪੜ੍ਹੀ ਲਿਖੀ ਫੈਮਿਲੀ ਹੈ। ਅਸੀਂ ਨਹੀਂ ਚਾਹੁੰਦੇ ਸੀ ਵੀ ਕਿਸੇ ਤੋਂ ਕੁਝ ਲਿਆ ਜਾਵੇ। ਪਰ ਹੁਣ ਸਾਨੂੰ ਕਿਆ ਪਤਾ ਸੀ ਵੀ ਇੰਨੇ, ਅਸੀਂ ਤਾਂ ਆਪਣੇ ਵੱਲੋਂ ਵਧੀਆ ਲਈ ਕੀਤਾ ਸੀ ਵੀ ਅਸੀਂ ਇਹਨਾਂ ਦੇ ਸ਼ਿਕਾਰ ਹੋ ਜਾਵਾਂਗੇ ਜੀ। ਇੰਦਰਜੀਤ ਦੇ ਮਾਤਾ ਵੀ ਸਾਡੇ ਨਾਲ ਹੈ। ਆਂਟੀ ਜੀ, ਤੁਹਾਡੇ ਨਾਲ ਵੀ ਉਹਨਾਂ ਨੇ 2-3 ਦਿਨ ਦਾ ਸਮਾਂ ਬਿਤਾਇਆ ਹੋਊਗਾ ਘਰੇ, ਜਦੋਂ ਪਾਰੁਲ ਜਿਹੜੀ ਤੁਹਾਡੀ ਨੂੰਹ ਸੀਗੀ ਜਿਹਨਾਂ ਨਾਲ ਵਿਆਹ ਹੋਇਆ ਤੁਹਾਡੇ ਬੇਟੇ ਦਾ, ਆਈ ਘਰੇ, ਉਦੋਂ ਕਿੱਦਾਂ ਦਾ ਤੁਹਾਡੇ ਨਾਲ ਵਰਤਾਅ ਕਿਵੇਂ ਦਾ ਸੀ? ਬਹੁਤ ਚੰਗਾ ਜੀ, ਮੇਰੇ ਨਾਲ ਬਹੁਤ ਚੰਗਾ। ਉਹਦੇ ਨਾਲ ਉਹ ਤਾਂ ਜੀ ਬਿਹਾਰ ਤਾਂ ਮੇਰੀ ਕੁੜੀਆਂ ਨਾਲ ਵੀ ਗੱਲਾਂ ਕਰਦੀ ਸੀ, ਉਹਨਾਂ ਨਾਲ ਵੀ ਬਹੁਤ ਚੰਗਾ ਤਾਂ। ਉਹਨਾਂ ਨੂੰ ਕਹਿੰਦੀ ਸੀ ਤੁਸੀਂ ਆਓ ਦੀਦੀ। ਤਾਂ ਫਿਰ ਉਹਦੀ ਮੰਮੀ ਦਾ ਫੋਨ ਆਇਆ, ਕਹਿੰਦੀ ਵੀ ਅਸੀਂ 16 ਤਰੀਕ ਨੂੰ, ਇਹ 16 ਤੋਂ ਬਾਅਦ ਅਸੀਂ 19 ਤਰੀਕ ਜਿਹੜਾ ਆਣਾ ਹੈ ਜੀ, ਤਾਂ ਉਹਨੂੰ ਅਸੀਂ ਮਤਲਬ ਜੋ ਵੀ ਫੰਕਸ਼ਨ ਕਰਨਾ ਤੁਸੀਂ ਆਪਣੀ ਕੁੜੀਆਂ ਨੂੰ ਵੀ ਬੁਲਾ ਲਓ, ਵੀ ਜਿੱਦਾਂ ਪੇਟੀ ਖਲਾਈ ਵਗੈਰਾ ਕੁਝ ਹੁੰਦਾ ਵੀ ਅਸੀਂ ਕੁੜੀਆਂ ਨੂੰ ਵੀ। ਮੈਂ ਉਹਨਾਂ ਨੂੰ ਕਿਹਾ ਵੀ ਸਾਨੂੰ ਕਾਸੀ ਦੀ ਲੋੜ ਨਹੀਂ ਹੈ, ਵੀ ਸਾਨੂੰ ਕੁੜੀ ਚੰਗੀ ਚਾਹੀਦੀ, ਰਿਸਪੈਕਟ ਵਾਲੀ, ਵੀ ਤਾਂ ਘਰ ਸਾਂਭਣ ਵਾਲੀ ਚਾਹੀਦੀ ਹੈ। ਤਾਂ ਉਹ ਕਹਿੰਦੀ ਨਹੀਂ ਜੋ ਕਾਰ ਬਿਹਾਰ। ਅਸੀਂ ਫਿਰ ਉਹਨਾਂ ਨੂੰ ਨਾ ਦਿੱਤੀ, ਪਰ ਸਾਨੂੰ ਨਹੀਂ ਸੀ ਪਤਾ ਵੀ ਇਹਦੀ ਜਿਹੜੇ ਵੀ ਆ ਹੈ ਇਹਨਾਂ ਦੀ ਮਨਸਾ ਵੀ ਸਾਨੂੰ ਠਗਣ ਦੀ ਤੇ ਵੀ ਉਹਨਾਂ 16 ਕਿਉਂ ਕਰਦੇ ਰਹੇ। ਜਦ ਸਾਨੂੰ ਫਿਰ ਉੱਥੇ ਜਾ ਕੇ ਪਿੰਡ ਗਏ ਤਾਂ ਸਾਨੂੰ ਪਤਾ ਲੱਗਾ ਵੀ ਇਹਦੀ 16 ਤਰੀਕ ਕੋਰਟ ਵਿੱਚ ਦੀ, ਹਿਸਾਰ ਵਾਲੇ ਕੇਸ ਦੀ, ਜਿਹੜਾ ਪਹਿਲਾਂ ਵਿਆਹ ਹੋਇਆ ਸੀ ਉਸ ਮਾਮਲੇ। ਹਾਂਜੀ, ਉਹਦੀ 16 ਤਰੀਕ ਕੋਰਟ ਵਿੱਚ ਦੀ ਜੀ, ਉਹ ਤਲਾਕ ਦੀ। ਇਸ ਕਰਕੇ ਉਹ ਸਾਡੇ ਮਤਲਬ ਜਦੋਂ ਤੁਹਾਡੇ ਬੇਟੇ ਦੀ shaadi.com ਦੇ ਉੱਤੇ ਗੱਲਬਾਤ ਸ਼ੁਰੂ ਹੋਈ, ਤੁਸੀਂ ਵੀ ਫੋਨ ਤੇ ਗੱਲਬਾਤ ਕੀਤੀ, ਉਦੋਂ ਕਿੱਦਾਂ ਦੀਆਂ ਗੱਲਾਂ ਕਰਦੀ? ਬਹੁਤ ਵਧੀਆ ਜੀ, ਬਹੁਤ ਵਧੀਆ ਸਮਾਂ। ਮੈਂ ਉਹਦੀ ਮੰਮੀ ਨੂੰ ਕਿਹਾ, ਮੈਂ ਕਿਹਾ ਤੁਸੀਂ ਤਾਂ ਗੱਲਬਾਤ ਕਰਦੇ ਵੀ ਤੁਸੀਂ ਆਪਣੀ ਬੇਟੀ ਨੂੰ ਵੀ ਇੱਕ ਵਾਰ ਪੁੱਛ ਲਓ ਵੀ ਉਹ ਵੀ ਰਾਜੀ ਹੈ। ਤਾਂ ਫਿਰ ਉਹਨੇ ਵੀ ਗੱਲ ਮੇਰੇ ਨਾਲ ਕੀਤੀ। ਮੈਂ ਉਹਨੂੰ ਇਹ ਕਿਹਾ ਵੀ ਮੇਰਾ ਬੇਟਾ ਇੰਦਰਜੀਤ ਤੁਹਾਨੂੰ ਪਸੰਦ ਹੈ? ਕਹਿੰਦੀ ਹਾਂਜੀ। ਉਹਨੇ ਪੂਰੀ ਗੱਲ ਕੀਤੀ। ਮੇਰੀ ਬੇਟੀਆਂ ਨਾਲ ਵੀ ਜਿਹੜੀ ਇਦਾਂ ਦੀ, ਤੇ ਤੁਸੀਂ ਮੰਨ ਨਹੀਂ ਸਕਦੇ ਉਹਨੂੰ ਵੀ ਇਦਾਂ ਦੇ ਧੋਖਾ ਕਰ ਸਕਦੇ। ਜਾਣ ਵੇਲੇ ਵੀ ਮੈਨੂੰ ਪੂਰਾ ਚਾਂਸੇ 'ਚ ਲਿਆ, ਮੈਂ ਆਹ ਸੂਟ ਲੈ ਲਵਾਂ, ਮੈਂ ਆਹ ਮੇਕਅਪ ਕਿੱਟ ਚੱਕ ਲਵਾਂ, ਮੈਂ ਆਹ ਪਰਸ ਲੈ ਲਵਾਂ, ਜਾਂ ਮੈਂ ਸਾਰੀ ਚੀਜ਼ਾਂ ਮਤਲਬ ਜਿੱਦਾਂ ਵੀ ਹੈ। ਮੈਂ ਤਾਂ ਫਿਰ ਚਾਹ ਬਣਾਉਣ ਲੱਗ ਗਈ। ਫਿਰ ਜਦੋਂ ਘਰੇ ਆਏ ਸੀਗੇ, ਜਦੋਂ ਉਹਨਾਂ ਦੇ ਜਿਹੜੇ ਪਿਤਾ ਜੀ ਤੁਸੀਂ ਦੱਸਦੇ ਹੋ ਵੀ ਘਰੇ ਆਏ ਹਨਾ, ਜਦੋਂ ਬੈਠੇ ਆ ਕੇ, ਉਦੋਂ ਪਾਰੁਲ ਕਿੱਥੇ ਸੀਗੀ? ਕਿਉਂਕਿ ਜਦੋਂ ਘਰ ਦੇ ਵਿੱਚ ਪ੍ਰਾਹੁਣੇ ਆਉਂਦੇ ਨੇ, ਸੁਭਾਵਿਕ ਤੌਰ ਦੇ ਤੋਂ ਜਦੋਂ ਨਵੇਂ ਪ੍ਰਾਹੁਣੇ ਆਉਂਦੇ ਨੇ ਜਿਨ੍ਹਾਂ ਨਾਲ ਨਵੀਂ ਰਿਸ਼ਤੇਦਾਰੀ ਬਣੀ ਹੁੰਦੀ, ਬੰਦਾ ਰਿਸਪੈਕਟ ਵੀ ਵੱਧ ਕਰਦਾ। ਉਹ ਕਿੱਦਾਂ ਆਏ ਸੀਗੇ ਤੁਹਾਡੇ ਘਰ, ਕਿਸ ਤਰੀਕੇ ਦੇ ਨਾਲ ਪਹੁੰਚੇ ਸੀਗੇ ਤੁਹਾਡੇ ਘਰ, ਔਰ ਜਦੋਂ ਘਰੇ ਆਏ ਤੇ ਪਾਰੁਲ ਦਾ ਉਦੋਂ ਨੇਚਰ ਕਿੱਦਾਂ ਦਾ ਸੀ? ਜਦੋਂ ਉਹਦੇ ਮੰਮੀ ਡੈਡੀ ਤੇ ਭੈਣ ਸਾਡੇ ਪਹਿਲਾਂ ਘਰ ਆਏ, ਜਦੋਂ ਉਹਨਾਂ ਨੂੰ ਲੈਣ ਗਏ ਤੇ ਤਾਂ ਉਹਨਾਂ ਨੇ ਸਾਡੇ ਘਰ ਆ ਕੇ ਮੈਨੂੰ ਕਹਿੰਦੇ ਜੈਸ ਹੈ, ਸਾਡੀ ਰਿਸ਼ਤੇ ਬਾਰੇ ਵੀ ਸਭ ਕੁਝ ਠੀਕ ਹੈ। ਤਾਂ ਫਿਰ ਮੈਨੂੰ ਕਹਿੰਦੇ ਵੀ ਚਲੋ ਤੁਸੀਂ ਇਸ ਤਰ੍ਹਾਂ ਕਰੋ ਵੀ ਹੁਣ ਨਾ ਤਾਂ ਫੇਰੇ ਹੋ ਸਕਦੇ, ਨਾ ਆਨੰਦ ਕਾਰਜ ਹੋ ਸਕਦੇ, ਵੀ ਆਪਾਂ ਨਾ ਚੁੰਨੀ ਚੜਾ ਕੇ ਕੁੜੀ ਨੂੰ ਤੋਰ ਦਿੰਦੇ, ਵੀ 16 ਤੋਂ ਬਾਅਦ ਜਿਹੜਾ ਐਤਵਾਰ ਆਉਣਾ 19 ਅਸੀਂ ਉਸ ਦਿਨ ਫੰਕਸ਼ਨ ਕਰ ਦੇਵਾਂਗੇ। ਤਾਂ ਮੈਂ ਕਿਹਾ ਚਲੋ ਠੀਕ ਹੈ। ਤਾਂ ਅਸੀਂ ਜਦੋਂ ਚੱਲ ਪਏ ਤਾਂ ਫਿਰ ਉਹਨਾਂ ਨੇ ਆਪਣੀ ਕੁੜੀ ਨੂੰ ਫੋਨ ਲਾਇਆ ਵੀ ਤੂੰ ਤਿਆਰ ਰਹੀ, ਅਸੀਂ ਆਉਂਦੇ ਹਾਂ। ਤਾਂ ਅਸੀਂ ਤਕਰੀਬਨ ਉੱਥੇ 8:30 ਵਜੇ ਰਾਤ ਨੂੰ ਪੁੱਜੇ ਉਹਨਾਂ ਦੇ ਘਰ। ਤਾਂ ਫਿਰ ਜਦੋਂ ਅਸੀਂ ਗਏ ਤਾਂ ਉਹ ਤਿਆਰ ਸੀ ਉਸ ਟਾਈਮ ਕੁੜੀ।
ਤਾਂ ਅਸੀਂ ਉਹਨਾਂ ਨੂੰ ਜਿੱਦਾਂ ਵੀ ਗਏ ਤਾਂ ਚਾਹ ਦਾ ਇੱਕ ਕੱਪ ਪੀਤਾ ਉਹਨਾਂ ਦੇ ਘਰੀਆਂ ਸੀ। ਤਾਂ ਚਾਹ ਦਾ ਕੱਪ ਪੀ ਕੇ ਤਾਂ ਫਿਰ ਕਹਿੰਦੇ ਚਲੋ ਸ਼ਗਨ ਸ਼ਾਸਤਰ ਕਰ ਲੈਂਦੇ ਹਾਂ। ਤਾਂ ਫਿਰ ਉਸ ਵੇਲੇ ਫਿਰ ਉਹਨਾਂ ਨੇ 1100 ਰੁਪਈਆ ਇੱਕ ਸੂਟ ਮੇਰੇ ਬੇਟੇ ਨੂੰ ਦਿੱਤਾ, ਤਾਂ 5100 ਰੁਪਈਆ ਮੈਂ ਕੁੜੀ ਨੂੰ ਦਿੱਤਾ, ਤਾਂ 2100 ਰੁਪਈਆ ਉਹਦੀ ਛੋਟੀ ਭੈਣ ਨੂੰ, ਤਾਂ 2100 ਰੁਪਈਆ ਕ੍ਰਿਸ਼ਨ ਜੀ ਦੇ ਅੱਗੇ ਅਸੀਂ ਚੜਾ ਦਿੱਤਾ। ਜਿਸ ਦਿਨ ਵਿਆਹ ਤੋਂ ਤੁਸੀਂ ਵਿਆਹ ਕੇ ਉਹਨੂੰ ਘਰੇ ਲੈ ਆਏ, ਚੁੰਨੀ ਚੜਾ ਕੇ ਘਰੇ ਲੈ ਆਏ ਪਾਰੁਲ ਨੂੰ, ਉਸ ਤੋਂ ਬਾਅਦ ਇੱਕ ਮਾਂ ਨੂੰ ਸੁਭਾਵਿਕ ਤੌਰ ਦੇ ਉੱਤੇ ਬੜੀ ਖੁਸ਼ੀ ਹੁੰਦੀ ਹੈ ਵੀ ਮੈਂ ਆਪਣਾ ਪੁੱਤ ਵਿਆਹਿਆ। ਘਰ ਦੇ ਵਿੱਚ ਮਾਹੌਲ ਕਿੱਦਾਂ ਦਾ ਸੀ? ਦੂਸਰੇ ਜੀ ਕਿਵੇਂ? ਬਹੁਤ ਵਧੀਆ, ਬਹੁਤ ਖੁਸ਼ ਤਾਂ ਮੈਂ ਸਵੇਰ ਨੂੰ ਅਸੀਂ ਤਕਰੀਬਨ 3:30 ਔਰ 4 ਦੇ ਵਿੱਚ ਪੁੱਜ ਗਏ ਅਸੀਂ ਘਰ। ਫਿਰ ਉਸ ਤੋਂ ਬਾਅਦ ਅਸੀਂ ਆਪਣੇ ਇੱਥੇ ਪਿੰਡ ਆਏ, ਤਾਂ ਆਪਣੇ ਸ਼ਿਵਾਂ ਦਾ ਮੱਥਾ ਟੇਕਿਆ, ਸਤੀਆਂ ਦਾ ਟੇਕਿਆ, ਪਿਤਰਾਂ ਦਾ ਜਿਸ ਤਰ੍ਹਾਂ ਹੁੰਦਾ ਹੀ ਹੈ ਜੀ। ਫਿਰ ਇੱਥੇ ਤੋਂ ਅਸੀਂ ਘਰ ਚਲੇ ਗਏ। ਘਰ ਜਾ ਕੇ ਫਿਰ ਇਹ ਸ਼ਾਮ ਨੂੰ ਕੋਈ 3:30 4 ਵਜੇ ਆਪਣਾ ਚਲੇ ਗਏ ਘੁੰਮਣ ਵਾਸਤੇ ਅਨੰਦਪੁਰ ਸਾਹਿਬ ਵਗੈਰਾ। ਮੱਥਾ ਮੁੱਥਾ ਟੇਕਿਆ, ਉੱਥੇ ਘੁੰਮੇ ਰਹੇ ਜੀ, 2 ਦਿਨ ਉੱਥੇ ਰਹੇ। ਫਿਰ ਆ ਕੇ ਕਹਿੰਦੀ ਵੀ ਮੇਰਾ ਵੀ ਮਤਲਬ ਸਿਹਤ ਜੀ ਜਿੱਦਾਂ ਠੀਕ ਨਹੀਂ ਹੁੰਦੀ, BP ਜਾਂ ਜਿੱਦਾਂ ਡਾਊਨ ਥਾ ਉਹਦਾ। ਫਿਰ ਅਸੀਂ ਕਿਹਾ ਵੀ ਚਲੋ ਇਹਨਾਂ ਨੂੰ ਆਉਂਦਿਆਂ ਨੇ ਫਿਰ ਉੱਥੇ ਦਵਾਈ ਉਹਨੂੰ। ਫਿਰ ਉਸ ਤੋਂ ਬਾਅਦ ਫਿਰ ਅਸੀਂ ਕਿਹਾ ਵੀ ਚਲੋ ਕਿਸੇ ਕਲੀਨਿਕ 'ਚ ਦਿਖਾ ਲੈਂਦੇ, BP ਡਾਊਨ ਹੈ। ਫਿਰ ਅਸੀਂ ਉੱਥੇ ਲੈ ਕੇ ਗਏ ਉਹਨੂੰ ਕਲੀਨਿਕ 'ਚ, ਤਾਂ ਫਿਰ ਉਹਨਾਂ ਨੇ ਗਲੂਕੋਸ਼ ਲਾਤਾ ਉਹਨੂੰ। ਤਾਂ ਰਿਪੋਰਟਾਂ ਵਗੈਰਾ ਉਹਨੇ ਬਲੱਡ ਦੀ ਯਾਰ ਯੂਰਨ ਦੀ ਟੈਸਟ ਕਰਾਇਆ, ਤਾਂ ਉਹ ਕਹਿੰਦੇ ਵੀ ਕੱਲ੍ਹ ਨੂੰ ਨਿਕਲਣਾ ਵੀ ਰਿਪੋਰਟ ਵੀ ਤੁਸੀਂ ਫਿਰ ਦਵਾਈ ਲੈ ਲਿਓ। ਤਾਂ ਫਿਰ ਮੈਂ ਉਹਨੂੰ ਕਿਹਾ, ਉੱਥੇ ਉਹਨੇ ਕੁਛ ਮੈਸੇਜ ਵਗੈਰਾ ਲਾਗੀ ਕਰਨ ਆਪਣੇ ਡੈਡੀ ਨੂੰ। ਤਾਂ ਫਿਰ ਉਹ ਉਹਨਾਂ ਨੂੰ ਕਹਿੰਦੇ ਹੋਣਗੇ ਵੀ ਮੈਨੂੰ ਤਾਂ ਪਤਾ ਨਹੀਂ ਹੈਗਾ, ਇਹ 16 ਕਰਦੀ ਰਹੀ, ਮੈਨੂੰ ਨਹੀਂ ਪਤਾ ਸਮਝ ਆਈ ਵੀ ਕਿਆ 16 ਹੈ। ਫਿਰ ਉਸ ਤੋਂ ਬਾਅਦ ਮੇਰੇ ਬੇਟੇ ਨੂੰ ਫੋਨ ਆਇਆ ਜੀ ਉਹਨਾਂ ਦੇ ਪਾਪਾ ਦਾ, ਵੀ ਇਸ ਤਰ੍ਹਾਂ ਕਰਕੇ ਵੀ ਉਹ ਆਣੇ ਨੂੰ ਕਹਿੰਦੇ ਵੀ ਤੁਸੀਂ ਆਣ ਨਾ ਦਿਓ, ਵੀ 2-4 ਦਿਨ ਵਿਆਹ ਨੂੰ ਹੋਏ, ਵੀ ਚੰਗਾ ਨਹੀਂ ਲੱਗਦਾ ਹੈਗਾ ਇਸ ਤਰ੍ਹਾਂ ਆਉਣ ਨੂੰ। ਤੇ ਇਹਨੂੰ ਉਹਨੂੰ ਕਿਹਾ, ਉਹਦੇ ਪਿਤਾ ਜੀ ਤੁਹਾਡੇ ਨਾਲ ਇਹ ਗੱਲ ਕਰਦੇ ਸੀਗੇ, ਤੁਹਾਡੇ ਬੇਟੇ ਦੇ ਨਾਲ ਗੱਲਬਾਤ ਕਰਦੇ ਸੀਗੇ? ਹਾਂਜੀ। ਤਾਂ ਫਿਰ ਉਹਨਾਂ ਨੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੀ ਜਾਂ ਨਹੀਂ ਕਰੀ ਪਤਾ ਨਹੀਂ। ਤਾਂ ਫਿਰ ਜੀ ਉਹ ਦੂਸਰੇ ਦਿਨ 8 ਤਰੀਕ ਨੂੰ ਆਏ ਗਏ ਤਕਰੀਬਨ। ਅਸੀਂ ਉਹਨੂੰ ਕਿਹਾ ਵੀ ਚੱਲ ਤੇਰੀ ਰਿਪੋਰਟ ਵੀ ਹੈ, ਉੱਥੇ ਰਿਪੋਰਟ ਲੈ ਲਵਾਂਗੇ, ਨਾਲੇ ਤੈਨੂੰ ਦਵਾਈ ਹੋਰ ਦਵਾ ਦੇਵਾਂਗੇ। ਕਹਿੰਦੀ ਮੈਂ ਨਹੀਂ ਲੈਣੀ ਰਿਪੋਰਟ, ਵੀ ਜੋ ਰਿਪੋਰਟ ਹੋਊਗੀ ਤੁਸੀਂ WhatsApp ਤੇ ਮੈਨੂੰ ਸੈਂਡ ਕਰ ਦਿਓ, ਵੀ ਮੈਂ ਜਾਣਾ ਹੀ ਹੈ। ਤਾਂ ਉਹਦੇ ਪਾਪਾ ਆ ਗਏ, ਚਲੋ ਲੈ ਗਏ ਜੀ ਉਹਨਾਂ ਨੂੰ। ਸਾਡੇ ਦਿਮਾਗ 'ਚ ਫਿਰ ਵੀ ਨਹੀਂ ਆਇਆ। ਤਾਂ ਉਹ ਜਦੋਂ ਆਏ, ਹੁਣ ਬੰਦਾ ਆਉਂਦਾ ਜੀ ਚਾਹ ਪਾਣੀ ਫਿਰ ਦਿੰਦਾ ਹੀ, ਰੋਟੀ ਦੇ ਟਾਈਮ ਰੋਟੀ, ਚਾਹ ਦੇ ਟਾਈਮ ਚਾਹ। ਤਾਂ ਜੀ ਉਹ ਆ ਗਏ। ਤਾਂ ਫਿਰ ਆਉਣ ਤੋਂ ਬਾਅਦ ਮੈਂ ਤਾਂ ਰਸੋਈ ਦੇ ਵਿੱਚ ਲੱਗ ਗਈ, ਤੇ ਇਹ ਉਹਨਾਂ ਦੇ ਕੋਲ ਬੈਠ ਗਿਆ। ਤਾਂ ਫਿਰ ਉਹਦੇ ਮੰਮੀ ਤਾਂ ਉਹਦੀ ਭੈਣ ਉਹ ਉਹਦੇ ਕੋਲ ਬੈਠ ਗਈ ਜੀ ਅੰਦਰ, ਪਰ ਜਣੀ ਜਿੱਦਾਂ ਇਹ ਤਿੰਨੇ ਆਂਦੇ ਐ, ਤਾਂ ਉਹ ਉਹਦੇ ਕੋਲ ਬੈਠ ਗਈਆਂ ਜੀ। ਹੁਣ ਮੈਂ ਤਾਂ ਕਿਚਨ 'ਚ ਬੈਠਣਾ, ਤਾਂ ਮੇਰੇ ਕਿਹੜੇ ਕੋਈ ਹੋਰ ਤਾਂ ਬਿਜਨ ਕਰ ਦੇਣਾ ਤਾਂ ਕੰਮ। ਤਾਂ ਮੈਂ ਜੀ ਚਾਹ ਪਾਣੀ ਲੱਗ ਗਿਆ ਬਣਾਉਣ। ਮੇਰਾ ਬੇਟਾ ਉਹਦੇ ਡੈਡੀ ਕੋਲ ਬੈਠ ਗਿਆ, ਤਾਂ ਉਹਦੀ ਮਾਂ ਤਾਂ ਭੈਣ ਤਾਂ ਉਹ ਕਮਰੇ ਦੇ ਵਿੱਚ ਇਹਦੇ ਵਾਲੇ 'ਚ ਬੈਠ ਗਏ ਜੀ। ਤਾਂ ਉੱਥੇ ਹੀ ਉਹਨਾਂ ਨੇ ਸਾਰਾ ਸਮਾਨ ਪੈਕ ਕਰ ਲਿਆ। ਮੈਂ ਫਿਰ ਜਾਣ ਲੱਗੀ ਨੂੰ ਵੀ ਉਹਨੂੰ 1100 ਰੁਪਈਆ ਦਿੱਤਾ। ਤਾਂ ਕਾਜੂ ਬਰਫੀ ਦਾ ਡੱਬਾ ਜਿੱਦਾਂ ਬੰਦਾ ਦਿੰਦਾ ਹੀ ਆਪਣੇ, ਹੁਣ ਸਾਡੇ ਕਿਹੜੇ ਦਿਮਾਗ 'ਚ, ਤਾਂ 2 ਸੂਟ ਉਹਦੀ ਭੈਣ ਨੂੰ ਮੈਂ ਦਿੱਤੇ ਵੀ ਆਪਣਾ ਪੂਰਾ ਕਰੇ। ਫਿਰ ਜਦੋਂ ਚਲੇ ਗਏ, ਮੈਂ ਆਪਣੇ ਬੇਟੇ ਨੂੰ ਬੋਲਾਂ, ਮੈਂ ਕਿਹਾ ਵੀ ਅਸੀਂ ਤਾਂ ਮੈਂ ਕਿਹਾ ਪੂਰਾ ਕਾਰ ਵਿਹਾਰ ਕਰੇ। ਮੈਂ ਕਿਹਾ ਇਹਨਾਂ ਦੇ ਕਿਆ ਰਿਵਾਜ਼ ਹੈ, ਮੈਂ ਕਿਹਾ ਖਾਲੀ ਜਾ ਕੇ ਡੱਬਾ ਵੀ ਨਹੀਂ ਲੈ ਕੇ ਆਏ ਆਪਣੇ ਦਾ। ਮੈਂ ਕਿਹਾ ਕੋਈ ਇਸ ਤਰ੍ਹਾਂ ਆਉਂਦਾ ਨਹੀਂ। ਇਹ ਕਹਿੰਦਾ ਮੰਮੀ ਚਲੋ ਹੋਊ। ਮੈਂ ਕਿਹਾ ਚਲੋ ਡੱਬੇ ਦੀ ਤਾਂ ਕੋਈ ਗੱਲ ਨਹੀਂ। ਫਿਰ ਉਸ ਤੋਂ ਬਾਅਦ ਮੈਂ ਇਹਨੂੰ ਕਿਹਾ, ਜਦ 5-6 ਘੰਟੇ ਹੋ ਗਏ, ਮੈਂ ਕਿਹਾ ਤੂੰ ਇੰਦਰਜੀਤ ਫੋਨ ਤਾਂ ਕਰਕੇ ਪੁੱਛ ਵੀ ਠੀਕ ਠਾਕ ਪਹੁੰਚ ਗਏ। ਫੋਨ ਲਾਏ ਜੀ, ਫੋਨ ਬਲੌਕ, ਕੋਈ ਫੋਨ ਕੋਈ ਕੁਛ ਨਹੀਂ ਜੀ ਉੱਥੇ ਚੱਲਦਾ, ਤਾਂ ਸਭ ਕੁਝ ਬਲੌਕ ਹੋ ਗਿਆ। ਤਾਂ ਫਿਰ ਸਾਨੂੰ ਫਿਰ ਸ਼ੱਕ ਪੈ ਗਈ ਵੀ ਇਹ ਜਿਹੜਾ ਬਲੌਕ ਕਰਿਆ ਵੀ ਕੁਛ ਤਾਂ ਗੱਲ ਹੈਗੀ ਹੈ। ਫਿਰ ਉਸ ਤੋਂ ਬਾਅਦ ਇਹ ਕਮਰੇ 'ਚ ਵੜਿਆ। ਫਿਰ ਉੱਥੇ ਦੇਖਾ ਸਾਡਾ ਸਾਰੇ ਸਮਾਨ ਗਾਇਬ ਤਾ ਜੀ, ਸਾਰੇ ਗਹਿਣੇ ਵੀ, ਕੈਸ਼ ਵਗੈਰਾ ਵੀ, ਸਭ ਕੁਝ ਗਾਇਬ ਤਾ। ਫਿਰ ਅਸੀਂ ਫੇਰ ਗਏ, ਫੋਨ ਫੇਰ ਵੀ ਨਹੀਂ ਚ ਲੱਗਿਆ। ਫਿਰ ਅਸੀਂ ਗੱਡੀ ਕੀਤੀ, ਮੇਰੇ ਬੇਟੀ ਬੜੀ ਤਾਂ ਮੇਰਾ ਜਵਾਈ ਬੜਾ, ਤਾਂ ਅਸੀਂ ਦੋਨੋਂ ਜੀ ਅਸੀਂ ਫਿਰ ਉਹਨਾਂ ਦੇ ਪਿੰਡ ਬਚਾਸਰ ਗਏ। ਉੱਥੇ ਜਾ ਕੇ ਅਸੀਂ ਉਹਨਾਂ ਦੇ ਘਰ ਤਾਂ ਗਏ ਨਹੀਂ ਜੀ। ਫਿਰ ਉਹਨਾਂ ਦੇ ਸਰਪੰਚ ਦਾ ਅਸੀਂ ਫੋਨ ਲਿਆ। ਫਿਰ ਉਹ ਕਹਿੰਦਾ, ਪਹਿਲਾਂ ਕਹਿੰਦਾ ਮੈਂ ਹੈ ਨਹੀਂ ਇੱਥੇ। ਫਿਰ ਅਸੀਂ ਉਹਨੂੰ ਫੋਨ ਲਾਇਆ ਵੀ ਉਹਦਾ, ਕਹਿੰਦੇ ਵੀ ਤੁਸੀਂ, ਉਹ ਕਹਿੰਦੇ ਵੀ ਘਰ ਰਹਿੰਦਾ, 2 ਪਿੰਡਾਂ ਦਾ ਇੱਕ ਸਰਪੰਚ ਹੈ ਨਾ। ਅਸੀਂ ਉਹਦੇ ਦੂਜੇ ਪਿੰਡ ਚਲੇ ਗਏ ਜੀ। ਫਿਰ ਉੱਥੇ ਉਹਦੀ ਮੈਸੇਜ ਦੀ, ਉਹਨਾਂ ਨੇ ਕਿਹਾ ਵੀ ਉਹ ਇੱਥੇ ਆਏ ਨਹੀਂ ਹੈਗੇ, ਵੀ ਉਹ ਬਾਹਰ ਹੀ ਹੈ, ਵੀ ਤੁਸੀਂ ਨੰਬਰ ਲੈ ਲਓ। ਤਾਂ ਨੰਬਰ ਲੈ ਕੇ ਜੀ ਅਸੀਂ ਫਿਰ ਉੱਥੇ ਗੱਲਬਾਤ ਕੀਤੀ। ਤਾਂ ਉਹਨਾਂ ਨੇ ਸਾਨੂੰ ਰਾਮ ਸਰੂਪ ਦੇ ਘਰ ਬੁਲਾ ਲਿਆ। ਰਾਮ ਸਰੂਪ ਉਹਨਾਂ ਦਾ ਤਾਇਆ ਹੈ ਜੀ ਕੁੜੀ ਦਾ। ਫਿਰ ਉਹਨਾਂ ਨੂੰ ਉੱਥੇ ਬਹੁਤ ਬੁਲਾਉਣ ਦੀ ਕੋਸ਼ਿਸ਼ ਕੀਤੀ, ਉਹ ਨਹੀਂ ਆਏ ਜੀ। ਫਿਰ ਉਹ ਸਰਪੰਚ ਉੱਥੇ ਤੇ ਚਲੇ ਗਿਆ ਉੱਠ ਕੇ। ਤਾਂ ਕਹਿੰਦਾ ਕਿ ਬੈਠੋ ਤੁਸੀਂ, ਮੈਂ ਆਉਂਦਾ ਹੈ। ਤਾਂ ਪਹਿਲਾਂ ਅਸੀਂ ਉਹਨਾਂ ਨੂੰ ਕਿਹਾ, ਉਹ ਕਹਿੰਦੇ ਵੀ ਸਾਡੇ ਤਾਂ ਰਿਵਾਜ਼ ਹੀ ਹੈ ਜੀ, ਚਾਹੇ ਕੁੜੀ 5 ਵਿਆਹ ਕਰੇ, 7 ਕਰੇ, 10 ਕਰੇ, ਤੁਸੀਂ ਕੁਝ ਨਹੀਂ ਕਰ ਸਕਦੇ, ਅਸੀਂ ਭੇਜ ਵੀ ਨਹੀਂ ਸਕਦੇ। ਇਹ ਬਿਲਕੁਲ ਇਹ ਕਹਾਣੀ ਤੁਹਾਨੂੰ ਲਗਾਤਾਰ ਆਪਾਂ ਦਿਖਾ ਰਹੇ ਹਾਂ, ਸੁਣਾ ਰਹੇ ਹਾਂ। ਅਕਸਰ ਇਸ ਤਰ੍ਹਾਂ ਦੇ ਸਵਾਲ ਉੱਠਦੇ ਨੇ ਵੀ ਮੁੰਡੇ ਵਾਲੇ ਕੁੜੀਆਂ ਦੇ ਨਾਲ ਧੱਕਾ ਕਰਦੇ ਨੇ, ਨੂੰਹਾਂ ਦੇ ਨਾਲ ਧੱਕਾ ਕਰਦੇ ਨੇ, ਦਾਜ ਦੀ ਮੰਗ ਕਰਦੇ ਨੇ। ਪਰ ਇਹ ਜਿਹੜੀ ਕਹਾਣੀ ਹੈ ਉਹ ਬਿਲਕੁਲ ਉਲਟ ਹੈ। ਇੱਥੇ ਨਾ ਤਾਂ ਕਿਸੇ ਦੇ ਵੱਲੋਂ ਦਾਜ ਮੰਗਿਆ ਗਿਆ, ਨਾ ਕਿਸੇ ਦਾ ਵਾਧੂ ਖਰਚ ਕਰਵਾਇਆ ਗਿਆ, ਸਾਦੇ ਵਿਆਹ ਨੂੰ ਤਰਜੀਹ ਦਿੱਤੀ ਗਈ। ਪਰ ਬਾਵਜੂਦ ਇਸ ਦੇ ਇਲਜ਼ਾਮ ਜਿਸ ਤਰੀਕੇ ਦੇ ਇਸ ਪਰਿਵਾਰ ਦੇ ਵੱਲੋਂ ਪਾਰੁਲ ਨਾਂ ਦੀ ਕੁੜੀ ਦੇ ਉੱਤੇ ਲਗਾਏ ਜਾ ਰਹੇ ਨੇ, ਬੇਹੱਦ ਗੰਭੀਰ ਇਲਜ਼ਾਮ ਨੇ, ਬੇਹੱਦ ਸ਼ਰਮਨਾਕ ਇਲਜ਼ਾਮ ਨੇ ਵੀ ਇੱਕ ਕੁੜੀ ਕਿਸ ਤਰੀਕੇ ਦੇ ਨਾਲ ਪੂਰੀ ਪ੍ਰੀ ਪਲਾਨ ਤਰੀਕੇ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਇੱਕ ਵਿਆਹ ਦਾ ਜਿਹੜਾ ਇੰਨਾ ਪਵਿੱਤਰ ਰਿਸ਼ਤਾ ਹੈ, ਉਸ ਰਿਸ਼ਤੇ ਨੂੰ ਤਾਰ-ਤਾਰ ਕਰਕੇ ਪੈਸੇ ਦੇ ਲਾਲਚ ਵਿੱਚ ਆ ਕੇ ਪਰਿਵਾਰ ਦੇ ਨਾਲ ਧੋਖਾਧੜੀ ਕਰਕੇ ਉਹਨਾਂ ਤੋਂ ਲੱਖਾਂ ਰੁਪਏ ਦਾ ਸੋਨਾ ਤੇ ਲੱਖਾਂ ਰੁਪਏ ਦੇ ਜਿਹੜਾ ਕੈਸ਼ ਹੈ ਉਹ ਲੈ ਕੇ ਰਫੂ ਚੱਕਰ ਹੋ ਸਕਦੀ ਹੈ। ਆਪਾਂ ਕਹਿ ਸਕਦੇ ਹਾਂ ਰਫੂ ਚੱਕਰ ਹੋਈ ਹੈ, ਗਾਇਬ ਹੋਈ ਹੈ ਕਹਿ ਲਈਏ। ਇੰਦਰਜੀਤ, ਜਦੋਂ
ਪਾਰੁਲ ਦੇ ਨਾਲ 2 ਦਿਨ ਤੁਸੀਂ ਬਾਹਰ ਵੀ ਰਹੇ ਹੋ, ਉੱਥੇ ਨੇਚਰ ਦੇ ਵਿੱਚ ਕੋਈ ਤਬਦੀਲੀ ਲੱਗੀ ਸੀ ਤੁਹਾਨੂੰ? ਨਹੀਂ, ਨੇਚਰ ਵਿੱਚ ਪਹਿਲਾਂ ਤਾਂ ਜ਼ਿਆਦਾ ਅਸੀਂ ਗਏ ਆ ਹੋਟਲ ਵਗੈਰਾ ਜਾਂ ਘੁੰਮਣ ਗਏ ਆ, ਪਹਿਲੇ ਦਿਨ ਤਾਂ ਕੋਈ ਵੀ ਨੇਚਰ ਤਬਦੀਲੀ ਨਹੀਂ ਸੀ। ਦੂਸਰੇ ਦਿਨ ਜਦੋਂ ਅਸੀਂ ਵਾਪਸ ਆਉਣ ਲੱਗੇ ਤਾਂ ਇਹ ਫੋਨ ਤੇ ਹੀ ਕੋਈ ਇਹਨਾਂ ਦੀ ਆਪਣੇ ਪਰਿਵਾਰ ਨਾਲ ਗੱਲਬਾਤ ਹੋਈ ਹੈ, ਕਿਉਂਕਿ ਹਰ 10 ਮਿੰਟ ਬਾਅਦ ਤਾਂ ਵੀਡੀਓ ਕਾਲ ਆ ਜਾਂਦੀ ਸੀ ਉਹਦੇ ਪਰਿਵਾਰ ਦੇ ਮੈਂਬਰ ਦੀ। ਉਹਦੀ ਮੰਮੀ ਗੱਲ ਕਰਦੀ ਰਹਿੰਦੀ ਸੀ, ਉਹਦੀ ਸਿਸਟਰ ਕਰਦੀ ਰਹਿੰਦੀ, ਉਹਦੇ ਫਾਦਰ ਕਰਦੇ ਰਹਿੰਦੇ ਸੀ। ਇਹ ਤਾਂ ਸਾਰਾ ਦਿਨ ਹੀ ਫੋਨ ਪਰ ਬਸ ਜਾਂ ਮੈਸੇਜ ਜਾਂ ਵੀਡੀਓ ਕਾਲ ਚੱਲਦੀ ਰਹਿੰਦੀ ਸੀ। ਫਿਰ ਆਉਣ ਲੱਗੇ ਇਹਦਾ ਕੁਛ ਨਾ ਮਾਈਂਡ ਚੇਂਜ ਹੋ ਗਿਆ। ਮੈਂ ਬਥੇਰਾ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਕਿਆ ਗੱਲ ਹੋਈ, ਕਿਆ ਗੱਲ ਹੋਈ। ਇਹਨੇ ਕੁਛ ਨਹੀਂ ਦੱਸਿਆ, ਸਾਨੂੰ ਨਹੀਂ ਪਤਾ ਸੀ ਇਹ ਵੀ ਪਹਿਲਾਂ ਤੋਂ ਹੀ ਛਾਤਰੀ ਗੈਂਗ ਹੀ ਹੈ। ਇਹ ਕੰਮੇ ਹੀ ਕਰਦੇ, ਨਵੇਂ ਨਵੇਂ ਮੁੰਡੇ ਪਸੰਦੇ ਆ, ਉਦੋਂ ਤੋਂ ਬਾਅਦ ਇਹ ਵਿਆਹ ਕਰ ਲੈਂਦੇ ਆ। ਵਿਆਹ ਕਰਕੇ ਜੋ ਵੀ ਸੋਨਾ ਵਗੈਰਾ ਮਿਲਦਾ ਤਾਂ ਇਕੱਠਾ ਕਰ ਲੈਂਦੇ। ਜੇ ਕੱਲ੍ਹ ਨੂੰ ਕੋਈ ਕਾਰਵਾਈ ਮੁੰਡਾ ਕਰਨ ਦੀ ਕੋਸ਼ਿਸ਼ ਕਰੇ ਤਾਂ ਆਪਣੇ ਇਹ ਦੂਆ ਝੂਠਾ ਇਲਜ਼ਾਮ ਲਾ ਕੇ ਮੁੰਡੇ ਨੂੰ ਧਮਕੀਆਂ ਦਿੰਦੇ ਵੀ ਕੱਲ੍ਹ ਨੂੰ ਮੈਂ ਤੇਰੇ ਤੇ ਰੇਪ ਦਾ ਇਲਜ਼ਾਮ ਲਗਾ ਦੂੰਗੀ ਜਾਂ ਕੁਛ ਕਰ ਦੂੰਗੀ, ਇਦਾਂ ਦੇ ਕੇ ਥ੍ਰੈਡ ਕਰਦੇ ਇਹ। ਤੁਹਾਡੇ ਨਾਲ ਕੋਈ ਇਦਾਂ ਦੀ ਪਾਰੁਲ ਨੇ ਗੱਲ ਕੀਤੀ ਸੀ ਵੀ ਕੋਈ ਤੁਹਾਨੂੰ ਲੱਗਾ ਵੀ ਇਹ ਪਾਰੁਲ ਦੇ ਵਿੱਚ ਥੋੜਾ ਜਿਹਾ ਸੁਭਾਅ ਦੇ ਵਿੱਚ ਤਬਦੀਲੀ ਆਈ ਹੈ, ਮੈਂ ਇਹਨਾਂ ਗੱਲ ਕਰਕੇ ਦੇਖਾਂ, ਜਾਂ ਇਦਾਂ ਨਾ ਵੀ ਇਹਨੂੰ ਲੱਗਾ ਹੋਵੇ ਮੈਂ ਪਸੰਦ ਨਾ ਹੋਵਾਂ ਇਹਨੂੰ? ਕਿਉਂਕਿ ਪਹਿਲਾਂ ਨੋ ਡਾਊਟ ਫੋਨ ਦੇ ਉੱਤੇ ਗੱਲ ਹੋਈ ਹੈ, ਤੁਹਾਡੀਆਂ ਫੋਟੋਜ਼ ਸ਼ੇਅਰ ਹੋਈਆਂ, ਇੱਕ ਦੂਜੇ ਨੂੰ ਪਸੰਦ ਕੀਤਾ, ਫਿਰ ਰਿਸ਼ਤਾ ਹੋਇਆ। ਐਂ ਤਾਂ ਨਹੀਂ ਪਾਰੁਲ ਦੇ ਦਿਮਾਗ ਦੇ ਵਿੱਚ ਆਇਆ ਵੀ ਮੈਂ ਕਿਤੇ ਗਲਤ ਜਗ੍ਹਾ ਆ ਗਈ, ਜਾਂ ਤੁਹਾਡੇ ਨਾਲ ਲੱਗਾ ਹੋਵੇ ਸੁਭਾਅ ਤੋਂ ਕੋਈ ਉਹਨਾਂ ਦੀ ਗੱਲ ਕੋਈ ਯਾਦ ਹੋਵੇ ਵੀ ਹਾਂ ਮੈਨੂੰ ਉਹਨੇ ਇਦਾਂ ਕਿਹਾ ਸੀ? ਜਾਂ ਤਾਂ ਹੁੰਦਾ ਸਾਡੀ ਵੀ ਗੱਲ ਪਾਰੁਲ ਦੇ ਪੇਰੈਂਟਸ ਨਾਲ ਹੁੰਦੀ ਸਟਾਰਟਿੰਗ 'ਚ। ਪਾਰੁਲ ਨੇ ਹੀ ਖੁਦ ਆਪਣਾ ਪ੍ਰੋਫਾਈਲ ਬਣਾਇਆ ਸੀ, ਪਾਰੁਲ ਨੇ ਹੀ ਖੁਦ ਕਿਹਾ ਸੀ ਵੀ ਮੈਨੂੰ ਤੁਸੀਂ ਪਸੰਦ ਹੈ, ਵੀ ਮੈਂ ਤੁਹਾਡੇ ਨਾਲ ਰਿਸ਼ਤਾ ਕਰਨਾ ਚਾਹੁੰਦੀ, ਵੀ ਤੁਸੀਂ ਆਪਣੀ ਫੈਮਿਲੀ 'ਚ ਗੱਲ ਕਰੋ ਤੇ ਮੇਰੀ ਫੈਮਿਲੀ ਨਾਲ ਗੱਲ ਕਰਾਓ। ਉਹਨੇ ਖੁਦ ਉਹਨਾਂ ਦੀ ਚੁਆਇਸ ਸੀ, ਤਾਂ ਕਰਕੇ ਸਾਨੂੰ ਇਦਾਂ ਦਾ ਡਾਊਟ ਹੀ ਨਹੀਂ ਸੀ ਵੀ ਉਹਨੂੰ ਸ਼ਾਇਦ ਵੀ ਉਹ ਸੋਚੇ ਵੀ ਮੈਂ ਗਲਤ ਡਿਸੀਜਨ ਲੈ ਲਿਆ ਵਿਆਹ ਕਰਕੇ ਜੇ ਮੈਂ ਫਸ ਗਈ। ਉਹਨੂੰ ਤਾਂ ਇੱਥੇ ਕਿਸੇ ਵੀ ਤਰ੍ਹਾਂ ਦੀ ਤੰਗੀ ਨਹੀਂ ਸੀ, ਉਹਨਾਂ ਦੀ ਚੁਆਇਸ ਸੀਗੀ ਇਹ ਵੀ ਸਾਡੇ ਘਰ ਆ ਕੇ ਰਹਿਣਾ ਚਾਹੁੰਦੀ ਸੀ ਤੇ ਬਸਣਾ ਚਾਹੁੰਦੀ ਸੀ। ਸਾਡੇ ਵੱਲੋਂ ਪਹਿਲ ਨਹੀਂ ਕੀਤੀ ਗਈ, ਉਹਨਾਂ ਨੇ ਪਹਿਲ ਕੀਤੀ ਸਾਡੇ ਆਉਣ ਦੀ। ਜਦੋਂ ਹੋਟਲ ਤੋਂ ਵਾਪਸ ਆਏ ਨਾ ਉਦੋਂ ਤੋਂ ਬਾਅਦ ਹੀ ਉਹਨਾਂ ਦਾ ਕੋਈ ਦਿਮਾਗ 'ਚ ਪਲੈਨਿੰਗ ਹੈ, ਕਿਉਂਕਿ 3 ਦਿਨ ਇਹ ਮੇਰੇ ਰਹੀ, 3 ਦਿਨ ਜਿਹੜਾ ਇਹਦਾ ਪਹਿਲਾ ਵਿਆਹ ਹੋਇਆ 26 ਜੂਨ ਨੂੰ, ਉੱਥੇ ਵੀ 3 ਦਿਨ ਰਹੀ। ਜਿੱਥੇ ਪਹਿਲਾਂ ਇਹਦਾ ਦਸੰਬਰ 2018 'ਚ ਵਿਆਹ ਹੋਇਆ ਉੱਥੇ ਵੀ 3 ਦਿਨ ਰਹੀ। ਜਿਹੜੇ ਤੁਸੀਂ ਹੁਣ ਦੂਸਰੇ ਵਿਆਹਾਂ ਦੀਆਂ ਗੱਲਾਂ ਕਰ ਰਹੇ ਹੋ, ਇਹਦੇ ਤੁਹਾਡੇ ਕੋਲ ਸਬੂਤ ਹੈ? ਕਿਉਂਕਿ ਤੁਹਾਡੇ ਨਾਲ ਤਾਂ ਧੋਖਾ ਹੋਇਆ, ਆਪਾਂ ਦੇਖ ਰਹੇ ਹਾਂ, ਤੁਸੀਂ ਕਹਿ ਰਹੇ ਹੋ ਵੀ ਤੁਹਾਡੇ ਨਾਲ ਧੋਖਾ ਹੋਇਆ। ਆਪਾਂ ਤੁਹਾਡੀ ਗੱਲ ਤੇ ਵਿਸ਼ਵਾਸ ਕਰਨ ਨੂੰ, ਜਿਸ ਤਰੀਕੇ ਦੀਆਂ ਤੁਹਾਡੀ ਕਹਾਣੀ ਹੈ, ਲੋਕ ਸ਼ਾਇਦ ਦੇਖ ਕੇ ਇੱਕ ਵਾਰ ਸੋਚਣਗੇ ਜ਼ਰੂਰ ਵੀ ਇਦਾਂ ਹੋ ਜਾਂਦਾ ਇਨਸਾਨਾਂ ਦੇ ਨਾਲ। ਪਰ ਜਿਹੜੇ ਪਹਿਲੀਆਂ ਤੁਸੀਂ ਗੱਲਾਂ ਕਰ ਰਹੇ ਹੋ, ਸਬੂਤ ਹੈ ਨੇ ਤੁਹਾਡੇ ਕੋਲ? ਸਾਡੇ ਕੋਲ ਸਾਰਾ ਕੁਝ ਸਬੂਤ ਹੈ ਜੀ। ਸਾਡੇ ਕੋਲ ਪਹਿਲੇ ਵਿਆਹ ਦੀਆਂ ਵੀਡੀਓ ਵੀ ਹੈ, ਫੋਟੋਆਂ ਵੀ ਹੈ, ਸਾਰਾ ਕੁਝ ਹੈ ਜੀ ਸਾਡੇ ਕੋਲ। ਆਪਣੇ ਦੇ ਤਾਂ ਚਲੋ ਹੈਗੀਆਂ ਹੀ ਆ, ਸਾਡੇ ਕੋਲ ਜਿਹੜੇ ਪਹਿਲੇ 2 ਵਿਆਹ ਹੋਏ ਉਹਨਾਂ ਦੇ ਵੀ ਪ੍ਰੂਫ ਨਾਲ ਹੈਗੇ ਸਾਡੇ ਕੋਲ। ਫੋਟੋ ਵੀ ਹੈ, ਵੀਡੀਓ ਵੀ ਹੈ, ਸਭ ਕੁਝ ਹੈ, ਐਡਰੈਸ ਤੱਕ ਵੀ ਹੈ ਉਹਨਾਂ ਦੇ, ਜਿੱਥੇ ਜਿੱਥੇ ਮੁੰਡੇ ਰਹਿੰਦੇ ਆ। ਕਿਉਂਕਿ ਇਹਨੇ ਜਿੱਥੇ ਪਹਿਲਾ ਵਿਆਹ ਕਰਾਇਆ ਸੀ, ਪਹਿਲੀ ਜਗ੍ਹਾ ਇਹਨੇ ਦੀਪਕ ਨਾਮ ਦਾ ਮੁੰਡਾ ਹੈ ਜੋ ਹਿਸਾਰ ਦਾ, ਉਹਦੇ ਪਰ ਵੀ ਇਹਨੇ 3 ਕੇਸ ਕਰ ਦਿੱਤੇ ਹੈ। ਕਿਉਂਕਿ ਉਹਦੇ ਘਰ ਤੋਂ ਵੀ ਸਾਰਾ ਸੋਨਾ ਵਗੈਰਾ ਲੁੱਟ ਕੇ ਲੈ ਗਈ। ਤਾਂ ਜਦ ਮੁੰਡੇ ਨੇ ਇਹਦੇ ਪਰ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਪਰ ਇਹ ਲੋਕਲ ਪੁਲਿਸ ਨਾਲ ਮਿਲ ਕੇ, ਆਪਣੇ ਉੱਥੇ ਭਾਦਰਾ ਥਾਣੇ ਦੀ, ਉਹਨਾਂ ਨਾਲ ਮਿਲ ਕੇ ਇਹ ਸਾਰੀ ਗੈਂਗ ਚੱਲਦੀ ਹੈ। ਫਿਰ ਪੁਲਿਸ ਵਾਲੇ ਅੱਗੇ ਆ ਜਾਂਦੇ ਆ, ਇਹ ਕੇਸ ਦਰਜ ਕਰ ਦਿੰਦੇ ਆ ਫਿਰ ਬੰਦੇ ਦੇ ਖਿਲਾਫ, ਵੀ ਕੱਲ੍ਹ ਨੂੰ ਕੋਈ ਮੁੰਡਾ ਉੱਠ ਕੇ ਉਹਦੇ ਖਿਲਾਫ ਕੋਈ ਕਾਰਵਾਈ ਨਾ ਕਰ ਸਕੇ। ਇਸ ਕਰਕੇ ਇੰਦਰਜੀਤ, ਤੁਸੀਂ ਜਿਹੜੇ ਇਹ ਦੂਸਰੇ ਵਿਆਹਾਂ ਦੀਆਂ ਗੱਲਾਂ ਕਰ ਰਹੇ ਹੋ, ਇਹ ਕਿਵੇਂ ਸਬੂਤ ਜਟਾਏ? ਕੌਣ ਇਹਨਾਂ ਲੋਕਾਂ ਨਾਲ ਸੰਪਰਕ ਹੋ ਪਾਇਆ ਤੁਹਾਡਾ? ਨਹੀਂ, ਇਹਨਾਂ ਮੁੰਡਿਆਂ ਨਾਲ ਤਾਂ ਮੇਰੀ ਸੰਪਰਕ ਦੀ ਹਜੇ ਵੀ ਕੋਸ਼ਿਸ਼ ਜਾਰੀ ਹੈ, ਕਿਉਂਕਿ ਜਿਹੜਾ ਪਹਿਲੀ ਜਗ੍ਹਾ ਜਿਹੜਾ ਵਿਆਹ ਹੋਇਆ ਉਹਦਾ ਐਡਰੈਸ ਮੈਨੂੰ ਅੱਜ ਹੀ ਮਿਲਿਆ ਹਜੇ। ਤੇ ਦੂਸਰਾ ਮੁੰਡਾ ਉਹਨਾਂ ਦਾ ਹਜੇ ਮੈਨੂੰ ਪਤਾ ਨਹੀਂ ਲੱਗ ਰਿਹਾ ਘਰ-ਬਾਰ ਕਿੱਥੇ ਹੈ, ਪਰ ਕਿਸੇ ਨਾ ਕਿਸੇ ਅਸੀਂ ਤਰੀਕੇ ਉਹਨਾਂ ਦੇ ਪ੍ਰੂਫ ਲੈ ਲਏ। ਕਿਉਂਕਿ ਇਹਨਾਂ ਦੇ ਜਿਹੜੇ ਪਹਿਲੇ ਵਿਆਹ ਦੇ ਉਹ ਤਾਂ ਇਹਨਾਂ ਦੇ ਪਿੰਡ ਵਾਲਿਆਂ ਨੇ ਹੀ ਸਾਨੂੰ ਦੇ ਦਿੱਤੇ, ਜਦ ਪੰਚਾਇਤ 'ਚ ਗਏ ਉੱਥੋਂ ਹੀ ਮਿਲ ਗਏ। ਦੂਏ ਵਿਆਹ ਦੇ ਸਾਨੂੰ ਕਿਸੇ ਹੋਰ ਕਰੀਬੀ ਥਰੂ ਮਿਲ ਗਏ ਜਲੰਧਰ ਤੋਂ, ਜਿੱਥੇ ਇਹਨੇ ਦੂਈ ਜਗ੍ਹਾ ਵਿਆਹ ਕਰਾਇਆ ਜੀ। ਹਾਂਜੀ। ਇਸ ਤੋਂ ਬਾਅਦ ਹੁਣ ਕਾਰਵਾਈ ਕੀ ਕੀਤੀ ਹੈ ਤੁਸੀਂ? ਤੁਹਾਡੇ ਵੱਲੋਂ ਕੀ ਸਟੈਪ ਚੁੱਕਿਆ ਗਿਆ? ਜੀ ਹੁਣ ਸਾਡੇ ਵੱਲੋਂ ਜੀ FIR ਦਰਜ ਕਰਾਤੀ ਹੈ ਗੜ੍ਹਸ਼ੰਕਰ ਥਾਣੇ 'ਚ। ਹੁਣ ਬਸ 2-4 ਦਿਨ ਦੇ ਵਿੱਚ ਹੀ ਹੁਣ ਅਸੀਂ ਉਹਨਾਂ ਨੂੰ ਅਰੈਸਟ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੇ ਰਿਕਵਰੀ ਕਰਨ ਦੀ ਕੋਸ਼ਿਸ਼ ਕਰਾਂਗੇ ਆਪਣੇ ਸਮਾਨ ਦੀ। ਹਾਂਜੀ। ਜਿਵੇਂ ਉਹਦਾ ਨਾਂ ਪਾਰੁਲ ਦੱਸ ਰਹੇ ਹੋ, ਇਹ ਵੈਰੀਫਾਈ ਕੀਤਾ ਸੀ ਵੀ ਵਾਕਿਆ ਉਸ ਕੁੜੀ ਦਾ ਨਾਂ ਪਾਰੁਲ ਹੈ, ਜਾਂ ਪਿੰਡ ਦੇ ਵਿੱਚੋਂ ਪੁੱਛਿਆ ਵੀ ਵਾਕਿਆ ਉਸ ਕੁੜੀ ਦਾ ਨਾਂ ਪਾਰੁਲ ਹੈ, ਜਾਂ ਕੋਈ ਸਰਟੀਫਿਕੇਟ ਵਗੈਰਾ ਦੇਖਿਆ ਤੁਸੀਂ? ਨਹੀਂ, ਸਰਟੀਫਿਕੇਟ ਵਗੈਰਾ ਤਾਂ ਨਹੀਂ ਦੇਖਿਆ। ਉੱਥੋਂ ਪਿੰਡ ਤੋਂ ਉਹਨਾਂ ਦੇ ਸਰਪੰਚ ਸਾਹਿਬ ਤੇ ਉਹਨਾਂ ਦੇ ਆਂਢੀ ਗੁਆਂਢੀ ਕਹਿੰਦੇ ਸੀ ਵੀ ਇਹਦਾ ਨਾਮ ਵਾਕਿਆ ਪਾਰੁਲ ਹੈ, ਤੇ ਇਹਦੇ ਫਾਦਰ ਦਾ ਨਾਮ ਪ੍ਰਭੂ ਦਿਆਲ ਹੈ, ਤੇ ਇਹਦੀ ਮਦਰ ਦਾ ਨਾਮ ਸ਼ਕੁੰਤਲਾ ਦੇਵੀ ਹੈ, ਤੇ ਇਹਦੀ ਸਿਸਟਰ ਦਾ ਨਾਮ ਪਲਕ ਹੈ। ਇਹ ਕਨਫਰਮ ਹੈ ਜੀ ਸਾਨੂੰ ਦੱਸਣ ਮੁਤਾਬਕ। ਜੋ ਤੁਹਾਡੀ WhatsApp ਤੇ ਗੱਲਬਾਤ ਹੁੰਦੀ ਸੀਗੀ, ਜਦੋਂ WhatsApp ਚੱਲਦੀ ਸੀਗੀ, ਗੱਲਬਾਤ ਹੁੰਦੀ ਸੀ, ਉਦੋਂ ਪਾਰੁਲ ਨੂੰ ਕੋਈ ਗਿਫਟ ਤਾਂ ਨਹੀਂ ਭੇਜਿਆ ਵਿਆਹ ਤੋਂ ਪਹਿਲਾਂ ਵੀ ਪਾਰੁਲ ਆਹ ਸੂਟ ਸਵਾਣਾ ਹੈ, ਇਹ ਜਦੋਂ ਪਾਏਗੀ ਤੇ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਆਉਂਗਾ? ਨਹੀਂ ਜੀ, ਇਦਾਂ ਦਾ ਤਾਂ ਨਹੀਂ ਕਿਹਾ ਸੀ। ਬਸ ਇੱਕ ਹੇਅਰ ਸਟਾਈਲ ਕਿਹਾ ਸੀ ਵੀ ਜਦ ਮੈਂ ਲੈਣ ਆਉਂਗਾ ਤਾਂ ਵੀ ਆਹ ਹੋਊਗੀ, ਕਿਉਂਕਿ ਉਸੇ ਦਿਨ ਹੀ ਕਿਹਾ ਸੀ ਜਿੱਦਣ ਮੈਂ ਲੈਣ ਜਾਣਾ ਸੀ। ਕਿਉਂਕਿ ਸਾਡੀ ਪਹਿਲੀ ਨੂੰ ਤਾਂ ਹਜੇ ਗੱਲ ਹੋਈ, 3 ਤਰੀਕ ਨੂੰ ਅਸੀਂ ਲੈ ਆਏ ਜੀ। ਹਾਂਜੀ, ਬਸ ਇੰਨਾ ਕੁ ਗੱਲ ਹੋਈ ਜੀ।
ਤੁਸੀਂ ਖੁਦ ਵੀ ਪੜ੍ਹੇ ਲਿਖੇ ਹੋ, ਇੱਕ ਪੜ੍ਹੇ ਲਿਖੇ ਇਦਾਂ ਦੇ ਜਾਲ ਦੇ ਵਿੱਚ ਫਸ ਗਏ ਹੋ, ਚੁੰਗਲ ਦੇ ਵਿੱਚ। ਸੁਭਾਵਿਕ ਤੌਰ ਤੇ ਮੈਂ ਇੱਕ ਗੱਲ ਬੜੀ ਨੋਟਿਸ ਕਰ ਰਿਹਾ ਵੀ ਤੁਹਾਡਾ ਅਜੇ ਵੀ ਜਿਗਰਾ ਹੈਗਾ, ਅਜੇ ਹੌਸਲੇ ਤੁਹਾਡੇ ਬੁਲੰਦ ਨੇ। ਚਲੋ ਇਨਸਾਫ ਤੁਹਾਨੂੰ ਮਿਲਣਾ ਚਾਹੀਦਾ ਹੈ। ਜੇ ਤੁਹਾਡੇ ਨਾਲ ਇਦਾਂ ਦਾ ਧੋਖਾ ਹੋਇਆ ਤਾਂ ਤੁਸੀਂ ਆਪਣੀ ਲੜਾਈ ਡਰ ਕੇ ਅੰਦਰ ਨਾ ਬੈਠ ਰਹੇ ਹੋ ਔਰ ਕਾਰਵਾਈ ਦੇ ਲਈ ਲਗਾਤਾਰ ਪੁਲਿਸ ਦੇ ਕੋਲ ਕਾਨੂੰਨ ਦਾ ਜੋ ਅਸੀਂ ਚਾਹੁੰਦੇ ਜੋ ਸਾਡੇ ਨਾਲ ਹੋ ਗਿਆ, ਚਲੋ ਬੰਦਾ ਹੁਣ ਹੌਲੀ ਹੌਲੀ ਸਹਿ ਲੈਂਦਾ, ਪਰ ਅਸੀਂ ਚਾਹੁੰਦੇ ਵੀ ਕੋਈ ਸਾਡੇ ਵਾਂਗੂ ਕੋਈ ਹੋਰ ਚੌਥਾ ਬੰਦਾ ਨਾ ਫਸੇ। ਅਸੀਂ ਚਾਹੁੰਦੇ ਵੀ ਇਹਨਾਂ ਨੂੰ ਵੱਧ ਤੋਂ ਵੱਧ ਸਬਕ ਮਿਲੇ। ਉਹ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਇਹਨਾਂ 'ਤੇ ਢੁਕਵੀਂ ਕਾਰਵਾਈ ਕਰਾ ਕੇ ਇਹਨਾਂ 'ਤੇ ਵੀ ਕੋਈ ਹੋਰ ਨਾ ਇਹਨਾਂ ਦੇ ਜਾਲ 'ਚ ਫਸੇ ਪਰਿਵਾਰ, ਕਿਉਂਕਿ ਅੱਜ ਤੱਕ ਇਹ 3 ਪਰਿਵਾਰ ਤਾਂ ਇਹ ਉਜਾੜ ਚੁੱਕੇ। ਇਹ ਹੁਣ ਕਿਤੇ ਚੌਥੇ ਦੀ ਤਿਆਰੀ ਨਾ ਕਰਨ। ਇਹ ਸਾਡਾ ਮੇਨ ਮਕਸਦ ਇਹੀ ਹੈ ਵੀ ਇਹਨਾਂ ਨੂੰ ਰੋਕਿਆ ਜਾਵੇ ਇਸ ਕੰਮ ਤੋਂ। ਲਗਾਤਾਰ ਤੁਹਾਨੂੰ ਇਹ ਕਹਾਣੀ ਸੁਣਾ ਰਹੇ ਹਾਂ। ਕਹਾਣੀ ਦੇ ਵਿੱਚ ਟਵਿਸਟ ਮੈਂ ਕਹਿ ਸਕਦਾ ਵੀ shaadi.com ਦੇ ਉੱਤੇ ਜਿਸ ਤਰੀਕੇ ਦੇ ਨਾਲ ਇਸ ਪਰਿਵਾਰ ਦੇ ਨਾਲ ਠੱਗੀ ਕੀਤੀ ਗਈ ਹੈ, ਜਿਸ ਪ੍ਰਕਾਰ ਦੇ ਨਾਲ ਇਸ ਪਰਿਵਾਰ ਨੂੰ ਫਸਾ ਕੇ ਝਾਂਸਾ ਦੇ ਕੇ ਵਿਆਹ ਦੇ 2 ਦਿਨ ਦੇ ਵਿੱਚ ਖੁਸ਼ੀਆਂ ਦਿੱਤੀਆਂ ਤੇ ਉਸ ਤੋਂ ਬਾਅਦ ਪੂਰੇ ਪਰਿਵਾਰ ਦੀ ਖੁਸ਼ੀਆਂ ਤੇ ਗਈਆਂ, ਪੈਸਾ ਵੀ ਨਾਲ ਗਿਆ, ਸੋਨੇ ਦੇ ਗਹਿਣੇ ਵੀ ਇਹਨਾਂ ਦੇ ਮੁਤਾਬਕ ਨਾਲ ਹੀ ਗਏ ਨੇ। FIR ਇਹਨਾਂ ਦੇ ਵੱਲੋਂ ਲਾਂਚ ਕਰਵਾ ਦਿੱਤੀ ਔਰ ਇਹਨਾਂ ਦੇ ਮੁਤਾਬਕ ਇੰਦਰਜੀਤ ਦੇ ਮੁਤਾਬਕ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਉਸ ਕੁੜੀ ਦੇ ਵੱਲੋਂ। ਉਸ ਕੁੜੀ ਦੇ ਉੱਤੇ, ਪਰਿਵਾਰ ਦੇ ਉੱਤੇ ਪਹਿਲਾਂ ਹੀ ਵੀ FIRs ਪੁਲਿਸ ਦੇ ਕੋਲ ਸ਼ਿਕਾਇਤਾਂ ਗਈਆਂ ਹੋਈਆਂ ਨੇ ਔਰ ਉਹ ਪੀੜਤ ਪਰਿਵਾਰ ਵੀ ਨੇ, ਉਹਨਾਂ ਦੀ ਭਾਲ ਵੀ ਇਹ ਕਰ ਰਹੇ ਨੇ, ਉਹਨਾਂ ਦੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਆਂਟੀ, ਤੁਹਾਡੇ ਤੋਂ ਜਾਣਨਾ ਚਾਹੂੰਗਾ, ਇੱਕ ਮਾਂ ਨੂੰ ਬੜਾ ਚਾਅ ਹੁੰਦਾ ਵੀ ਮੈਂ ਆਪਣੇ ਪੁੱਤ ਨੂੰ ਵਿਆਹਾਂ, ਤੁਹਾਨੂੰ ਵੀ ਬੜਾ ਚਾਅ ਆਊਗਾ, ਤੁਸੀਂ ਰਾਜਸਥਾਨ ਨੂੰ ਲੈਣ ਚਲੇ ਗਏ, ਪੰਜਾਬ 'ਚ ਕੁੜੀ ਨਹੀਂ ਲੱਭੀ ਤੁਹਾਨੂੰ? ਬਸ ਜੀ, ਜਾਂ ਕਿਸਮਤ ਮਾੜੀ ਹੁੰਦੀ, ਬੰਦੇ ਦੇ ਦਿਮਾਗ ਤੇ ਪੜਦਾ ਪੈਂਦਾ, ਅਕਲ ਤੇ ਕਹਿ ਲਓ ਤੁਸੀਂ, ਤਾਂ ਫਿਰ ਕੁਝ ਨਹੀਂ ਦਿਖਦਾ ਜੀ। ਮੈਨੂੰ ਕੁੜੀ ਸੋਹਣੀ ਲੱਗੀ, ਵਧੀਆ ਲੱਗੀ, ਫਿਰ ਦੂਰ ਨੇੜੇ ਦਾ ਕਿਹਾ ਤਾਂ ਜੀ। ਜਦ ਬੰਦੇ ਨੇ ਜਾਣਾ ਹੀ, ਜਿਹੜੀ ਨੇੜੇ ਹੁੰਦੀਆਂ ਉਹ ਕਿਹੜੇ ਛੇਤੀ ਏ ਬੰਦਾ ਆਉਂਦਾ ਜਾਂਦਾ, ਫਿਰ ਦੂਰ ਦਾ ਵੀ ਕੋਈ ਚੱਕਰ ਨਹੀਂ ਜੀ। ਬਸ ਚੀਜ਼ ਵਧੀਆ ਲੱਗੀ, ਕੁੜੀ ਠੀਕ ਲੱਗੀ, ਵਿਸ਼ਵਾਸ ਕਰ ਲਿਆ, ਯਕੀਨ ਕਰ ਲਿਆ ਜੀ। ਹੁਣ ਮੈਨੂੰ ਲੱਗਦਾ ਪੰਜਾਬ ਦੇ ਵਿੱਚੋਂ ਇੱਕ ਸੱਸ ਹੋਊਗੀ ਇੱਦਾਂ ਦੀ ਜਿਹੜੀ ਅਜੇ ਵੀ ਮੈਨੂੰ ਲੱਗਦਾ ਉਸ ਕੁੜੀ ਦੇ ਲਈ ਸ਼ਬਦ ਜਿਹੜੇ ਨੇ ਉਹ ਜ਼ੁਬਾਨ 'ਚੋਂ, ਜਿਹੜੀ ਜ਼ੁਬਾਨ ਹੈ ਬੜੀ ਮਿੱਠੀ ਹੈ ਅਜੇ ਤੱਕ ਵੀ। ਆਂਟੀ ਦੀ ਮੈਂ ਕਹਿਣਾ ਵੀ ਇਹ ਹੌਸਲੇ ਬੁਲੰਦੀ ਹੈ ਔਰ ਇਹ ਹੌਸਲਾ ਬੁਲੰਦ ਹੋਣਾ ਵੀ ਚਾਹੀਦਾ। ਜੇ ਆਪਾਂ ਇਨਸਾਫ ਲੈਣਾ, ਜੇ ਸਾਡੇ ਨਾਲ ਧੋਖਾਧੜੀ ਹੋਈ ਹੈ ਤੇ ਉਸ ਧੋਖਾਧੜੀ ਤੋਂ ਹਾਰ ਕੇ ਅੰਦਰ ਬਹਿਣ ਨਾਲੋਂ ਚੰਗਾ ਹੈ ਵੀ ਅਸੀਂ ਕਾਨੂੰਨ ਦੇ ਜ਼ਰੀਏ ਉਸ ਜੰਗ ਨੂੰ ਲੜੀਏ ਤੇ ਜੰਗ ਜਿੱਤੀਏ ਵੀ, ਤਾਂ ਜੋ ਹੋਰ ਲੋਕ ਅਜਿਹੇ ਲੋਕਾਂ ਦੇ ਝਾਂਸੇ ਦੇ ਵਿੱਚ ਨਾ ਆਉਣ। ਰਿਸ਼ਤੇਦਾਰਾਂ ਨੇ ਨਹੀਂ ਕਿਹਾ ਵੀ ਤੁਸੀਂ ਵਿਆਹ ਨਹੀਂ ਸਾਨੂੰ ਸੱਦੇ, ਚੁੱਪ ਚਪੀਤੇ ਵਿਆਹ ਕਰ ਲਿਆ, ਹੁਣ ਧੋਖਾਧੜੀ, ਹੁਣ ਲੋਕ ਗੱਲਾਂ ਵੀ ਕਰਦੇ ਹੋਣਗੇ। ਰਿਸ਼ਤੇਦਾਰਾਂ ਤੱਕ ਜੀ ਬਹੁਤੀ ਗੱਲੇ ਨਹੀਂ ਪੁੱਜੀ ਤੀ, 2 ਦਿਨਾਂ 3 ਦਿਨਾਂ ਵਿੱਚ ਕਿਆ ਪਤਾ ਲੱਗ ਸਕਦਾ ਤਾਂ ਜੀ। ਹਾਂਜੀ, ਨਾਰਾਜ਼ਗੀ ਤਾਂ ਹੁੰਦੀ ਹੈ, ਉਹ ਤਾਂ ਦੱਸਣੀ ਹੁੰਦੀ ਹੈ, ਫਿਰ ਹੁਣ ਕਿਆ ਕਰੀਏ ਜੀ। ਇਹ ਪਹਿਲਾ ਹੀ ਰਿਸ਼ਤਾ ਦੇਖਿਆ ਸੀਗਾ ਇੰਦਰਜੀਤ ਵਾਸਤੇ? ਪਹਿਲਾਂ ਹੀ ਦਾ, ਹਾਂਜੀ ਪਹਿਲਾਂ ਹੀ ਤਾਂ ਜੀ, ਪਹਿਲਾਂ ਹੀ shaadi.com ਦੇ ਉੱਤੇ ਦੇਖ? shaadi.com ਤੇ ਇਹਨੇ ਹੀ ਬਣਾਈ ਹੋਈ ਤੀ ਜੀ ਪ੍ਰੋਫਾਈਲ। ਮੈਨੂੰ ਤਾਂ ਇਹਨਾਂ ਚੀਜ਼ਾਂ ਨਾ ਬਣਾਉਣੀਆਂ ਆਉਂਦੀਆਂ ਨਾ ਪਤਾ ਜੀ। ਬਸ ਇਹਨਾਂ ਗੱਲ ਕਰਾਈ, ਗੱਲ ਵੀ ਮੈਂ ਹੀ ਕੀਤੀ ਜੀ। ਉਹਨਾਂ ਦੇ ਨਾਲ ਯਕੀਨ ਆ ਗਿਆ, ਬੜੇ ਵਧੀਆ ਲੱਗੇ ਉਹਨਾਂ ਦੇ ਮੰਮੀ ਡੈਡੀ ਵੀ, ਭੈਣ ਵੀ ਆਈ, ਜਿੱਦਾਂ ਸ਼ਰੀਫ ਬੰਦੇ ਹੁੰਦੇ ਹੀ ਹੈ। ਹੁਣ ਵਿੱਚ ਤਾਂ ਕੋਈ ਬੜਿਆ ਵਾ ਨਹੀਂ ਜੀ ਹੁੰਦਾ, ਬੰਦਾ ਸ਼ਕਲ ਹੀ ਦੇਖਦਾ, ਹੁਣ ਇੰਨੀ ਦੇਰ 'ਚ ਕਿਆ ਪਤਾ ਲੱਗਦਾ ਜੀ। ਉਹਦਾਂ ਦੀ ਪਰਿਵਾਰ ਦੇ ਵਿੱਚ ਕੌਣ ਕੌਣ ਨੇ? ਇੰਦਰਜੀਤ ਦੇ ਫਾਦਰ, ਬ੍ਰਦਰ, ਸਿਸਟਰ ਕੌਣ ਕੌਣ ਨੇ? ਮੇਰੀਆਂ 2 ਬੇਟੀਆਂ ਜੀ, 2 ਬੇਟੇ ਹੈ। ਦੋਨੇ ਬੇਟੀਆਂ ਆਪਣੇ ਘਰ ਹੈ ਜੀ। ਤਾਂ ਮੇਰਾ ਛੋਟਾ ਬੇਟਾ ਉਹ ਅਮਰੀਕਾ 'ਚ ਹੈ, ਇਹਦੇ ਡੈਡੀ ਵੀ ਬਾਹਰ ਹੀ ਹੈ ਜੀ, ਅਸੀਂ ਦੋਨੋਂ ਹੀ ਹਾਂ। ਅੱਛਾ, ਤੀਸਰਾ ਜੀ ਇੱਕ ਤੁਸੀਂ ਨਾਲ ਜੋੜਨ ਲੱਗੇ ਸੀਗੇ, ਪਰਿਵਾਰ ਨੂੰ ਵੱਡਾ ਕਰਨ ਲੱਗੇ? ਹਾਂਜੀ ਹਾਂਜੀ, ਉਹ ਮੇਰੀ ਤੀ ਇਹ ਤਾਂ ਮੰਨਦਾ ਨਹੀਂ, ਤਾਂ ਕਹਿੰਦਾ ਮੰਮੀ ਬਾਹਰ ਜਾ ਕੇ ਮੈਂ ਕਰਾ ਲੂੰਗਾ। ਮੈਂ ਕਿਹਾ ਚੱਲ ਕੋਈ ਗੱਲ ਨਹੀਂ ਵੀ ਇੱਧਰ ਕਰਾ ਲੈ ਤੂੰ। ਹਾਂਜੀ, ਸਾਡੇ ਰਿਸ਼ਤੇਦਾਰ ਵੀ ਨਾਰਾਜ਼ ਹੋ ਗਏ ਜੀ ਇਸ ਚੱਕਰ 'ਚ। ਅਸੀਂ ਤਾਂ ਚਾਹੁੰਦੇ ਸੀ ਵੀ ਚਲੋ ਵਿਆਹ ਤੋਂ ਬਾਅਦ ਆਪਣੇ ਘਰ ਲਿਆ ਕੇ ਪਾਰਟੀ ਕਰ ਲਾਂਗੇ, ਕਿਉਂਕਿ ਕਰੋਨਾ ਚੱਕਰ ਹੈ ਵੀ ਇੰਨਾ ਅਸੀਂ ਰਸ਼ ਨਹੀਂ ਕਰ ਸਕਦੇ। ਪਰ ਹੁਣ ਨਾ ਸਾਡੇ ਰਿਸ਼ਤੇਦਾਰ ਪੱਲੇ ਰਹੇ ਜੀ, ਘਰ ਵਾਲੀ ਤਾਂ ਉਲਟਾ ਸਾਨੂੰ ਠੱਗ ਕੇ ਚਲ ਗਏ ਸਾਰੇ ਉਹ ਪਰਿਵਾਰ, ਤੇ ਉਲਟਾ ਸਾਡੇ ਰਿਸ਼ਤੇਦਾਰ ਵੀ ਸਾਡੇ ਨਾਲ ਹੁਣ ਤੱਕ ਨਾਰਾਜ਼ ਹੈ। ਉਹ ਤਾਂ ਵਿੱਚ ਜਿਨ੍ਹਾਂ ਨੂੰ ਪਤਾ ਲੱਗ ਰਿਹਾ ਉਹ ਵਧਾਈਆਂ ਵੀ ਦੇ ਰਹੇ, ਤੇ ਨਾਲੇ ਅਸੀਂ ਉਲਟਾ ਉਹਨਾਂ ਨੂੰ ਦੱਸ ਰਹੇ ਵੀ ਹੁਣ ਵਧਾਈਆਂ ਕਾਹਦੀਆਂ, ਉਹ ਤਾਂ ਸਭ ਕੁਝ ਲੁੱਟ ਕੇ ਲੈ ਗਏ। ਬਿਲਕੁਲ ਬਿਲਕੁਲ ਸਹੀ ਗੱਲ ਹੈ ਵੀ ਅਜੇ ਤੱਕ ਵਿਆਹ ਨੂੰ 2 ਦਿਨ ਹੋਏ ਸੀਗੇ, ਕੁਝ ਘੰਟਿਆਂ ਦੇ ਵਿੱਚ ਹੀ ਪਹਿਲਾਂ ਪਰਿਵਾਰ ਦੇ ਵਿੱਚ ਖੁਸ਼ੀਆਂ ਆਉਂਦੀਆਂ ਨੇ, ਲੋਕਾਂ ਦੇ ਵੱਲੋਂ ਅਜੇ ਤੱਕ ਪੂਰੇ ਰਿਸ਼ਤੇਦਾਰਾਂ ਦੇ ਵੱਲੋਂ ਵਧਾਈ ਵੀ ਨਹੀਂ ਪਹੁੰਚਦੀ, ਤੇ ਇਹ ਜਿਹੜਾ ਭਾਣਾ ਇਸ ਪਰਿਵਾਰ ਦੇ ਨਾਲ ਵਰਤ ਜਾਂਦਾ ਹੈ। ਕਹਿੰਦੇ ਨੇ ਵੀ ਅਜੇ ਤੱਕ ਵੀ ਪਰਿਵਾਰ ਨੂੰ ਰਿਸ਼ਤੇਦਾਰਾਂ ਦੇ ਫੋਨ ਆ ਰਹੇ ਨੇ, ਵਧਾਈ ਦੇ ਰਹੇ ਨੇ, ਤੇ ਜਦੋਂ ਅੱਗੋਂ ਪਤਾ ਚੱਲ ਰਿਹਾ ਵੀ ਵਧਾਈ ਵਾਲਾ ਕੰਮ ਥੋੜਾ ਜਿਹਾ ਖਰਾਬ ਹੋ ਗਿਆ ਹੈ, ਇਹ ਵਧਾਈ ਨਹੀਂ ਸੀ, ਇਹ ਧੋਖਾ ਸੀਗਾ, ਧੋਖਾ ਹੋ ਗਿਆ, ਤਾਂ ਫਾਦਰ ਸਾਹਿਬ ਦਾ ਫੋਨ ਆਉਂਦਾ ਹੋਊਗਾ ਤੁਹਾਨੂੰ ਅਮਰੀਕਾ ਤੋਂ, ਉਹਨਾਂ ਦਾ ਕੀ ਰਿਐਕਸ਼ਨ ਹੈ? ਬ੍ਰਦਰ ਦਾ ਕੀ ਰਿਐਕਸ਼ਨ ਹੈ? ਸਿਸਟਰ ਦਾ ਕੀ ਰਿਐਕਸ਼ਨ? ਉਹ ਤਾਂ ਵੈਸੇ ਹੌਸਲਾ ਹੀ ਦੇ ਰਹੇ ਆ, ਕਹਿੰਦੇ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਵਾ, ਵੀ ਹੌਸਲਾ ਰੱਖ, ਵੀ ਕੁਝ ਨਹੀਂ ਹੁੰਦਾ, ਵੀ ਜੇ ਇੱਕ ਇਦਾਂ ਕਰ ਗਈ ਹੈ ਤਾਂ ਕੀ ਹੋਇਆ, ਵੀ ਉਹਨਾਂ ਨੂੰ ਹੁਣ ਪੂਰਾ ਇਨਸਾਫ ਤੈਨੂੰ ਪੂਰਾ ਇਨਸਾਫ ਲੈਣਾ ਚਾਹੀਦਾ, ਵੀ ਤੈਨੂੰ ਇਦਾਂ ਘਬਰਾਉਣਾ ਨਹੀਂ ਚਾਹੀਦਾ, ਵੀ ਚਲੋ ਕਰ ਗਈ ਤਾਂ ਤੁਸੀਂ ਤਾਂ ਸੱਚੇ ਥੇ, ਤੁਸੀਂ ਵਿਸ਼ਵਾਸ ਕਰ ਲਿਆ। ਕਹਿੰਦੇ ਇਸ ਤੋਂ ਪਹਿਲਾਂ ਤੁਸੀਂ ਜਾਂਚ ਪੜਤਾਲ ਕਰ ਲੈਂਦੇ ਤਾਂ ਕਹਿੰਦੇ ਖਰਾ ਰਹਿੰਦੇ। ਡੈਡੀ ਹਜੇ ਮੈਨੂੰ ਕਹਿੰਦੇ ਸੀਗੇ, ਕਹਿੰਦੇ
ਮੈਂ ਡੈਡੀ ਨੂੰ ਕਿਹਾ ਵੀ ਡੈਡੀ ਵੀ ਕੁਛ ਪੁੱਛ ਪੜਤਾਲ ਕਰ ਲੈਂਦੇ। ਡੈਡੀ ਕਹਿੰਦੇ ਜਿਹੜੀ ਚੀਜ਼ ਖਾਈ ਦੀ ਨਾ ਉਹਨੂੰ ਪਹਿਲਾਂ ਖਿਲਾਰ ਕੇ ਨਹੀਂ ਦੇਖੀਦਾ ਹੁੰਦਾ ਵੀ ਅਸੀਂ ਰਾਜਪੂਤ ਆ, ਥੋੜਾ ਵਿਸ਼ਵਾਸ ਰੱਖੀਦਾ ਹੁੰਦਾ, ਕੋਈ ਜ਼ਬਾਨ ਹੁੰਦੀ ਵੀ ਬੰਦੇ ਦੀ, ਤਾਂ ਕਰਕੇ ਵੀ ਇੱਦਾਂ ਬਹੁਤੀਆਂ ਵੀ ਜਿੱਦਾਂ ਸਾਡੀਆਂ ਭੈਣਾਂ ਇੱਦਾਂ ਲੋਕਾਂ ਦੀਆਂ ਵੀ ਕੁੜੀਆਂ ਵੀ ਵਿਸ਼ਵਾਸ ਰੱਖ, ਵੀ ਇੱਦਾਂ ਨਾ ਬੇਵਿਸ਼ਵਾਸੀ ਕਰ। ਵੀ ਅਸੀਂ ਵਿਸ਼ਵਾਸ 'ਚ ਆ ਕੇ ਜੀ ਹੁਣ ਆ ਚੱਕਰ 'ਚ ਪੈ ਗਏ। ਹੁਣ ਡੈਡੀ ਵੀ ਕਹਿੰਦੇ ਵੀ ਤੁਸੀਂ ਵਿਸ਼ਵਾਸ ਕੀਤਾ, ਹੁਣ ਵੀ ਹੁਣ ਚਲੋ ਜੋ ਹੋ ਗਿਆ ਉਹ ਤਾਂ ਰੱਬ ਦਾ ਭਾਣਾ ਜੀ, ਪਰ ਹੁਣ ਵੀ ਤਕੜੇ ਹੋ ਕੇ ਕਹਿੰਦੇ ਹੁਣ ਲੜੋ ਲੜਾਈ। ਹਾਂਜੀ। ਜਦੋਂ ਪਾਰੁਲ ਨਾਲ ਗੱਲਬਾਤ ਕਰਦੇ ਸੀਗੇ, ਉਹ ਪੜ੍ਹੀ ਲਿਖੀ ਵੀ ਤੁਸੀਂ ਕਹਿੰਦੇ ਵੀ ਮੈਂ ਇੱਕ ਪੜ੍ਹੀ ਲਿਖੀ ਕੁੜੀ ਲੱਭੀ ਸੀਗੀ shaadi.com ਦੇ ਉੱਤੇ, ਜਿਹਨੇ ਪ੍ਰੋਫਾਈਲ ਬਣਾਈ ਸੀਗੀ। ਓਬਵੀਅਸ ਹੈ ਵੀ ਟੈਕਨੀਕਲੀ ਵੀ ਸਟਰੋਂਗ ਹੋਊਗੀ ਅਗਲੀ, ਹਨਾ, ਪੜ੍ਹੀ ਸਾਰੀ ਨੌਲੇਜ ਵੀ ਹੋਊਗੀ। ਬੋਲਬਾਣੀ ਤੋਂ ਕਿੱਦਾਂ ਲੱਗਦੀ ਸੀਗੀ? ਲੱਗਦਾ ਸੀ ਵੀ ਕੁੜੀ ਵਾਕਿਆ ਪੜ੍ਹੀ ਲਿਖੀ, ਜਾਂ ਇੱਕ ਪਲਾਨ ਦੇ ਮੁਤਾਬਕ ਪੜ੍ਹੀ ਲਿਖੀ ਆਪਣੇ ਆਪ ਨੂੰ ਸ਼ੋਅ ਕੀਤਾ ਸੀ? ਨਹੀਂ, ਸਾਨੂੰ ਤਾਂ ਜੀ ਉਹਨੇ ਸ਼ੋਅ ਇਦਾਂ ਕੀਤਾ ਵੀ ਮੈਂ ਐਮਐਡ ਕੀਤੀ ਹੈ, ਵੀ ਮੈਨੂੰ ਇੱਕ ਲੈਕਚਰਾਰ ਦੀ ਹਜੇ ਹੁਣੇ ਥੋੜੇ ਦਿਨ ਹੋਏ ਵੀ ਜੌਬ ਮਿਲੀ ਹੈ, ਇੱਕ ਲੈਕਚਰਾਰ ਦੀ, ਇੱਕ SBI ਐਜ਼ ਏ ਅਸਿਸਟੈਂਟ ਮੈਨੇਜਰ ਦੀ। ਵੀ ਮੈਂ ਵੀ ਵਿਆਹ ਕਰਕੇ ਵੀ ਮੈਨੂੰ ਇੰਨਾ ਵੀ ਬਹੁਤੀ ਕੋਈ ਲੋੜ ਨਹੀਂ ਹੈ, ਵੀ ਅਸੀਂ ਪਰਿਵਾਰ ਸਮਰਥ ਹੈ, ਵੀ ਸਾਨੂੰ ਜੌਬ ਕਰਨ ਦੀ ਲੋੜ ਨਹੀਂ ਹੈ, ਵੀ ਤਾਂ ਕਰਕੇ ਮੈਂ ਉਹ ਜੌਬ ਵੀ ਛੱਡ ਦਿੱਤੀ। ਵੀ ਮੈਂ ਵਿਆਹ ਕਰਾ ਕੇ ਇੱਕ ਵਧੀਆ ਜੀਵਨ ਜੀਣਾ ਚਾਹੁੰਦੀ। ਸਾਡੇ ਨਾਲ ਤਾਂ ਉਹਨੇ ਵੈਲ ਪਲੈਨਡ ਕੀਤਾ ਸਾਰਾ ਕੁਝ। ਇਹ ਸਾਨੂੰ ਨਹੀਂ ਪਤਾ ਸੀ ਵੀ ਇਹ ਛਾਤਰ ਹੈ, ਨਹੀਂ ਸਾਨੂੰ ਧੋਖਾ ਹੀ ਦੇਣਾ, ਵੀ ਇਹ ਸਿਰਫ ਸਾਨੂੰ ਲੁੱਟਣੇ ਆਈ ਹੈ, ਵੀ ਜੋ ਇਹਦੇ ਹੱਥ ਆ ਜਾਣਾ ਵੀ ਉਹੀ ਲੈਣ ਆਈ ਹੈ। ਇਹ ਕੋਈ ਬਸਣ ਨਹੀਂ ਆਈ, ਸਾਡੇ ਕੋਲ ਰਹਿਣ ਨਹੀਂ, ਲਾਈਫ ਟਾਈਮ ਵਾਸਤੇ ਨਹੀਂ ਆਈ ਸੀ ਉਹ। ਉਹਨਾਂ ਦਾ ਤਾਂ ਕੰਮ ਇਹੀ ਆ, ਅੱਜ ਮੈਂ ਕੱਲ੍ਹ ਨੂੰ ਹੋਰ, ਪਰਸੋਂ ਨੂੰ ਕੋਈ ਹੋਰ, ਉਹ ਤਾਂ ਇਹੀ ਕੰਮ ਕਰ ਰਿਹਾ ਜੀ ਪੂਰਾ ਪਰਿਵਾਰ ਮਿਲ ਕੇ। ਆਂਟੀ ਜੀ, ਤੁਹਾਡੀ ਜਿਹੜੇ ਪਾਰੁਲ ਦੇ ਤੁਹਾਡੀ ਨੂੰਹ ਜਿਹੜੀ ਚਲੀ ਗਈ, ਜਿਹੜੀ ਤੁਸੀਂ ਦੱਸ ਰਹੇ ਹੋ, ਉਹ ਕੁੜਮਣੀ ਵੀ ਉਹਦੇ ਮਦਰ ਤੁਹਾਨੂੰ ਮਿਲਦੇ ਹੋਣਗੇ? ਜਦੋਂ ਕਹਿੰਦੇ ਕੁੜਮਣੀਆਂ ਕੁੜੀਆਂ ਨੂੰ ਮਿਲਦੀਆਂ ਨੇ, ਆਪਸ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਨੇ। ਕਹਿੰਦੇ ਭੈਣ ਨੂੰ ਭੈਣ ਮਿਲੀ ਆ, ਰਿਵਾਜ਼ ਥੋੜਾ ਜਿਹਾ ਬਦਲ ਗਿਆ। ਕਹਿੰਦੇ ਪਹਿਲਾਂ ਬਣਦੀ ਨਹੀਂ ਹੁੰਦੀ ਸੀ, ਅੱਜ ਕੱਲ੍ਹ ਬਣਨ ਬੜੀ ਲੱਗ ਗਈ ਹੈ। ਮੈਨੂੰ ਭਾਜੀ ਟਾਈਮ ਹੀ ਨਹੀਂ ਇੰਨਾ ਮਿਲਿਆ। ਬਸ ਆਏ, ਮੈਂ ਚਾਹ ਪਾਣੀ ਬਣਾਇਆ, ਬਸ ਚਾਹ ਪਾਣੀ ਪੀਤਾ, ਚਲੇ ਗਏ ਅਸੀਂ। ਜਿਸ ਵੇਲੇ ਆਏ ਉਸ ਵੇਲੇ ਵੀ ਬਸ ਨਮਸਤੇ ਹੋਈ ਜਾਂ ਚਾਹ ਪਾਣੀ ਲੱਗ ਗਈ ਆਪਣਾ ਕਰਨ ਜੀ। ਮੇਰੇ ਕੋਲ ਬਹੁਤਾ ਟਾਈਮ ਹੀ ਨਹੀਂ ਜਿੱਦਾਂ ਵੀ ਜਿਹੜੇ ਮਿਲਦੇ ਆ ਬੈਠਦੇ, ਇੱਕ ਉਹਦੇ ਵਿੱਚ ਮੌਕਾ ਹੀ ਨਹੀਂ ਜੀ ਮੈਨੂੰ ਤਾਂ ਮਿਲਿਆ। ਜੇ 2 ਦਿਨ ਸੇਵਾ 'ਚ ਹੀ ਲੰਘ ਗਏ। ਹਾਂਜੀ ਬਾਈ, ਇਹੀ ਸਮਝ ਲਓ ਤੁਸੀਂ, ਬਹੂ ਦੀ ਸੇਵਾ 'ਚ ਲੰਘ ਗਏ। ਮਾਂ ਪਿਓ ਨੂੰ ਤਾਂ ਬਹੁਤ। ਹਾਂਜੀ। ਅਸੀਂ ਤਾਂ ਪਾਣੀ ਦਾ ਗਲਾਸ ਵੀ ਨਹੀਂ ਜੀ ਪੀ ਕੇ ਦੇਖਿਆ ਇੱਕ ਵਾਰੀ ਵੀ। ਸਾਡੇ ਏਸੀ ਲੱਗੇ, ਉੱਥੇ ਹੀ ਬੈਠੀ ਰਹੀ ਉਹ। ਮੰਮੀ ਉਲਟਾ ਉਹਨੂੰ ਰੋਟੀ ਬਣਾ ਕੇ ਦਿੰਦੀ ਹੁੰਦੀ ਸੀ। ਵੀ ਅਸੀਂ ਹਜੇ ਤੱਕ ਤਾਂ ਕਿਚਨ 'ਚ ਵੀ ਨਹੀਂ, ਇੰਨਾ ਚਾਹ ਹੁੰਦਾ ਹਰੇਕ ਬੰਦੇ ਨੂੰ ਵੀ ਹਜੇ ਪਹਿਲੇ ਹੀ ਆਂਦੇ ਨੂੰ ਕਿਚਨ 'ਚ ਕਾਹਨੂੰ ਲਾਣਾ। ਪਲਾਨ ਨਹੀਂ ਦੱਸਦੀ ਸੀ ਵੀ ਆਪਾਂ ਸ਼ਿਮਲੇ ਜਾਣਾ ਘੁੰਮਣ, ਲੋਕਡਾਊਨ ਖਤਮ ਹੁੰਦਾ, ਜਾਂ ਅਸੀਂ ਕਿਤੇ ਬਾਹਰ ਘੁੰਮਣ ਜਾਣਾ, ਅਬਰੋਡ ਦਾ ਟੂਰ ਮਾਰ? ਨਹੀਂ, ਕਹਿੰਦੇ ਤਾਂ ਸੀ ਵੀ ਆਊਟ ਆਫ ਇੰਡੀਆ ਵਗੈਰਾ ਅਸੀਂ ਕੈਨੇਡਾ ਜਾਏ ਨੇ ਵੀ, ਪਰ ਉਹ ਲੋਕਡਾਊਨ ਕਰਕੇ 31 ਜੁਲਾਈ ਤੱਕ ਫਲਾਈਟਾਂ ਬੰਦ ਸੀਗੀਆਂ, ਵੀ ਤਾਂ ਕਰਕੇ ਅਸੀਂ ਬਾਹਰ ਨਹੀਂ ਜਾ ਸਕੇ। ਨਹੀਂ ਤਾਂ ਸਾਡਾ ਸ਼ਾਇਦ ਹੋਰ ਵੀ ਵੱਧ ਨੁਕਸਾਨ ਹੋ ਜਾਂਦਾ ਇਹਦੇ ਚੱਕਰ 'ਚ। ਹਾਂਜੀ। ਅਕਸਰ ਇੰਦਰਜੀਤ ਜੀ ਆਪਾਂ ਦੇਖਦੇ ਆਂ ਵੀ ਲਗਾਤਾਰ ਮੁੰਡੇ ਵਾਲਿਆਂ ਦੇ ਉੱਤੇ ਹੀ ਸਵਾਲ ਉੱਠਦੇ ਨੇ, ਮੁੰਡੇ ਵਾਲਿਆਂ ਦੇ ਉੱਤੇ ਹੀ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਨੇ। ਤੁਹਾਡਾ ਕੇਸ ਬਿਲਕੁਲ ਉਲਟ ਹੈ ਨਾ, ਇਹਦੇ ਵਿੱਚ ਤੁਸੀਂ ਇੱਕ ਮੁੰਡਾ ਧੋਖੇ ਦਾ ਸ਼ਿਕਾਰ ਹੋਇਆ। ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਇਹ ਜਿਸ ਤਰੀਕੇ ਦਾ ਪੂਰਾ ਸੀਨ ਤੁਹਾਡੇ ਨਾਲ ਹੋਇਆ, ਇਹ ਬਹੁਤ ਮੰਦਭਾਗੀ ਘਟਨਾ ਹੈ। ਇਹ ਜੇ ਆਪਾਂ ਇਸ ਨੂੰ ਮਜ਼ਾਕ ਵਿੱਚ ਲਈਏ, ਬੰਦਾ ਸੋਚ ਕੇ ਆਪਣੇ ਆਪ ਦੇ ਉੱਤੇ ਕਈ ਵਾਰ ਮਨ ਦੇ ਵਿੱਚ ਹੱਸਦਾ ਹੈ ਵੀ ਮੇਰੇ ਨਾਲ ਇਦਾਂ ਹੋ ਗਿਆ, ਮੈਂ ਇੰਨਾ ਪੜ੍ਹਿਆ ਲਿਖਿਆ, ਮੈਂ ਟੈਕਨੋਲੋਜੀ ਦਾ ਯੁੱਗ ਹੈ, ਅੱਜ ਤੱਕ ਇੰਨਾ ਮੈਂ ਅੱਗੇ ਫਾਸਟ ਐਡਵਾਂਸ ਆ, ਪਰ ਮੇਰੇ ਨਾਲ ਵੀ ਐਡੇ ਸ਼ਾਤਰ ਲੋਕ ਬੈਠੇ ਨੇ ਜਿਹੜੇ ਮੇਰੇ ਨਾਲ ਧੋਖਾ ਕਰਕੇ ਨੇ। ਕੀ ਮਨ ਦੇ ਵਿੱਚ ਸੋਚ ਆਉਂਦੀ? ਨਹੀਂ, ਕਦੀ ਤਾਂ ਬਹੁਤ ਗੁੱਸਾ ਆਉਂਦਾ ਜੀ ਬੰਦੇ ਨੂੰ ਸੋਚ ਕੇ ਵੀ ਮੇਰੇ ਨਾਲ ਕਿੱਦਾਂ, ਵੀ ਮੈਂ ਹੀ ਕਾਹਤੇ, ਵੀ ਹੋਰ ਦੁਨੀਆ 'ਚ ਕੋਈ ਹੈ ਨਹੀਂ ਸੀ, ਵੀ ਜਾਂ ਤਾਂ ਰਹਿਣਾ ਹੀ ਨਹੀਂ ਸੀ, ਵੀ ਇਦਾਂ ਕਾਹਨੂੰ ਧੋਖਾ ਦਿੱਤਾ ਜੀ। ਕਿਉਂਕਿ ਮੇਰੀ ਮੰਮੀ ਸੀਰੀਅਸ ਹੋ ਜਾਂਦੇ ਆ, ਕਈ ਵੇਲੇ ਰਾਤ ਨੂੰ ਰੋਣ ਲੱਗ ਪੈਂਦੇ ਆ ਵੀ ਮੇਰੇ ਮੁੰਡੇ ਨਾਲ ਕਿਆ ਇਹ ਭਾਣਾ ਵਰਤ ਗਿਆ। ਤੇ ਇਹਨਾਂ ਨੂੰ ਵੀ ਹੌਸਲਾ ਦੇਣਾ ਹੁੰਦਾ, ਕਿਉਂਕਿ ਘਰ 'ਚ ਹੋਰ ਕੋਈ ਹੈ ਨਹੀਂ, ਮੈਰ ਮੰਮੀ ਹੁੰਦੇ, ਫਿਰ ਇਹਨਾਂ ਨੂੰ ਵੀ ਸੰਭਾਲਣਾ, ਫਿਰ ਬੰਦੇ ਨੂੰ ਆਪ ਵੀ ਥੋੜਾ ਰਹਿਣਾ ਪੈਂਦਾ ਹੈ ਹੌਸਲੇ ਦੇ ਵਿੱਚ। ਤੇ ਅੱਜ ਕੱਲ੍ਹ ਇੱਕ ਕਾਨੂੰਨ ਵੀ ਗਲਤ ਬਣਾਏ ਨੇ ਜੀ, ਸਾਰੇ ਲੜਕੀਆਂ ਦੇ ਹੱਕ ਦੇ ਹੈ। ਕੋਈ ਵੀ ਕੁਛ ਕਰ ਜਾਵੇ, ਸੁਣਾਈ ਲੜਕੀ ਦੀ ਹੁੰਦੀ ਹੈ। ਇਹ ਤਾਂ ਚਲੋ ਸਾਡੀ ਲੋਕਲ ਪੁਲਿਸ ਵਧੀਆ, ਸਾਡੀ ਹੁਸ਼ਿਆਰਪੁਰ ਪੁਲਿਸ ਵਧੀਆ ਸੀ ਜਿਹਨੇ ਸਾਡਾ ਸਾਥ ਦਿੱਤਾ, ਤੇ ਹੁਣ ਸਾਡਾ ਅੱਗੇ ਵੀ ਦੇਣਗੇ ਇਹ। ਸਾਡੇ ਇੱਥੇ SP ਸਾਹਿਬ ਹੈ ਜੀ ਹੁਸ਼ਿਆਰਪੁਰ, ਰਮਿੰਦਰ ਸਿੰਘ SPD ਸਾਹਿਬ, ਉਹਨੇ ਸਾਡਾ ਇਸ ਮਾਮਲੇ 'ਚ ਬਹੁਤ ਸਾਥ ਦਿੱਤਾ। ਗੜਸ਼ੰਕਰ ਦੇ SHO ਸਾਹਿਬ ਨੇ ਇਕਬਾਲ ਸਿੰਘ ਜੀ, ਸਾਡੇ ਪਿੰਡ ਦੇ ਇੰਚਾਰਜ ਹੈ ਸਤਨਾਮ ਸਿੰਘ ਚੌਂਕੀ ਇੰਚਾਰਜ, ਉਹਨੇ ਸਾਡਾ ਬੜਾ ਇਸ ਮਾਮਲੇ 'ਚ ਸਾਥ ਦਿੱਤਾ। ਤੇ ਹੁਣ ਵੀ ਸਾਨੂੰ ਉਮੀਦ ਹੈ ਵੀ ਪੂਰੀ ਵੀ ਸਾਨੂੰ ਇਨਸਾਫ ਮਿਲੂਗਾ ਜੀ। ਇਹ ਤੁਸੀਂ ਕਿੰਨੀ ਦੇਰ ਹੋ ਗਈ ਸੀ shaadi.com ਦੇ ਉੱਤੇ ਆਪਣੀ ਪ੍ਰੋਫਾਈਲ ਬਣਾਈ ਨੂੰ? ਇਹ ਤਕਰੀਬਨ 1 ਮਹੀਨਾ ਹੋ ਗਿਆ ਜੀ। 1 ਮਹੀਨੇ ਦੇ ਵਿੱਚ ਹੋਰ ਵੀ ਕਿਸੇ ਦਾ ਇੰਟਰਸਟ ਆਇਆ ਸੀ ਜਾਂ ਇਕੱਲਾ ਪਾਰੁਲ ਦਾ ਹੀ ਆਇਆ? ਹੋਰ ਬਹੁਤ ਆਏ ਸੀ ਜੀ ਇੰਟਰਸਟ ਤਾਂ, ਪਰ ਜਿੱਦਾਂ ਵੀ ਦਿਲ ਮਿਲੇ ਦੀ ਗੱਲ ਸਮਝ ਲਓ ਜੀ, ਜਾਂ ਉਹਨਾਂ ਦੇ ਜਾਲ 'ਚ ਫਸਣਾ ਸੀ ਇਹ ਸਮਝ ਲਓ ਜੀ। ਸੱਚਾਈ ਤਾਂ ਇਹੀ ਹੈ ਜੀ। ਹੁਣ ਪੰਜਾਬ ਦੇ ਵਿੱਚ ਕੁੜੀ ਲੱਗਾ ਨਹੀਂ ਇੱਕ ਵਾਰ ਵੀ ਮੈਂ ਦੂਰ ਪੰਗਾ ਲੈ ਰਿਹਾ, ਮੈਂ ਪੰਜਾਬ ਦੇ ਵਿੱਚ ਕੋਈ ਕੁੜੀ ਦੇਖ ਲਵਾਂ ਕੋਈ? ਨਹੀਂ, ਇਦਾਂ ਤਾਂ ਨਹੀਂ, ਇਦਾਂ ਤਾਂ ਲੋਕ ਆਊਟ ਆਫ ਇੰਡੀਆ ਵੀ ਕਰਾਉਂਦੇ ਹੀ ਹੈ ਜੀ, ਬਾਹਰ ਵੀ ਕਰਾਉਂਦੇ ਹੀ ਹੈ। ਫਿਰ ਇਦਾਂ ਵੀ ਚਾਹੇ 7 ਸਮੁੰਦਰ ਪਾਰ ਸਹੀ, ਚਾਹੇ 700 ਕਿਲੋਮੀਟਰ ਦੂਰ ਸਹੀ, ਜਾਂ ਦਿਲੇ ਮਿਲ ਜਾਂਦੇ ਬੰਦੇ ਦੇ, ਪਰ ਇਹ ਫਿਰ ਦੂਰੀ ਮਾਇਨਾ ਨਹੀਂ ਰੱਖਦੀ ਜੀ ਜਦ ਇੱਦਾਂ ਦਿਲ ਮਿਲ ਜਾਣ। ਪਰ ਹੁਣ ਸਾਨੂੰ ਨਹੀਂ ਪਤਾ ਸੀ ਵੀ ਉਹ ਦਿਲ ਇਸ ਕੰਮ ਲਈ ਮਿਲਾਉਂਦੇ ਕਿ ਉਹਨਾਂ ਦਾ ਸਭ ਕੁਝ ਲੁੱਟ ਸਕੀਏ ਜੀ, ਧੋਖਾ ਦੇ ਸਕੀਏ।
ਇਹ ਤਾਂ ਬਹੁਤ ਸ਼ਾਤਰ ਨਿਕਲੀ ਜੀ। ਅਸੀਂ ਕਦੀ ਸੋਚਿਆ ਹੀ ਨਹੀਂ ਤਾਂ ਹੁਣ ਤੱਕ ਨਹੀਂ ਯਕੀਨ ਆਉਂਦਾ, ਕਿਉਂਕਿ 3 ਦਿਨ ਦੇ ਵਿੱਚ ਸਾਡੀ ਤਾਂ ਦੁਨੀਆ ਹੀ ਪਲਟ ਗਈ ਜੀ। ਇਹ ਸਮਝ ਲਓ ਵੀ ਪਹਿਲਾਂ ਹੱਸਦੇ ਸੀ, ਕੋਈ ਟੈਨਸ਼ਨ ਨਹੀਂ ਸੀ। ਹੁਣ ਅਸੀਂ ਦਿਨ ਰਾਤ ਹੀ ਸੋਚਾਂ 'ਚ ਰਹਿੰਦੇ ਵੀ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਰਹੀਦਾ ਹੁਣ ਵੀ ਇਹ ਕਿਆ ਹੋ ਗਿਆ ਸਾਡੇ ਦੇ ਨਾਲ, ਵੀ ਦੁਨੀਆ ਹੀ ਬਦਲ ਗਈ ਜੀ ਸਾਡੀ। ਇਹ ਇਸ ਕੰਮ ਦੇ ਨਾਲ ਤਾਂ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਤੇ ਵੱਧ ਤੋਂ ਵੱਧ ਇਹਨਾਂ ਤੇ ਕਾਰਵਾਈ ਹੋਵੇ ਤੇ ਸਾਨੂੰ ਇਨਸਾਫ ਮਿਲੇ ਜੀ ਇਸ ਕੰਮ 'ਚ ਜੀ। ਆਂਟੀ ਜਦੋਂ ਉਹ ਵਿਆਹ ਕੀਤਾ ਸੀਗਾ ਬਹੁਤ ਸਾਰੇ ਰੀਤੀ ਰਿਵਾਜ ਹੁੰਦੇ ਨੇ, ਮੈਨੂੰ ਲੱਗਦਾ ਰੀਤੀ ਰਿਵਾਜ ਕਰਦੇ ਕਰਦਾ ਸਾਰੀ ਦਿਹਾੜੀ ਵੀ ਲੰਘ ਜਾਂਦੀ ਹੈ ਜਦੋਂ ਆਪਾਂ ਵਿਆਹਣ ਜਾਂਦੇ ਹਾਂ ਨਾ। ਉੱਥੇ ਕਿੱਦਾਂ ਦੇ ਰੀਤੀ ਰਿਵਾਜ ਕੀਤੇ ਗਏ ਸੀਗੇ? ਕੋਈ ਸ਼ਗਨ ਵਿਹਾਰ ਕੁਝ ਕਿੱਦਾਂ ਦੇ? ਉਹਨਾਂ ਨੇ ਕੁਛ ਨਹੀਂ ਜੀ ਕੀਤਾ। ਉਹਨਾਂ ਨੇ ਤਾਂ ਸਿਰਫ ਇਹਨੂੰ 1100 ਰੁਪਈਆ ਤਾਂ ਇੱਕ ਪੈਂਟ ਕਮੀਜ਼ ਉਹ ਵੀ ਘਰੋਂ ਹੀ ਕੱਢ ਕੇ ਦੇ ਦਿੱਤੀ ਜੀ। ਆ ਉਹਨਾਂ ਨੇ ਕੀਤਾ ਤਾਂ ਜੀ ਰੀਤੀ ਰਿਵਾਜ, ਉਹਨਾਂ ਨੇ ਕੁਛ ਨਹੀਂ ਹੋਰ ਕੀਤਾ। ਉਦੋਂ ਨਹੀਂ ਲੱਗਾ ਵੀ ਇਹ ਕੀ ਕਰੀ ਜਾਂਦੇ ਨੇ ਨਵੇਂ ਰਿਵਾਜ, ਕਿ ਜ਼ਿਆਦਾ ਹੀ ਸਾਦੇ ਹੋ ਗਏ ਸੀ ਤੁਸੀਂ? ਉਹਨਾਂ ਨੇ ਇਹ ਕਿਹਾ ਤਾਂ ਨਾ ਵੀ ਹੁਣ ਤਾਂ ਮਤਲਬ ਵੀ ਟਾਈਮ ਨਹੀਂ ਹੈਗਾ, ਵੀ ਜਿੱਦਾਂ ਵੀ ਕਰੋਨਾ ਕਰਕੇ ਵੀ ਅਸੀਂ 16 ਤਰੀਕ ਤੋਂ ਬਾਅਦ 19 ਤਰੀਕ ਆਉਂਗੇ, ਉਸ ਦਿਨ ਸਾਰਾ ਕਰ ਲਵਾਂਗੇ। ਇਹ ਸਾਨੂੰ ਕਿਹਾ ਤਾਂ ਜੀ। ਤੇ ਫਿਰ ਜਿਸ ਦਿਨ 19 ਤਰੀਕ ਨੂੰ ਵਾਪਸ ਆਏ ਜਦੋਂ ਘਰੇ ਇੱਥੇ? 19 ਤਰੀਕ ਨੂੰ ਤਾਂ ਆਈ ਨਹੀਂ ਜੀ, 19 ਜੁਲਾਈ ਨੂੰ ਕਿਹਾ ਤਾਂ ਜੀ। 16 ਤਰੀਕ ਤੋਂ 8 ਜੁਲਾਈ ਨੂੰ ਤਾਂ ਉਹ ਚਲੇ ਹੀ ਗਏ। ਅੱਛਾ, ਉਸ ਤੋਂ ਪਹਿਲਾਂ ਹੀ ਚਲੇ ਗਏ? ਹਾਂਜੀ, ਉਸ ਤੋਂ ਪਹਿਲਾਂ ਤਾਂ ਉਹ ਚਲੇ ਹੀ ਗਏ, ਕਿਉਂਕਿ ਉਹ ਤਾਂ ਕਹਿੰਦੇ ਰਹੇ 16 ਤਰੀਕ ਉਹਦੀ ਆਪਣੀ ਤਲਾਕ ਦੇ ਜਿਹੜੇ ਕੋਰਟ 'ਚ ਕੇਸ ਚੱਲਦਾ ਉਹਦੇ ਕਰਕੇ ਉਹ ਚਲੇ ਗਏ ਲੈ ਕੇ। ਜਦੋਂ ਤੁਸੀਂ ਉੱਥੇ ਪਿੰਡ ਗਏ, ਪਿੰਡ ਦੇ ਲੋਕਾਂ ਨਾਲ ਵੀ ਤੁਹਾਡੀ ਗੱਲਬਾਤ, ਤੁਸੀਂ ਘਰ ਜਾਣ ਦੀ ਕੋਸ਼ਿਸ਼ ਕੀਤੀ ਜਾਂ ਨਹੀਂ ਕੀਤੀ? ਉਹਨਾਂ ਦੇ ਘਰ, ਪਾਰੁਲ ਦੇ ਘਰ ਪਹੁੰਚਣ ਦੀ ਕੋਸ਼ਿਸ਼ ਕੀਤੀ ਜਿੱਥੇ ਤੁਸੀਂ ਪਹਿਲੇ ਦਿਨ ਗਏ ਸੀ, ਵਿਆਹਣ ਗਏ ਸੀ ਜਦੋਂ? ਨਹੀਂ, ਅਸੀਂ ਫਿਰ ਉੱਥੇ ਤਾਂ ਨਹੀਂ ਸੀਗੇ ਵੀ, ਕਿਉਂਕਿ ਫੋਨ ਉਹਨਾਂ ਦੇ ਬੰਦ ਤੇ ਸਾਨੂੰ ਪਤਾ ਤਾਂ ਵੀ ਹੋ ਸਕਦਾ ਇਹਨਾਂ ਦੇ ਮਨ 'ਚ ਕੁਝ ਹੋਵੇ ਵੀ ਸਾਨੂੰ ਗਿਆ ਨੂੰ ਫਿਰ ਹੋਰ ਨਾ ਮਤਲਬ ਕੁਝ ਕਹਿ ਦੇ, ਕਿਆ ਪਤਾ ਹੁੰਦਾ ਜੀ ਕਿਸੇ ਦਾ। ਫਿਰ ਅਸੀਂ ਸਰਪੰਚ ਨਾਲ ਸੰਪਰਕ ਕਰਿਆ ਜੀ ਉੱਥੇ, ਬਾਕੀ ਪਿੰਡ ਦੇ ਬਾਕੀ ਲੋਕਾਂ ਨੂੰ ਵੀ ਦੱਸਿਆ। ਜਦ ਅਸੀਂ ਉਹਨਾਂ ਨੂੰ ਦੱਸਿਆ ਵੀ ਪਹਿਲਾਂ ਵੀ ਇਹਦੇ ਵਿਆਹ ਹੋ ਚੁੱਕੇ। ਫਿਰ ਅਸੀਂ ਸੋਚਿਆ ਵੀ ਇਹਨਾਂ ਦਾ ਤਾਂ ਕੰਮੇ ਇਹੀ ਹੈ। ਫਿਰ ਅਸੀਂ ਇਸ ਕਰਕੇ ਉਹਨਾਂ ਦੇ ਘਰ ਗਏ ਨਹੀਂ ਸੀ, ਸਰਪੰਚ ਨੂੰ ਮਿਲਣਾ ਹੀ ਬਿਹਤਰ ਸਮਝੇ। ਫਿਰ ਉਹਨਾਂ ਨੇ ਰਾਮ ਸਰੂਪ ਨਾਮ ਦਾ ਬੰਦਾ ਤਾਂ, ਹਾਂਜੀ, ਉੱਥੇ ਵੀ ਜਾ ਕੇ ਵੀ ਉਹਨਾਂ ਨੇ ਇਹੀ ਕਿਹਾ ਵੀ ਜਿੰਨੇ ਮਰਜ਼ੀ ਵਿਆਹ ਕਰਾਵੇ, ਤੁਸੀਂ ਕੁਝ ਨਹੀਂ ਕਰ ਸਕਦੇ। ਉੱਥੇ ਦੀ ਪੁਲਿਸ ਦੇ ਨਾਲ, ਲੋਕਲ ਪੁਲਿਸ ਨਾਲ ਸੰਪਰਕ ਕੀਤਾ ਕੋਈ? ਨਹੀਂ, ਉੱਥੇ ਦੀ ਲੋਕਲ ਪੁਲਿਸ ਨਾਲ ਕੋਈ ਸੰਪਰਕ ਨਹੀਂ ਕੀਤਾ, ਕਿਉਂਕਿ ਉਹ ਜਿਹੜੀ ਕਮਿਊਨਿਟੀ ਹੈ ਨਾ ਜੀ, ਇਹ ਸਾਨੂੰ ਤਾਂ ਰਾਜਪੂਤ ਦੱਸ ਕੇ ਉਹਨੇ ਵਿਆਹ ਕੀਤਾ ਸੀ, ਪਰ ਸਾਨੂੰ ਯਕੀਨ ਨਹੀਂ ਹੈ ਵੀ ਹੈਗੇ ਰਾਜਪੂਤ। ਜਿਹੜੇ ਯਾਦਵ ਕਮਿਊਨਿਟੀ ਹੈ ਉਸ ਪਿੰਡ 'ਚ 50 ਘਰ, ਉਸ ਪਿੰਡ 'ਚ 60-70 ਪਰਿਵਾਰ ਹੀ ਹੈ ਸਿਰਫ ਰਹਿੰਦੇ। 50 ਘਰ ਉਹ ਸਿਰਫ ਉਸੇ ਕਮਿਊਨਿਟੀ ਦੇ ਸੀਗੇ। ਉਹਨਾਂ ਦਾ ਉੱਥੇ ਬਹੁਤ ਬੋਲਬਾਲਾ ਹੈ। ਉਹ ਸਰਪੰਚ ਵੀ ਉਹਨਾਂ ਦੇ ਪਰਿਵਾਰ 'ਚੋਂ ਹੀ ਸੀ ਤੇ ਪੰਚਾਇਤ ਮੈਂਬਰ ਵੀ ਉਹਨਾਂ ਦੇ ਖੁਦ ਦੇ ਫੈਮਿਲੀ ਮੈਂਬਰ ਸੀ। ਸਾਡੀ ਉੱਥੇ ਕੋਈ ਸੁਣਾਈ ਨਹੀਂ, ਉਲਟਾ ਸਾਡੇ ਨਾਲ ਉਹਨੇ ਬਦਸਲੂਕੀ ਕੀਤੀ। ਅਸੀਂ ਉਹਨਾਂ ਦੇ ਪਰਿਵਾਰ 'ਚ ਤਾਂ ਨਹੀਂ ਗਏ। ਪਹਿਲਾਂ ਅਸੀਂ ਸੋਚਿਆ ਸੀ ਵੀ ਇਹਨਾਂ ਦੇ ਘਰ ਜਾਈਏ, ਇੱਕ ਵਾਰੀ ਪੁੱਛ ਲਈਏ ਵੀ ਕਿਆ ਗੱਲ ਕਿਆ ਹੋਈ, ਫੋਨ ਕਾਹਦੇ ਬੰਦ ਹੈ। ਪਰ ਸਾਡੇ ਦਿਮਾਗ 'ਚ ਆਇਆ ਵੀ ਜਿਹੜੇ ਸਾਡਾ ਸਮਾਨ ਸਾਰਾ ਲਿਜਾ ਸਕਦੇ, ਘਰ ਬੁਲਾ ਕੇ ਵੀ ਸਾਡੇ, ਕਿਉਂਕਿ ਲੋਕਲ ਪੁਲਿਸ ਨਾਲ ਸਾਨੂੰ ਪਤਾ ਲੱਗਿਆ ਉੱਥੇ ਵੀ ਕਾਫੀ ਇਹ ਗੈਂਗ ਚੱਲਦਾ ਇਕੱਠਾ। ਕਿਉਂਕਿ ਸਾਨੂੰ ਪਿੰਡ ਤੋਂ ਜਦ ਪਤਾ ਹੀ ਲੱਗ ਗਿਆ ਤਾਂ ਵੀ ਇਹਨਾਂ ਦੇ ਹੋਰ ਵੀ ਵਿਆਹ ਹੋਏ ਵੇ, ਫਿਰ ਸਾਨੂੰ ਤਾਂ ਪੂਰਾ ਯਕੀਨ ਹੋ ਗਿਆ ਵੀ ਲੋਕਲ ਪੁਲਿਸ ਦੀ ਮਿਲੀ ਭੁਗਤ ਨਾਲੇ ਹੁੰਦਾ। ਕਿਉਂਕਿ ਪਹਿਲਾਂ ਇਹ ਵਿਆਹ ਕਰਦੇ ਬੰਦੇ ਨਾਲ, ਉਹਦਾ ਸਭ ਕੁਝ ਲੁੱਟ ਲੈਂਦੇ। ਜੇ ਬੰਦਾ ਇਹਨਾਂ ਦਾ ਪਿੱਛਾ ਕਰਦਾ ਤਾਂ ਉਹਦੇ ਪਰ ਲੋਕਲ ਕੇਸ ਦਰਜ ਕਰਾ ਦਿੰਦੇ ਵੀ ਤਾਂ ਕਿ ਇਹਨਾਂ ਦੇ ਘਰ ਨਾ ਜਾ ਸਕੇ। ਸਾਨੂੰ ਜਦ ਇਹ 2 ਸ਼ਾਦੀਆਂ ਦਾ ਪਤਾ ਲੱਗ ਗਿਆ ਉੱਥੇ ਪਿੰਡ 'ਚ ਪਹੁੰਚਣ ਤੇ, ਫਿਰ ਤਾਂ ਕਰਕੇ ਅਸੀਂ ਇਸ ਗੱਲ ਕਰਕੇ ਹੀ ਉਹਨਾਂ ਦੇ ਘਰ ਨਹੀਂ ਗਏ ਵੀ ਸਾਡੇ ਪਰ ਕਿਆ ਪਤਾ ਕੱਲ੍ਹ ਨੂੰ ਕੋਈ ਹੋਰ ਗਲਤ ਇੰਜਾਮ ਲਗਾ ਦੇਣ। ਅਸੀਂ ਇੰਦਰਜੀਤ ਦੇ ਪਰਿਵਾਰ ਦਾ ਲਗਾਤਾਰ ਪੱਖ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਚਾਹਾਂਗੇ ਵੀ ਜਿਸ ਨੰਬਰ ਦੇ ਉੱਤੇ ਪਾਰੁਲ ਦੇ ਨਾਲ ਤੁਹਾਡੀ ਸਾਰੀ ਗੱਲਬਾਤ ਹੋਈ ਸੀ, ਜਿਸ ਨੰਬਰ ਤੋਂ ਤੁਹਾਡੇ ਨਾਲ ਕੰਟੈਕਟ ਹੋਇਆ ਸੀ, ਉਸੇ ਨੰਬਰ ਤੇ ਇੱਕ ਵਾਰ ਪਾਰੁਲ ਦੇ ਨਾਲ, ਪਾਰੁਲ ਦੀ ਫੈਮਿਲੀ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੀਏ ਤਾਂ ਜੋ ਆਪਾਂ ਉਹਨਾਂ ਦਾ ਪੱਖ ਵੀ ਸੁਣ ਸਕੀਏ। ਕਿਉਂਕਿ ਸਾਡਾ ਮੀਡੀਆ ਦਾ ਫਰਜ਼ ਇਹੀ ਹੈ ਵੀ ਆਪਾਂ ਦੋਨਾਂ ਧਿਰਾਂ ਦੀ ਗੱਲਬਾਤ ਸੁਣ ਕੇ ਫੇਰ ਹੀ ਲੋਕਾਂ ਦੇ ਸਾਹਮਣੇ ਲਾਈਏ। ਸੋ ਮੈਂ ਚਾਹੂੰਗਾ ਵੀ ਤੁਸੀਂ ਇੱਕ ਵਾਰ ਪਾਰੁਲ ਦੇ ਜਿਸ ਨੰਬਰ ਤੋਂ ਤੁਹਾਡਾ ਸਾਰੀ ਇਹ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਇਆ ਸੀ, ਜਿੱਥੋਂ ਕੰਟੈਕਟ ਹੋਇਆ ਸੀ, ਜਿੱਥੇ ਮੈਸੇਜ ਵਗੈਰਾ ਹੋਏ ਸੀ, ਉਸ ਨੰਬਰ ਤੋਂ ਸਪੀਕਰ ਲਾ ਕੇ ਇੱਕ ਵਾਰੀ ਸਾਡੀ ਵੀ ਜ਼ਰੂਰ ਗੱਲ ਕਰਵਾਓ ਜੇ ਉਹਨਾਂ ਦੇ ਨਾਲ ਗੱਲ ਹੋ ਪਾਉਂਦੀ ਹੈ ਤੇ। ਦਰਸ਼ਕਾਂ ਨੂੰ ਦੱਸ ਦਈਏ ਵੀ ਇਸੇ ਨੰਬਰ ਦੇ ਉੱਤੋਂ ਹੀ ਇੰਦਰਜੀਤ ਦੇ ਨਾਲ ਪਾਰੁਲ ਦੇ ਵੱਲੋਂ ਸੰਪਰਕ ਕੀਤਾ ਗਿਆ ਸੀ। ਇਸੇ ਨੰਬਰ ਦੇ ਉੱਤੇ WhatsApp ਚੈਟ ਹੋਈ ਸੀ, ਇਸੇ ਤੋਂ ਹੀ ਰਿਸ਼ਤੇ ਦੀਆਂ ਗੱਲਾਂ ਬਾਤਾਂ ਹੋਈਆਂ ਸੀ। ਤਸਵੀਰਾਂ ਇੱਕ ਦੂਜੇ ਦੀਆਂ ਸਾਂਝੀਆਂ ਕਰਕੇ ਇੱਕ ਦੂਜੇ ਨੂੰ ਪਸੰਦ ਕੀਤਾ ਗਿਆ ਸੀ। ਵਿਆਹ ਦੀ ਡੇਟ ਫਿਕਸ ਕੀਤੀ ਗਈ ਸੀ। ਸਾਰੀ ਤਮਾਮ ਜਿਹੜੀ ਗੱਲਬਾਤ ਹੈ ਇਸੇ ਨੰਬਰ ਤੋਂ ਹੋਈ ਸੀ। ਪਰ ਹੁਣ ਇਹ ਨੰਬਰ ਦੇ ਉੱਤੇ ਸਿਰਫ ਕਾਲਿੰਗ ਆ ਰਿਹਾ। ਥੋੜ੍ਹੀ ਜਿਹੀ ਟੈਕਨੀਕਲੀ ਮੈਂ ਆਪਣੇ ਦਰਸ਼ਕਾਂ ਨੂੰ ਇਹ ਗੱਲ ਦੱਸਣੀ ਚਾਹੁੰਦਾ ਵੀ ਜੇਕਰ ਇਹ ਨੰਬਰ ਪਾਰੁਲ ਦਾ ਨੰਬਰ ਸਵਿਚ ਔਨ ਹੋਵੇ ਜਾਂ ਇਹ ਨੰਬਰ ਚੱਲਦਾ ਹੋਵੇ ਤਾਂ ਇੱਥੇ ਕਾਲਿੰਗ ਦੀ ਜਗ੍ਹਾ ਦੇ ਉੱਤੇ ਰਿੰਗਿੰਗ ਆਏਗਾ, ਭਾਵ ਕਿ ਉਹਨਾਂ ਦੇ ਫੋਨ ਦੇ ਉੱਤੇ ਰਿੰਗ ਜਾ ਰਹੀ ਹੈ। ਪਰ ਇਸ ਟਾਈਮ ਸਿਰਫ ਕਾਲਿੰਗ ਆ ਰਿਹਾ। ਟੈਕਨੀਕਲੀ ਜੇ ਦੇਖਿਆ ਜਾਵੇ ਤਾਂ ਆਮ ਤੌਰ ਦੇ ਉੱਤੇ ਇਹੀ ਦੇਖਣ ਨੂੰ ਆਉਂਦਾ ਵੀ ਜਦੋਂ ਅਸੀਂ ਕਿਸੇ ਨੂੰ WhatsApp
ਦੇ ਉੱਤੇ ਕਾਲ ਕਰਦੇ ਆ, ਵੈਸੇ ਵੀ ਇਹ ਨੰਬਰ ਬੰਦ ਆ ਰਿਹਾ, ਪਰ ਜਦੋਂ WhatsApp ਦੇ ਉੱਤੇ ਅਸਲੀਅਤ ਦੇ ਵਿੱਚ ਇਹਨੂੰ ਚੈੱਕ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਇੱਥੇ ਸਿਰਫ ਰਿੰਗਿੰਗ ਆਉਂਦਾ ਹੈ, ਵੀ ਭਾਵ ਕਿ ਅਗਲੇ ਬੰਦੇ ਦੇ ਉੱਤੇ ਫੋਨ ਦੇ ਉੱਤੇ ਰਿੰਗ ਜਾ ਰਹੀ ਹੈ ਤੇ ਉਸ ਬੰਦੇ ਨੂੰ ਪਤਾ ਲੱਗ ਰਿਹਾ ਮੈਨੂੰ ਕੋਈ ਕਾਲ ਆ ਰਹੀ ਹੈ। ਪਰ ਹੁਣ ਸਿਰਫ ਇਹਦੇ ਉੱਤੇ ਕਾਲਿੰਗ ਆਈ ਹੈ, ਇਹਦਾ ਭਾਵ ਕਿ ਉਸ ਫੋਨ ਦੇ ਉੱਤੇ ਨਾ ਤਾਂ ਨੈਟ ਚੱਲ ਰਿਹਾ ਤੇ ਨਾ ਹੀ ਉਹ ਫੋਨ ਹੀ ਔਨ ਹੈ। ਸੋ ਅਸੀਂ ਕੋਸ਼ਿਸ਼ ਕੀਤੀ ਪਾਰੁਲ ਦੇ ਪਰਿਵਾਰ ਦੇ ਨਾਲ ਸੰਪਰਕ ਕਰਨ ਦੀ, ਉਸੇ ਨੰਬਰ ਦੇ ਉੱਤੇ ਜਿਸ ਨੰਬਰ ਤੋਂ ਪਾਰੁਲ ਦੇ ਵੱਲੋਂ ਇੰਦਰਜੀਤ ਦੇ ਨਾਲ ਸੰਪਰਕ ਕੀਤਾ ਗਿਆ ਸੀ, ਸਾਰਾ ਵਿਆਹ ਪਲਾਨ ਕੀਤਾ ਗਿਆ ਸੀ। ਮੈਂ ਥੋੜ੍ਹਾ ਜਿਹਾ ਚੈਟ ਦੇ ਵੱਲ ਜਾਣਾ ਚਾਹੂੰਗਾ, ਕਿੰਨੇ ਕੁ ਦਿਨ ਤੁਹਾਡੀ ਇਹ ਜਿਹੜੀ ਚੈਟ ਚੱਲੀ ਔਰ ਉਹ ਚੈਟ ਦੇ ਦਰਮਿਆਨ ਕੋਈ ਲੱਗਾ ਵੀ ਪਾਰੁਲ ਦੇ ਮਨ 'ਚ ਕੋਈ ਲਾਲਚ ਜਾਂ ਕੋਈ ਪਲਾਨ ਹੈਗਾ? ਨਹੀਂ ਜੀ, ਚੈਟ ਸਿਰਫ ਸਾਡੀ 1 ਤਰੀਕ ਤੋਂ ਹੀ ਸ਼ੁਰੂ ਹੋਈ ਜੀ। ਸਿਰਫ 2 ਤਰੀਕ ਦੀ ਸਾਡੀ ਚੈਟ ਹੋਈ। ਜਦ ਤੱਕ ਅਸੀਂ ਉਹਨਾਂ ਦੇ ਘਰ ਨਹੀਂ ਪਹੁੰਚੇ ਉਹਨਾਂ ਨੂੰ ਲੈਣ, ਜਦ ਤੱਕ ਚੈਟ ਹੋਈ। ਉਸ ਤੋਂ ਬਾਅਦ ਅਸੀਂ ਉਹਨੂੰ ਲੈ ਕੇ ਆ ਗਏ। ਬਸ 2 ਦਿਨ ਦੇ ਵਿੱਚ ਹੀ ਸਭ ਕੁਝ ਹੋ ਗਿਆ। 1 ਤੋਂ 3 ਤਰੀਕ ਦੇ ਵਿੱਚ ਨਾ ਉਸ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਜਾਣਦੇ ਸੀ, ਨਾ ਇਹ ਸਾਨੂੰ ਜਾਣਦੇ ਸੀ, ਨਾ ਕਦੀ ਗੱਲਬਾਤ ਹੋਈ ਜੀ। 1 ਤਰੀਕ ਨੂੰ ਇਹਨਾਂ ਦਾ ਰਿਕੁਐਸਟ ਆਈ ਸੀ ਸਾਨੂੰ shaadi.com ਤੇ 1 ਨੂੰ ਹੀ ਸਾਡੀ ਗੱਲਬਾਤ ਸ਼ੁਰੂ ਹੋਈ ਤੇ 3 ਨੂੰ ਅਸੀਂ ਇਹਨੂੰ ਲੈਣ ਚਲੇ ਗਏ, ਇਹਦੇ ਪਰਿਵਾਰ ਦੇ ਮੈਂਬਰਾਂ ਨੂੰ, ਤੇ ਉਹਨੇ ਸਾਡੇ ਨਾਲ ਆ ਕੇ ਤੇ ਸਾਨੂੰ ਆਪਣੇ ਨਾਲ ਹੀ ਲੈ ਗਏ ਜ਼ਬਰਦਸਤੀ ਵੀ ਚਲੋ ਅੱਜ ਹੀ ਕਰਨਾ ਜੀ, ਅੱਜ ਹੀ ਕਰਨਾ। ਬਾਕੀ ਪ੍ਰੋਗਰਾਮ 16 ਤੋਂ ਬਾਅਦ ਕਹਿੰਦੇ ਜਿਹੜੀ 19 ਤਰੀਕ ਦਾ ਸੰਡੇ ਆਉਂਦੇ ਆ ਵੀ ਉਦੋਂ ਨੂੰ ਅਸੀਂ ਕਰ ਲਵਾਂਗੇ ਫੰਕਸ਼ਨ, ਜੋ ਵੀ ਦੇਣ ਲੈਣ ਦਾ ਜਾਂ ਜੋ ਵੀ ਅਸੀਂ ਸ਼ਗਨ ਵਿਹਾਰ ਕਰਨੇ ਵੀ ਅੱਜ ਸਿਰਫ ਅਸੀਂ ਕੁੜੀ ਤੋੜ ਦੇਣੀ, ਚੁੰਨੀ ਚੜਾ ਕੇ ਤੁਸੀਂ ਲੈ ਜਾਓ। shaadi.com ਦੇ ਉੱਤੇ ਦੱਸ ਦਿਓ ਵੀ ਇੱਥੇ ਪ੍ਰੋਫਾਈਲ ਬਣੀ ਸੀਗੀ, ਕੋਈ shaadi.com ਨੂੰ ਤੁਸੀਂ ਮੇਲ ਪਾਈ ਹੈ ਆਪਣੇ ਵੱਲੋਂ ਵੀ ਮੇਰੇ ਨਾਲ ਇਦਾਂ ਦੀ ਧੋਖਾਧੜੀ ਹੋਈ ਹੈ ਔਰ ਤੁਹਾਡੀ ਵੈਬਸਾਈਟ ਦੇ ਉੱਤੇ ਹੀ ਇਹ ਪ੍ਰੋਫਾਈਲ ਸੀਗੀ ਕੁੜੀ ਦੀ, ਤੁਸੀਂ ਥੋੜ੍ਹਾ ਮੈਨੂੰ ਵੈਰੀਫਾਈ ਕਰਨ ਦੇ ਵਿੱਚ ਮਦਦ ਕਰ ਦਿਓ? ਕਿਉਂਕਿ ਆਪਾਂ ਦਰਸ਼ਕਾਂ ਨੂੰ ਵੀ ਦੱਸ ਦਈਏ, ਜਾਂ ਆਪਾਂ ਕਿਸੇ ਵੀ ਵੈਬਸਾਈਟ ਦੇ ਉੱਤੇ ਜਾਂ shaadi.com ਹੀ ਕਿਉਂ ਨਾ ਹੋਵੇ, ਆਪਾਂ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਸਵਾਲ ਨਹੀਂ ਖੜੇ ਕਰ ਰਹੇ, ਨਾ ਆਪਾਂ ਕਿਸੇ ਵੈਬਸਾਈਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਵੈਬਸਾਈਟ ਦਾ ਜ਼ਿਕਰ ਇਸੇ ਕਰਕੇ ਆ ਰਿਹਾ ਕਿਉਂਕਿ ਇਹਨਾਂ ਦਾ ਜਿਹੜਾ ਰਿਸ਼ਤਾ ਉਹ ਇੱਥੋਂ ਹੀ ਪ੍ਰੋਫਾਈਲ ਦੇ ਉੱਤੋਂ shaadi.com ਦੇ ਉੱਤੇ ਬਣੀ ਪ੍ਰੋਫਾਈਲ ਦੇ ਉੱਤੋਂ ਹੀ ਤੈਅ ਹੋਇਆ ਸੀ। ਸਾਡਾ ਮਕਸਦ ਕਿਸੇ ਵੀ ਵੈਬਸਾਈਟ ਨੂੰ ਬਦਨਾਮ ਕਰਨਾ ਨਹੀਂ ਹੈ ਤੇ ਨਾ ਹੀ ਇਹਨਾਂ ਇਲਜ਼ਾਮਾਂ ਦੇ ਉੱਤੋਂ ਜਿਹੜੀ ਇਲਜ਼ਾਮਾਂ ਦੀ ਅਸੀਂ ਖੁਦ ਪੁਸ਼ਟੀ ਕਰਦੇ ਹਾਂ, ਕਿਉਂਕਿ ਭਾਣਾ ਇਹਨਾਂ ਦੇ ਨਾਲ ਵਾਪਰਿਆ। ਇਲਜ਼ਾਮ ਇਹਨਾਂ ਦੇ ਨਿੱਜੀ ਨੇ ਔਰ ਇਹਨਾਂ ਦੇ ਵੱਲੋਂ ਪਾਰੁਲ ਨਾਮ ਦੀ ਕੁੜੀ ਦੇ ਉੱਤੇ ਲਗਾਏ ਜਾ ਰਹੇ ਨੇ। ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ FIR ਵੀ ਦਰਜ ਕੀਤੀ ਹੈ, ਉਸੇ ਬਿਹਾਫ ਦੇ ਉੱਤੇ ਸਾਰਾ ਇੰਟਰਵਿਊ ਹੋਇਆ। ਕਿਸੇ ਤਰ੍ਹਾਂ ਦੀ ਆਪਾਂ ਕਿਸੇ ਵੀ ਵੈਬਸਾਈਟ ਦੇ ਉੱਤੇ ਸਵਾਲ ਨਹੀਂ ਖੜੇ ਕਰ ਰਹੇ, ਕਿਸੇ ਵੈਬਸਾਈਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਅਸੀਂ ਨਹੀਂ ਕਰ ਰਹੇ ਹਾਂ। ਜਿਹੜੀ ਇਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਵੀ ਇਹਨਾਂ ਦੇ ਨਿੱਜੀ ਇਲਜ਼ਾਮ ਨੇ ਔਰ ਇਸ ਦੇ ਵਿੱਚ ਪੁਲਿਸ ਜਿਹੜੀ ਹੈ ਕਾਨੂੰਨੀ ਕਾਰਵਾਈ ਵੀ ਕਰ ਰਹੀ ਹੈ। shaadi.com ਦੀ ਮੈਂ ਗੱਲ ਕਰ ਰਿਹਾ ਸੀ, ਉਹਨਾਂ ਨੂੰ ਕੋਈ ਮੇਲ ਵਗੈਰਾ ਕੀਤੀ? ਨਹੀਂ, shaadi.com ਤੇ ਇੱਥੇ ਈਮੇਲ ਆਈਡੀ ਨਹੀਂ ਹੁੰਦੀ ਇਹਨਾਂ ਦੀ ਜੀ। ਇੱਕ ਸਾਡੇ ਜਿਹੜੇ ਮੈਡਮ ਹੈ ਨਾ, ਰਿਲੇਸ਼ਨ ਮੈਨੇਜਰ ਸਾਨੂੰ ਮਿਲਦੇ ਹੁੰਦੇ ਜਦ ਪ੍ਰੋਫਾਈਲ ਬਣਦਾ ਨਾ। ਮੇਰੇ ਸਾਕਸ਼ੀ ਮੈਡਮ ਹੈ ਇੱਕ, ਮੈਂ ਉਹਨਾਂ ਨੂੰ ਫੋਨ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਫੋਨ ਨਹੀਂ ਅਟੈਂਡ ਕਰਦੇ। ਉਹਨਾਂ ਦੀ ਉਹ ਤਾਂ ਬਸ ਉਹਨਾਂ ਦੀ ਇੰਨੀ ਕੀ ਜ਼ਿੰਮੇਵਾਰੀ ਹੈ ਵੀ ਆਈਡੀ ਬਣਾਓ। ਤੇ ਅਖੀਰ 'ਚ ਚਾਹੂੰਗਾ ਉਹ ਜਿਹੜੇ ਮੈਡਮ shaadi.com ਵਾਲੇ ਜਿਹੜੇ ਮੈਨੇਜਰ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਨੂੰ ਵੀ ਇੱਕ ਕਾਲ ਲਾਓ ਸਾਡੇ ਨਾਲ, ਆਪਾਂ ਉਹਨਾਂ ਦੇ ਥਰੂ ਵੀ ਗੱਲ ਕਰਨਾ ਚਾਹੂੰਗੇ, ਉਹਨਾਂ ਦੇ ਨਾਲ ਵੀ ਉਸ ਵੈਬਸਾਈਟ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ। ਅਸੀਂ ਉਹਨਾਂ ਤੋਂ ਸਿਰਫ ਇੰਨਾ ਜਾਣਨਾ ਚਾਹੁੰਦੇ ਹਾਂ ਵੀ ਕੀ ਜਦੋਂ ਕੋਈ ਪ੍ਰੋਫਾਈਲ ਬਣਦੀ ਹੈ ਉਹਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ, ਕਿਉਂਕਿ ਸ਼ਾਇਦ ਜਦੋਂ ਪ੍ਰੋਫਾਈਲ ਬਣਦੀ ਹੈ ਤਾਂ ਪੈਸੇ ਵਗੈਰਾ ਵੀ ਇਹਦੇ ਉੱਤੇ ਕਟਾਉਂਦੇ ਨੇ। ਹਾਂਜੀ, ਇਹਦੇ 'ਚ 6325 ਰੁਪਏ ਲੈਂਦੇ ਆ ਜੀ। ਇਹ ਜਦ ਆਈਡੀ ਬਣਦੀ ਹੈ ਤਾਂ ਇਹਨਾਂ ਨੂੰ ਡਿਪੋਜ਼ਿਟ ਕਰਨੇ ਪੈਂਦੇ 6325 ਰੁਪਏ, ਫਿਰ ਇਹ ਇੰਪਰੂਵਲ ਦਿੰਦੇ ਆ ਤੁਹਾਡੀ ਪ੍ਰੋਫਾਈਲ ਦੀ। ਮੈਂ ਚਾਹੂੰਗਾ ਇੱਕ ਵਾਰੀ ਉਹਨਾਂ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਵੀ ਇੱਕ ਕਾਲ ਕੀਤੀ ਜਾਵੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਉਹਨਾਂ ਦਾ ਪੱਖ ਵੀ ਜਾਣਦੇ ਹਾਂ, ਟੈਕਨੀਕਲੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵੀ ਕਿੱਥੇ ਲੈਪਸ ਰਹਿ ਗਿਆ, ਕਿੱਥੇ ਕਮੀ ਰਹੀ ਹੈ ਵੀ ਇੱਕ ਬੰਦੇ ਦੀ ਪ੍ਰੋਫਾਈਲ ਨੂੰ ਚੈੱਕ ਨਹੀਂ ਕੀਤਾ ਗਿਆ ਔਰ ਉਹ ਇਨਸਾਨ ਦੇ ਉੱਤੇ ਹੁਣ ਧੋਖੇਧੜੀ ਦੇ ਇਲਜ਼ਾਮ ਲੱਗ ਰਹੇ ਨੇ। ਮੈਂ ਚਾਹੂੰਗਾ ਵੀ ਉਹਨਾਂ ਨੂੰ ਇੱਕ ਕਾਲ ਜ਼ਰੂਰ ਕੀਤੀ ਜਾਵੇ। ਦੋਸਤੋ, ਬਹੁਤ ਸਾਰੇ ਰਿਸ਼ਤੇ ਕਾਮਯਾਬ ਵੀ ਹੁੰਦੇ ਨੇ, shaadi.com ਹੋਵੇ ਚਾਹੇ ਹੋਰ ਸਾਰੀਆਂ ਇਦਾਂ ਦੀਆਂ ਵੈਬਸਾਈਟਸ ਹੋਣ, ਉਹਨਾਂ ਤੋਂ ਰਿਸ਼ਤੇ ਹੁੰਦੇ ਨੇ। ਅਖਬਾਰਾਂ ਦੇ ਵਿੱਚੋਂ ਪੜ੍ਹ ਕੇ ਇੱਕ ਦੂਸਰੇ ਪਰਿਵਾਰ ਮਿਲ ਕੇ ਰਿਸ਼ਤੇ ਕਰਦੇ ਨੇ, ਲੰਬੀ ਜਿਹੜੇ ਬਹੁਤ ਖੁਸ਼ੀ ਦੇ ਨਾਲ ਉਹਨਾਂ ਦੇ ਰਿਸ਼ਤੇ ਨਿਭਦੇ ਵੀ ਨੇ, ਪਰ ਇੱਦਾਂ ਦੇ ਕਈ ਵਾਰ ਮਾਮਲੇ ਸਾਨੂੰ ਦੇਖਣ ਨੂੰ ਮਿਲ ਜਾਂਦੇ ਨੇ। ਇਹਦੇ ਵਿੱਚ ਸ਼ਾਇਦ ਮੈਨੂੰ ਲੱਗਦਾ ਹੈ ਕਿਸੇ ਵੈਬਸਾਈਟ ਦਾ ਜਾਂ ਕਿਸੇ ਇਨਸਾਨ ਦਾ ਕਸੂਰ ਨਹੀਂ, ਕਸੂਰ ਸਿਰਫ ਲਾਲਚ ਤੇ ਧੋਖਾਧੜੀ ਜਿਹੜਾ ਵਿਸ਼ਵਾਸ ਹੈ ਉਹਨੂੰ ਤੋੜਨ ਦਾ ਹੈ। ਸੋ ਇੰਦਰਜੀਤ ਕੋਸ਼ਿਸ਼ ਕਰ ਰਹੇ ਨੇ ਜਿਹੜੇ ਮੈਡਮ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ। ਆਂਟੀ, ਜਦ ਤੱਕ ਤੁਹਾਡੇ ਨਾਲ ਗੱਲ ਕਰਦੇ ਹਾਂ, ਪਾਰੁਲ ਨੂੰ ਆਪਣੇ ਹੱਥੀਂ ਸ਼ਗਨ ਕਿੰਨੇ ਕੁ ਪੈਸੇ ਪਾਤੇ ਸੀ ਤੁਸੀਂ? ਕਿੱਦਾਂ ਭਾਈ? ਮਤਲਬ ਜਦੋਂ ਕਹਿੰਦੇ ਨੋ ਆਉਂਦੀ ਆ ਉਹਨੂੰ ਆਪਾਂ ਸ਼ਗਨ ਪਾਉਂਦੇ ਹਾਂ, ਕਈ ਵਾਰ ਕੋਈ 5100 ਖੁਸ਼ੀ ਦੇ ਨਾਲ ਦੇ ਦਿੰਦਾ, ਕੋਈ 11000 ਦਿੰਦਾ, ਤੁਹਾਡੀ ਖੁਸ਼ੀ ਕਿੱਥੋਂ ਤੱਕ ਗਈ ਸੀ? ਮੈਂ ਰਿੰਗ ਪਾਈ ਤੀ ਜੀ ਉਹਨੂੰ ਜਦੋਂ ਆਈ ਤੀ, ਸੋਨੇ ਦੀ ਰਿੰਗ। ਹਾਂਜੀ, ਇਹ ਪਹਿਲਾਂ ਸੋਚਿਆ ਸੀਗਾ ਵੀ ਬੇਟੇ ਦਾ ਵਿਆਹ ਸਾਦਾ ਹੀ ਕਰਨਾ, ਵੀ ਅਸੀਂ ਪ੍ਰਮਾਤਮਾ ਨੇ ਜੋ ਦੇਤਾ ਬਹੁਤ ਕੁਝ ਦੇਤਾ, ਹੁਣ ਅਸੀਂ ਦਾਜ ਨਹੀਂ ਲੈਣਾ, ਇਸ ਰੀਤੀ ਰਿਵਾਜ ਨੂੰ ਚੇਂਜ ਕਰ। ਇਹ ਸੋਚਿਆ ਹੋਇਆ ਤਾਂ ਜੀ ਪਹਿਲਾਂ ਤੇ ਵੀ ਕੁਛ ਨਹੀਂ ਲੈਣਾ ਹੈਗਾ, ਵੀ ਸਾਦਾ ਹੀ ਕਰਨਾ ਜੀ ਵਿਆਹ। ਤਾਂ ਜਦੋਂ ਆਈ ਤਾਂ ਫਿਰ ਜਿੱਦਾਂ ਹੁੰਦਾ ਹੀ ਰਿਵਾਜ ਉਹ ਕੀਤਾ ਤਾਂ ਮੈਂ ਰਿੰਗ ਪਾਈ ਤੀ ਜੀ। ਹਾਂਜੀ, ਸੋਨੇ ਦੀ। ਹੁਣ
ਸੋ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇੰਦਰਜੀਤ ਉਹਨਾਂ ਦੇ ਮੁਤਾਬਕ ਇਹਨਾਂ ਦੇ ਵੱਲੋਂ ਕਈ ਵਾਰ ਅਧਿਕਾਰੀਆਂ ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਗਈ shaadi.com ਦੇ ਅਧਿਕਾਰੀਆਂ ਨੂੰ ਇਹ ਜਿਹੜੀ ਕਹਿਣਾ ਹੈ ਇਹ ਨਿੱਜੀ ਵਿਚਾਰ ਨੇ ਇੰਦਰਜੀਤ ਦੇ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਪਰ ਉਹਨਾਂ ਦਾ ਫੋਨ ਨਹੀਂ ਚੁੱਕਦੇ। ਅਸੀਂ ਵੀ shaadi.com ਵੈਬਸਾਈਟ ਨੂੰ ਇਹੀ ਅਪੀਲ ਕਰਦੇ ਹਾਂ ਵੀ ਜੇਕਰ ਇਹਨਾਂ ਦੇ ਨਾਲ ਕੋਈ ਧੋਖਾਧੜੀ ਹੋਈ ਹੈ ਤਾਂ ਤੁਸੀਂ ਇਸ ਪਰਿਵਾਰ ਦੇ ਨਾਲ ਖੜੋ, ਆ ਕੇ ਇਸ ਪਰਿਵਾਰ ਦੀ ਮਦਦ ਕਰੋ। ਔਰ ਇੱਕ ਵਾਰ ਫਿਰ ਦਰਸ਼ਕਾਂ ਨੂੰ ਦੱਸ ਦੇਵਾਂ ਵੀ ਇਸ ਮਾਮਲੇ ਦੇ ਵਿੱਚ ਸਾਡਾ ਮਕਸਦ ਕਿਸੇ ਵੈਬਸਾਈਟ ਨੂੰ ਬਦਨਾਮ ਕਰਨ ਦਾ ਨਹੀਂ ਹੈ, ਸਿਰਫ ਜੋ ਲੋਕਾਂ ਦੇ ਨਾਲ ਧੋਖਾ ਹੋਇਆ ਹੈ, ਇਸ ਪਰਿਵਾਰ ਦੇ ਨਾਲ ਧੋਖਾ ਹੈ, ਉਸ ਨੂੰ ਆਮ ਪਬਲਿਕ ਤੱਕ ਪਹੁੰਚਾਉਣ ਦਾ, ਤਾਂ ਜੋ ਅਜਿਹੇ ਸ਼ਾਤਰ ਗਰੋਹਾਂ ਦੇ ਚੰਗੁਲ ਦੇ ਵਿੱਚ ਹੋਰ ਲੋਕ ਨਾ ਫਸਣ ਸਕਣ। ਆਖਰੀ ਸਵਾਲ ਲਊਂਗਾ, ਹੁਣ ਮੰਗ ਕੀ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ? ਅਸੀਂ ਮੰਗ ਪ੍ਰਸ਼ਾਸਨ ਤੋਂ ਇਹੀ ਕਰਦੇ ਹਾਂ ਵੀ ਜਿਹੜੇ ਇਹ ਪਰਿਵਾਰ ਦੇ ਮੈਂਬਰ ਹੈ ਤੇ ਇਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਤਾਂ ਇਹਨੀ ਕਰ ਦਿੱਤੀ ਹੈ ਤੇ ਹੁਣ ਇਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਤੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਜੀ, ਤੇ ਹੋਰਾਂ ਨਾਲ ਇਹ ਧੋਖਾ ਨਾ ਕਰੇ ਪਰਿਵਾਰ, ਤੇ ਇਹਨਾਂ ਨੂੰ ਰੋਕਿਆ ਜਾਵੇ ਤੇ ਇਹਨਾਂ ਨੂੰ ਨੱਥ ਪਾਈ ਜਾਵੇ ਇਸ ਪਰਿਵਾਰ ਨੂੰ, ਪਾਰੁਲ ਤੇ ਉਹਦੀ ਫੈਮਿਲੀ ਨੂੰ ਜੀ। ਜੀ ਬਿਲਕੁਲ, ਪਰਿਵਾਰ ਦੇ ਵੱਲੋਂ ਮੰਗ ਕੀਤੀ ਗਈ ਹੈ ਪ੍ਰਸ਼ਾਸਨ ਤੋਂ ਵੀ ਬੇਸ਼ੱਕ FIR ਲਾਂਚ ਕਰ ਦਿੱਤੀ ਗਈ ਹੈ ਪਰ ਇਹ ਲੋਕ ਜਲਦ ਤੋਂ ਜਲਦ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਣੇ ਚਾਹੀਦੇ ਨੇ ਤਾਂ ਜੋ ਹੋਰ ਲੋਕ ਅਜਿਹੇ ਲੋਕਾਂ ਦੀ ਧੋਖਾਧੜੀ ਦਾ ਸ਼ਿਕਾਰ ਨਾ ਹੋਣ। ਅਸੀਂ ਵੀ ਦਰਸ਼ਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਜਦੋਂ ਵੀ ਕਿਤੇ ਅਸੀਂ ਵੈਬਸਾਈਟ ਜਾਂ ਕਿਸੇ ਤਰੀਕੇ ਦੇ ਨਾਲ ਕਿਸੇ ਅਣਜਾਣ ਬੰਦੇ ਦੇ ਨਾਲ ਸੰਪਰਕ ਕਰਦੇ ਹਾਂ ਤਾਂ ਪਲੀਜ਼ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰ ਕਰੀਏ, ਉਹਨਾਂ ਦੇ ਡਾਕੂਮੈਂਟਸ ਵਗੈਰਾ ਚੈੱਕ ਕਰੀਏ, ਉਹਨਾਂ ਦਾ ਪਿਛੋਕੜ ਜਿਹੜਾ ਹੈ ਉਸ ਨੂੰ ਜਾਣਨ ਪਹਿਚਾਨਣ ਦੀ ਕੋਸ਼ਿਸ਼ ਕਰੀਏ ਤਾਂ ਜੋ ਅਸੀਂ ਕਿਸੇ ਪ੍ਰਕਾਰ ਦੇ ਧੋਖੇ ਤੋਂ ਬਚ ਸਕੀਏ। ਸੋ ਜੇਕਰ ਅਸੀਂ ਕਿਸੇ ਵੈਬਸਾਈਟ ਦੇ ਉੱਤੇ ਆਪਣੀ ਕੋਈ ਪ੍ਰੋਫਾਈਲ ਬਣਾਉਂਦੇ ਹੋ, ਚਾਹੇ ਉਹ ਫੇਸਬੁੱਕ ਹੋਵੇ ਚਾਹੇ ਕਿਸੇ ਪ੍ਰਕਾਰ ਦੀ ਵੈਬਸਾਈਟ ਵੀ ਹੋਵੇ, ਅਸੀਂ ਕਿਸੇ ਇਨਸਾਨ ਨੂੰ ਸੋਸ਼ਲ ਮੀਡੀਆ ਦੇ ਥਰੂ ਮਿਲਦੇ ਹਾਂ ਤਾਂ ਸਾਡਾ ਪਹਿਲਾ ਫਰਜ਼ ਬਣਦਾ ਹੈ ਵੀ ਅਸੀਂ ਉਸ ਇਨਸਾਨ ਨੂੰ ਚੰਗੀ ਤਰ੍ਹਾਂ ਪਹਿਲਾਂ ਜਾਣੀਏ, ਪਰਖੀਏ, ਫਿਰ ਹੀ ਕੋਈ ਜ਼ਿੰਦਗੀ ਦੇ ਰਿਲੇਟਡ ਕੋਈ ਵੱਡਾ ਫੈਸਲਾ ਲਈਏ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਪਿੰਡ ਸਮੁੰਦੜਾ, ਗੜਸ਼ੰਕਰ।